KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:07 ਹੋਏ ਨੇ। 2 ਅਕਤੂਬਰ ਦਾ ਦਿਨ ਹੈ, ਬਰਾ 2020 ਦਾ ਸ਼ੁੱਕਰਵਾਰ ਹੈ। 18 ਅੱਸੂ ਨਾਨਕ ਸ਼ਾਹ ਸੰਮਤ 552 ਨਿੱਘਾ ਹਾਰਦਿਕ ਸਵਾਗਤ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁੱਧ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ 'ਚ ਖਬਰਾਂ ਸੁਣਾਉਣਾ, ਦੂਜੇ ਹਿੱਸੇ 'ਚ ਮੇਰਾ ਪਿੰਡ ਮੇਰੇ ਖੇਤ 'ਚ। ਪਹਿਲੀ ਸਵਾਰੀ ਦੀ ਅੱਜ ਗੱਲ ਹੋਣੀ ਹੈ। ਪਹਿਲੀ ਸਵਾਰੀ ਕਿਹੜੀ ਸਿੱਖੀ ਸੀ? ਸਾਈਕਲ ਜਾਂ ਸਕੂਟਰ ਜਾਂ ਮੋਟਰਸਾਈਕਲ ਜਾਂ ਟਰੈਕ? ਕੀ ਚਲਾਉਣਾ ਸਿੱਖਿਆ ਪਹਿਲਾਂ? ਕਿੰਨੀ ਉਮਰ 'ਚ ਸਿੱਖਿਆ? ਟਾਕੀਆਂ ਕਿਹੜੇ ਗੋਡੇ ਤੋਂ ਲਹੀਆਂ? ਕੈਂਚੀ ਜਿਹੜਾ ਬੜਾ ਚਲਾਇਆ? ਚਾਹ ਵੀ ਲੈ ਕੇ ਗਏ ਨਾਲ? ਕਾਠੀ ਤੇ ਜਦ ਨਾਲ ਰੱਖਿਆ ਡੋਲੂ ਤੇ ਫਿਰ ਹਿੱਲ ਕੇ ਜਦ ਚਾਹ ਪਾਤਾਂ ਤੇ ਪਈ ਨੰਗਿਆਂ ਤੇ ਹਾਏ ਬੀਬੀ ਕਿਵੇਂ ਹੋਇਆ? 144 247 1550 184424715550 ਵਾਲਾ ਨੰਬਰ ਹੈ। ਕੈਮ ਹਲੇ ਵੀ ਬਾਈ ਬਲਜੀਤ ਸਿੰਘ ਥਿੰਦੋਣੀ ਸਵੇਰ ਤੋਂ ਹਮ ਸਫਰ ਹੋਏ ਨਾ ਬਾਈ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਜਿਹੜੇ ਸੁੱਖ ਸੁਨੇਹਾ ਭੇਜਦੇ ਨੇ। krpradio.com ਤੇ ਸਿੱਧਾ ਪ੍ਰਸਾਰਣ ਚੱਲਦਾ ਹੈ ਬਈ। ਸ਼ੇਰੇ ਪੰਜਾਬ ਤੋਂ KRPA ਤੇ KRPA ਤੋਂ ਸ਼ੇਰੇ ਪੰਜਾਬ। ਬਹਿ ਜਾ ਹੋ ਜੂ, ਪਰ ਬਾਲਾ ਹੋ ਗਿਆ ਤਾਂ ਥੱਕ ਜਾਂਗੇ ਆਪਾਂ। ਛੇਤੀ ਸੂਤ ਕਰ ਦੇਣਾ ਕੰਮ। ਆਹੀ 10-20 ਦਿਨ ਨੇ ਤੇ ਫਿਰ ਇੱਕ ਜਗ੍ਹਾ ਤੇ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗੇ। ਤੇ ਧੰਨਵਾਦ। ਤੁਸੀਂ ਬੋਲਣ ਦੀ ਨਹੀਂ ਗੱਲ ਸੁਣਨ ਦੀ ਆ। ਸੁਣਨਾ ਬਹੁਤ ਜ਼ਰੂਰੀ ਹੈ। ਉਹ ਸੁਣਦਾ ਨਹੀਂ ਹੁਣ ਸੁਣਦਾ। ਇਹਦੇ 'ਚ ਬੋਤਲਾਂ ਨਵੀਆਂ 'ਚ ਪੁਰਾਣੀ ਸ਼ਰਾਬ ਪਲਾਤੀ। ਓਏ ਆਹ ਹੋ ਗਿਆ ਬਹੁਤ। ਤੇ ਔਖਾ ਕੰਮ ਬਹੁਤ ਹੋਇਆ ਪਿਆ। ਹਿਚਕੀਆਂ ਆਉਂਦੀਆਂ ਟਿਕੀ ਰਾਤ। ਕੋਈ ਗੱਲ ਨਹੀਂ, ਆਪਾਂ ਤਾਂ ਪਿਆਰ ਕਰਦੇ ਰਹੇ, ਆਪਾਂ ਤਾਂ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਵੀ ਜਿਉਂਦੇ ਵਸਦੇ ਰਹੋ, ਵੀ ਤੁਹਾਡਾ ਰੇਡੀਓ ਚੱਲਦਾ ਰਹੇ। ਜਾਂ ਸਾਡਾ ਚੱਲਦਾ ਹੈ, ਹੁਣ ਕਿ ਉਸ ਰਜਾਈ ਦੇ ਵਿੱਚ ਸੱਪ ਵੜ ਗਿਆ, ਇਹ ਔਖਾ ਹੋਇਆ ਪਿਆ ਕੰਮ। ਪਰ ਹੋਣਾ ਉਹੀ ਹੈ ਜਿਹੜਾ ਨੀਲੇ ਦੇ ਸ਼ਾਹ ਸਵਾਰ ਨੇ ਕਰਨਾ। ਬੰਦੇ ਦੇ ਕਹੇ ਕੀ ਹੁੰਦਾ? ਕਾਇਮ ਰਹੋ ਕਾਇਮ, ਭੱਜਦੇ ਨੂੰ ਬਾਣ ਬਰਾਬਰ। ਤੁਹਾਡੇ ਕੋਲ ਵੀ ਮਾਈਕ ਆ, ਸਾਡੇ ਕੋਲ ਵੀ। ਗੱਲਾਂ ਕਰੋ ਹੁਣ ਸਵਾਰ ਕੇ। ਘੜੀਚੀਆਂ ਨਾ ਕਰੋ, ਲਿਚ ਘੜੀਚੀਆਂ ਜਿਹੜੀਆਂ ਕਹਿੰਦੇ ਉਹ ਨਾ ਕਰੋ। ਪਹਿਲਾਂ ਕਹਿੰਦੇ ਚੱਲਦਾ ਨਹੀਂ, ਫਿਰ ਕਹਿੰਦੇ ਰੇਡੀਓ ਹੈ ਨਹੀਂ, ਫਿਰ ਕਹਿੰਦੇ ਸਟੂਡੀਓ ਹੈ ਨਹੀਂ, ਫਿਰ ਕਹਿੰਦੇ ਤਾਂ ਗੱਡੀਆਂ 'ਚ ਬੈਠੇ ਬੋਲੀ ਜਾਂਦੇ ਨੇ। ਉਹ ਇਹਨਾਂ ਦਾ ਕੀ ਹੈ? ਹੁਣ ਕਹਿੰਦੇ ਰੇਡੀਓ ਤਾਂ ਹੈ, ਪਰ ਸ਼ਰਾਬ ਪੁਰਾਣੀ ਉਹ ਪਾ ਲੀਆਂ, ਬੋਤਲਾਂ ਨਵੀਆਂ। ਤੁਸੀਂ ਐ ਦੇਖੋ ਵੀ ਫੌ ਪੈਂਦਾ ਕਿ ਨਹੀਂ, ਗਾਹ ਕੱਢਦਾ ਕਿ ਨਹੀਂ। ਗੰਧਾਲੇ ਨਾਲ ਗੱਲ ਇੱਥੇ ਲਿਆਓ ਲਿਆ ਕੇ। krpradio.com ਤੇ ਸਿੱਧਾ ਪ੍ਰਸਾਰਣ ਚੱਲਦਾ। 144 247 1550 184424715550 ਤੇ ਨਿਮੀ ਡੌਲਾ ਜੀ ਇਸ ਸਮੇਂ ਦਾ ਸ਼ੋਅ ਕਰ ਰਹੇ ਨੇ। ਸ਼ੋਅ ਤੋਂ ਬਾਅਦ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਹੋ। 604 440 6462 ਉਹਨਾਂ ਦਾ ਨੰਬਰ ਹੈ। 729 1224 604729 1224 WhatsApp ਟੈਕਸਟ ਲਈ ਨੰਬਰ ਹੈ। ਕਈ ਵਾਰ ਸਵੇਰੇ ਸੁਨੇਹਾ ਜਵਾਬ ਨਹੀਂ ਦੇ ਹੁੰਦਾ, ਹਲੇ ਤਰਤੀਬ ਨਹੀਂ ਬਣੀ ਕਿਉਂਕਿ ਵਿਹਲੇ ਬਹੁਤ ਰਹੇ 5-6 ਸਾਲ। ਸਵੇਰੇ ਹੌਲੀ ਹੌਲੀ ਫੜ ਲਾਂਗੇ ਰੇਸ। ਹਰਜੀਤ ਸਿੰਘ ਗਿੱਲ ਫੈਨ ਪੇਜ ਆ, ਇੱਥੇ ਇਕੱਠੇ ਹੋਵੋ, ਸਾਰਿਆਂ ਨੂੰ ਸੁਨੇਹਾ ਭੇਜੋ ਤੇ ਅੱਗੇ ਸ਼ੇਅਰ ਕਰ ਦਿਓ ਇਸ ਤੇ ਜਗ੍ਹਾ। ਜਿਹੜੇ ਇਕੱਠੇ ਤੁਸੀਂ ਸਾਰੇ ਹੋ ਜਾਓ, ਮੈਨੂੰ ਸੌਖਾ ਹੈ ਇੱਧਰ ਉੱਧਰ ਨਾਲੋਂ। ਤੇ krpradio.com ਸਿੱਧਾ ਪ੍ਰਸਾਰਣ ਤੇ 604 729 1224 WhatsApp ਟੈਕਸਟ ਲਈ। ਅੱਕ ਦੀਆਂ ਫੰਬੀਆਂ ਬੁੱਢੀਆਂ ਮਾਈਆਂ ਰਲ ਕੇ ਨਾਲ ਹਵਾਵਾਂ ਆਈਆਂ। ਅੱਕ ਦੀਆਂ ਫੰਬੀਆਂ ਬੁੱਢੀਆਂ ਮਾਈਆਂ ਰਲ ਕੇ ਨਾਲ ਹਵਾਵਾਂ ਆਈਆਂ। ਖੈ ਖੈ ਲੰਘਣ ਰੱਬ ਦੀਆਂ ਜਾਈਆਂ, ਤੇਰੇ ਪਿੰਡ ਖੁਸ਼ਬੂਆਂ ਵੀ। ਉੱਡ ਪਈ ਧੂੜ ਗਿੱਧੇ ਦੇ ਪਿੜ ਚੋਂ, ਟੁੱਟ ਗਈ ਚੁੱਪ ਸੀ ਜਿਹੜੇ ਚਿਰ ਤੋਂ ਤੈਨੂੰ ਵੇਖਣ ਖਾਤਰ ਫਿਰ ਤੋਂ ਲੈਂਦੇ ਆ ਕਨਸੂਆਂ। ਸਾਨੂੰ ਪੁੰਨਿਆ ਵਰਗੀਆਂ ਰਾਤਾਂ ਪਾਉਂਦੇ ਨਾਲ ਧਰੂ ਦੀਆਂ ਬਾਤਾਂ, ਸੋਹਣੇ ਰੰਗ ਦੀਆਂ ਪ੍ਰਭਾਤਾਂ, ਕਿਰਨਾਂ ਚਾਂਦੀ ਰੰਗੀਆਂ ਵੇ। ਉਹ ਦਿਨ ਵੀ ਤੇਰੇ ਹਾਸਿਆਂ ਵਰਗੇ, ਸਾਡੀ ਦੇਹਲੀਏ ਚਾਨਣ ਭਰ ਗਏ, ਸੁੱਤੇ ਲੇਖ ਜੋ ਸੁੱਚੇ ਕਰ ਗਏ, ਚੱਕ ਗਏ ਜਮਾਈ ਦਿਲ ਦੀਆਂ ਤੰਗੀਆਂ ਵੇ। ਬਦਾਮ ਰੋਗ ਵਾਂਗੂ ਖੁਸ਼ਕੀ ਚੇਤਰ ਵਸਦਾ ਸਾਹੀ ਤੇਰੇ, ਕਿਧਰੇ ਰੱਬ ਸਬੱਬੀ ਫੇਰੇ, ਕਾਹਦੇ ਜੋਗੀਆਂ ਦੇ ਨਾਲ ਝੇੜੇ, ਜਿਹੜੇ ਜ਼ੋਰ ਢੰਗਾਣੇ ਨਹੀਂ। ਉਹ ਕਿਹੜੇ ਦੇਵਤੇ ਪੀਰ ਮਨਾਈਏ, ਤੇਰੇ ਨਜ਼ਰੀ ਤੇ ਚੜ ਜਾਈਏ, ਕਰਕੇ ਲੱਖ ਡੰਡੌਤਾਈਆਂ, ਸੌਖੇ ਯਾਰ ਬਣਾਉਣੇ ਨਹੀਂ। ਲੱਖ ਲੱਖ ਵਾਰ ਦੁਆਵਾਂ ਭਰ ਕੇ, ਆਪਣੀ ਖਾਲੀ ਬੁਗਚੀਆਂ ਭਰ ਕੇ, ਲੈਕ ਤੇਰੇ ਕਰਕੇ ਹਰਗੇ, ਬਾਜੀ ਜਿੱਤ ਕੇ ਜਿੱਤੀ ਵੇ। ਲੈ ਹੁਣ ਰੱਖ ਲੈ ਜਾ ਠਕਰਾ ਦੇ, ਭੰਨ ਦੇ ਕਾਸੇ, ਠਹਿਰ ਜਾ ਪਾ ਦੇ, ਜਾਂ ਇਸ ਬੰਨੇ ਜਾਂ ਉਸ ਲਾ ਦੇ, ਲੈ ਜਿੰਦ ਵੀ ਤੈਨੂੰ ਦਿੱਤੀ ਵੇ। ਸੱਚ ਇਹ ਦਿਲ
ਮਿਲਿਆਂ ਦੇ ਮੇਲੇ ਓਏ ਮਗਜ਼ਾਂ ਨਾਲ ਇਸ਼ਕ ਨਾ ਖੇਲੇ। ਜ਼ੋਰਾਂ ਦੇ ਨਾਲ ਅਕਲਾਂ ਨਾਲ ਕਿਤੇ ਹੁੰਦਾ ਇਹ ਸੱਚ ਇਹ ਦਿਲ ਮਿਲਿਆਂ ਦੇ ਮੇਲੇ ਮਗਜ਼ਾਂ ਨਾਲ ਇਸ਼ਕ ਨਾ ਖੇਲੇ। ਚਾਹੇ ਫਕਰ ਕਹਿ ਜਾਂ ਵਿਹਲੇ ਓਏ ਮੰਗਤਾ ਮਰਜ਼ੀਆਂ ਤੇਰੀਆਂ ਵੇ। ਅਸੀਂ ਤਾਂ ਤਲੀਏ ਹੱਥ ਵਿਛਾਉਣੇ ਜਦ ਵੀ ਪੈਰ ਤੂੰ ਵਿਹੜੇ ਪਾਉਣੇ। ਦਾਊ ਮਾਜਰੇ ਗੀਤ ਨੇ ਗਾਉਣੇ ਜਦ ਪਾਏਗਾ ਫੇਰੀਆਂ ਵੇ। ਜਦ ਪਾਏਗਾ ਫੇਰੀਆਂ ਵੇ ਓਏ ਜਦ ਪਾਏਗਾ ਫੇਰੀਆਂ। ਸੁੰਦਰ ਸਿੰਘ ਦਾਊ ਮਾਜਰਾ ਲਿਖਦਾ ਹੈ। ਖਬਰਾਂ ਜਿਹੜੀਆਂ ਸਾਊਦੀ ਅਰਬ ਦੇ ਉੱਪਰ ਅੱਜ ਕੱਲ ਬੜੀ ਨਿਗਾਹ ਜਦ ਦਾ ਜਮਾਲ ਖਸ਼ੋਗੀ ਨੂੰ ਮਾਰਿਆ ਸਾਊਦੀ ਹਿੱਟ ਸਕੁਆਡ ਨੇ ਕਤਲ ਕੀਤਾ ਨਾ ਮੁਹੰਮਦ ਬਿਨ ਸੁਲੇਮਾਨ ਆ ਜਿਹੜਾ ਮੁਹੰਮਦ ਬਿਨ ਸੁਲੇਮਾਨ ਹੈ ਉਹ ਲੋਕਾਂ ਦੇ ਖਾਸ ਤੌਰ ਤੇ ਰਾਈਟਰਸ ਦੀ ਅੱਖ ਤੇਣਾ। ਇੱਕ ਕਿਤਾਬ ਆਈ ਹੈ ਹੁਣੇ ਮੁਹੰਮਦ ਬਿਨ ਸੁਲੇਮਾਨ ਰੂਥਲੈਸ ਕੁਐਸਟ ਫਾਰ ਗਲੋਬਲ ਪਾਵਰ ਬਲੱਡ ਐਂਡ ਆਇਲ ਬ੍ਰੈਡਲੀ ਹੋਪ ਤੇ ਜਸਟਨ ਸ਼ੈਕ ਨੇ ਇਹ ਲਿਖੀ ਹੈ। ਤੇ ਇਹ ਕਿਤਾਬ ਦੇ ਵਿੱਚ ਕਿਉਂਕਿ ਮੁਹੰਮਦ ਬਿਨ ਸੁਲੇਮਾਨ ਜਿਹੜਾ MBS ਹੈ ਇਹਦੀ ਅਲੜ ਉਮਰ ਹੈ। ਕਰਾਊਨ ਪ੍ਰਿੰਸ ਆ ਸਾਊਦੀ ਅਰਬ ਤਾਕਤਵਰ ਬਹੁਤ ਹੈ। ਜਿਹੜੀ 2 ਵਰੇ ਹੋ ਗਏ ਖਸ਼ੋਗੀ ਦਾ ਜਿਹੜਾ ਕਤਲ ਹੋਇਆ ਨਾ ਉਸ ਦੇ ਬਰੇ ਗੰਢ ਤੇ ਇਹ ਕਿਤਾਬ ਆਈ ਹੈ। 2 ਸਾਲ ਹੋ ਗਏ ਅੱਜ 2 ਅਕਤੂਬਰ 2018 ਨੂੰ 59 ਵਰੇ ਦਾ ਵਾਸ਼ਿੰਗਟਨ ਪੋਸਟ ਹੈ ਜਿਹੜਾ ਓਪਨਲੀ ਇਹ ਸਾਊਦੀ ਰਾਇਲ ਫੈਮਿਲੀ ਖਾਸ ਤੌਰ ਤੇ ਮੁਹੰਮਦ ਬਿਨ ਸੁਲੇਮਾਨ ਦੇ ਖਿਲਾਫ ਲੜਦਾ ਹੀ। ਦੇਖੋ ਪਤਾ ਸੀ ਅਪਾਇੰਟਮੈਂਟ ਦਿੱਤੀ ਹੋਈ ਸੀ। ਅਪਾਇੰਟਮੈਂਟ ਦੇ ਹਿਸਾਬ ਦੇ ਨਾਲ ਸਾਊਦੀ ਜਿਹੜਾ ਸਕੁਆਡ ਹੈ ਕਿਲਰ ਸਕੁਆਡ ਹਿੱਟ ਸਕੁਆਡ ਜਿਹੜਾ ਉਹ ਸਪੈਸੀਫਿਕਲੀ ਇੱਕ ਆਪਣੇ ਪ੍ਰਾਈਵੇਟ ਜੈਟ ਦੇ ਵਿੱਚ ਉਤਰਦਾ ਬੈਗ ਲੈ ਕੇ ਅੰਦਰ ਵੜਦੇ ਨੇ। ਖਸ਼ੋਗੀ ਤੇ ਜਾਣ ਤੋਂ ਬਾਅਦ ਅੰਦਰ ਹੀ ਬੰਦੇ ਨੂੰ ਵੱਢ ਕੇ ਸਾੜ ਦਿੰਦੇ ਨੇ। ਸਾੜ ਤੁਸੀਂ ਇਹ ਦੇਖ ਲਓ ਦਿਨ ਦਿਹਾੜੇ ਇੱਕ ਦੇਸ਼ ਦੀ ਰਾਜਧਾਨੀ 'ਚ ਇੱਕ ਸਫਾਰਤਖਾਨੇ 'ਚ ਸਮਝ ਸਕਦੇ ਹੋ ਤੁਸੀਂ ਦੁਨੀਆ ਕਹਿਦੀ ਹੈ। ਇਹ ਕੁਛ ਨਹੀਂ ਹੋਇਆ। ਉਹਦੇ ਬਾਅਦ ਉਹਦੀ ਹੁਣ ਮੰਗੇਤਰ ਆ ਜਿਹੜੀ ਕੁੜੀ ਉਹ ਵਿਚਾਰੀ ਫਿਰਦੀ ਆ ਜਿਹੜੇ ਕੱਢਦੀ ਤੇ ਉੱਥੇ ਜੀ ਸਜ਼ਾ ਦੇਤੀ ਜੀ ਆਹ ਦੇਤੀ ਜੀ ਉਹ ਦੇਤੀ। ਮੁਹੰਮਦ ਬਿਨ ਸੁਲੇਮਾਨ ਦੇ ਆਲੇ ਦੁਆਲੇ ਸਾਰਾ ਕੁਝ ਘੁੰਮਦਾ ਹੈ। CIA ਨੇ ਕੰਮ ਕਾਇਮ ਕੀਤਾ ਸੀ ਪਰ ਹੁਣ ਇੱਕ ਜਗ੍ਹਾ ਇੱਕ ਕਿਤਾਬ ਦੇ ਵਿੱਚ ਲੇਟਲੀ ਜਿਹੜੀ ਆਪਣੇ ਰਾਸ਼ਟਰਪਤੀ ਟਰੰਪ ਦੇ ਬਾਰੇ ਛਪੀ ਆ ਉਹਦੇ 'ਚ ਕਹਿ ਰਿਹਾ ਰਾਸ਼ਟਰਪਤੀ ਟਰੰਪ ਕਿ ਮੈਂ ਬਚਾਇਆ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਉਹਨਾਂ ਨੂੰ ਪਤਾ ਸੀ ਕਿ ਇਹ ਮਾਰ ਦਿੱਤਾ ਬੰਦਾ। ਯੂਨਾਈਟਿਡ ਨੇਸ਼ਨ ਦੇ ਵਿੱਚ ਸਪੈਸ਼ਲ ਰਿਪੋਰਟ ਵੀ ਗਈ ਹੈ ਤੇ ਕ੍ਰੈਡੀਬਲ ਐਵੀਡੈਂਸ ਵੀ ਹੈ ਜਿਸ 'ਚ MBS ਤੇ ਹੋਰ ਸੀਨੀਅਰ ਸਾਊਦੀ ਅਫੀਸ਼ੀਅਲਸ ਨੇ ਜਿਹੜਾ ਬੰਦਾ ਮਾਰਿਆ ਸ਼ਰਿਆ। ਇਹ ਗੱਲ ਇਹ ਹੈ ਵੀ ਜੇ ਉਹਨਾਂ ਨੇ ਉਹਦਾ ਮਰਡਰ ਕਰਨਾ ਸੀ ਸ਼ਰਿਆਮ ਉਹ ਸੜਕ ਤੇ ਤਾਂ ਫਿਰਦਾ ਸੀ ਗੋਲੀਆਂ ਤੇ ਚੱਲ ਸਕਦੀਆਂ ਸੀ। ਜਿਹੜੇ ਅਸੈਸਨ ਨੇ ਇਹ ਦੁਨੀਆ ਦੇ ਵਿੱਚ CIA ਦੇ ਮਸਾਦ ਦੇ ਸਾਊਦੀ ਅਰਬ ਦੀ ਇੰਟੈਲੀਜੈਂਸੀ ਦੇ ਰਾਹ ਦੇ ਤੇ ਸਾਰੇ ਜਿੱਥੇ ਮਰਜ਼ੀ ਹਿੱਟ ਕਰ ਸਕਦੇ। ਪਰ ਜਿਹੜਾ ਅਸਲ ਮਤਲਬ ਬੰਦਾ ਆਇਆ ਅੰਦਰ ਸਫਾਰਤਖਾਨੇ 'ਚ ਤੇ ਉਹਨੂੰ ਮਤਲਬ ਦੱਬੇ ਲੈਣਾ ਅੰਦਰ ਨਿਕਲਿਆ ਹੀ ਬਾਹਰ। ਉਹ ਪਤਾ ਨਹੀਂ ਕਿਵੇਂ ਮਾਰਿਆ ਕੀ ਕੀਤਾ ਉਹਦੇ ਨਾਲ। ਤੇ ਦੁਨੀਆ ਦੇ ਸਾਹਮਣੇ 21ਵੀਂ ਸਦੀ ਦੇ ਵਿੱਚ ਕਿਤੇ ਇਹ ਗੱਲਾਂ ਕਰਨੀਆਂ ਬੜੀਆਂ ਔਖੀਆਂ। ਪਰ ਇਹ ਕਿਤਾਬ ਜਿਹੜੀ ਮੁਹੰਮਦ ਬਿਨ ਸੁਲੇਮਾਨ ਬਾਰੇ ਛਪੀ ਹੈ ਇਹ ਕਿਤਾਬ ਛੇਤੀ ਲਿਆ ਕੇ ਪੜਾਂਗੇ ਤੇ ਫਿਰ ਤੁਹਾਡੇ ਸਨਮੁਖ ਕਰੂੰਗਾ ਵੀ ਇਹਦੇ ਵਿੱਚ ਲਿਖਿਆ ਕੀ ਹੋਇਆ। ਸਾਰੀ ਮੁਹੰਮਦ ਬਿਨ ਸੁਲੇਮਾਨ ਦੇ ਆਲੇ ਦੁਆਲੇ ਇਹ ਦੁਨੀਆ ਦਾ ਜਿਹੜਾ ਅਮੀਰ ਬੰਦਾ ਦੁਨੀਆ ਦਾ ਤਾਕਤਵਰ ਬੰਦਾ ਬਣਨ ਨੂੰ ਫਿਰਦਾ। ਤੇ ਦੂਜੇ ਬੰਨੇ ਮੈਡੀਟਰੇਨੀਅਨ ਸੀ ਦੇ ਵਿੱਚ ਭੂਮੱਧ ਸਾਗਰ ਦੇ ਵਿੱਚ ਬੜੀ ਕਸ਼ੀਦਗੀ ਹੈ ਤੇ ਗ੍ਰੀਸ ਤੇ ਸਾਈਪਰਸ ਵਾਲੇ ਪਾਸੇ ਉਸ ਪਾਣੀ ਦੇ ਖਿੱਤੇ 'ਚ ਸਾਹਮਣੇ ਜਾਂਦਿਆਂ ਲੀਬੀਆ ਵਾਲੇ ਪਾਸੇ ਨੂੰ ਉਹ 'ਚ ਆਇਲ ਐਂਡ ਗੈਸ ਕੱਢਣ ਨੂੰ ਤੁਰਕੀ ਬਹੁਤ ਜ਼ੋਰ ਲਾ ਰਿਹਾ ਤੇ ਗ੍ਰੀਸ ਉਹਦੀ ਆਪੋਜੀਸ਼ਨ ਕਰ ਰਹੀ ਹੈ। ਸਾਈਪਰਸ ਤੁਹਾਨੂੰ ਪਤਾ ਅੱਧਾ ਲੀਬੀਆ ਹੁਣ ਬੈਟਲ ਫੀਲਡ ਅਗਲਾ ਬਣਨਾ। ਲੀਬੀਆ ਦਾ ਜਿਹੜਾ
पावर ब्रोकर यूरोपियन यूनियन ने साले दे नाम एक्यूला साले उसका नाम सी जिहड़ा कि जिहड़ा राइवल पार्लीमेंट का ईस्टर्न पार्लीमेंट का लीबिया का लीडर है वो नैगोशिएट कर सकता ਉਹਦੇ ਤੇ ਬੰਦਸ਼ਾਂ ਲਾਈਆਂ ਸੀ यूरोपियन यूनियन ने बंद कर ਦਿੱਤੀ खत्म कर ਦਿੱਤੀਆਂ ਹੁਣ ਉਹ कर सकता कोई डील ਹੁਣ ਜਿੰਨੀ ਸਿਮਸ ਨੇ ਮੇਰੇ ਨਾਲ ਪੈਨੋਰਾਮਾ ਸਰੀ ਪੈਨੋਰਾਮਾ ਤੋਂ NDP ਦੇ ਉਮੀਦਵਾਰ ਨੇ ਕੁਝ ਉਹ ਗੱਲਾਂ ਕਮਿਊਨਿਟੀ ਦੀਆਂ ਕਲੀਅਰ ਕਰਨੀਆਂ ਚਾਹੁੰਦੇ ਨੇ ਜਿਹੜੀਆਂ ਬਾਹਰ ਹਵਾ ਦੇ ਵਿੱਚ ਘੁੰਮ ਰਹੀਆਂ ਨੇ ਖਾਸ ਤੌਰ ਤੇ ਹਸਪਤਾਲ ਦੀ ਜ਼ਮੀਨ ਦੇ ਬਾਰੇ ਕਿ ਉਹਦਾ ਜਿਹੜਾ ਸਟੇਟਸ ਕੀ ਹੈ ਤੇ ਨਾਲ ਹੀ ਉਹਨਾਂ ਦੀ ਪਾਰਟੀ ਨੇ ਕੁਝ ਅਨਾਉਂਸਮੈਂਟ ਕੀਤੀਆਂ ਵਿਦਿਆਰਥੀਆਂ ਤੇ ਸੀਨੀਅਰਸ ਲਈ ਜਿਨੀ ਸਿੰਘ ਜੀ ਸਵਾਗਤ ਸਤਿ ਸ੍ਰੀ ਅਕਾਲ जी। अच्छा पहली तो गल हस्पताल की मैं करनी चाहना बाकी तो गल करांगे फिर भी सरी दे विच जिहड़ा हस्पताल बनना है जिहदे ते इनीशिएशन उहदी हो गई है कॉन्सैप्ट प्लान तो बाद हुण तुहाडे जिवें दस्सण दे पार्टी दे बिजनेस प्लान बन रहा है पर उहदे ते एक जिहड़ी खबर बाहर आई है कहंदे जमीन इहदी लई उहदी की सच की है देखो जमीन हैगी ਆਪਾਂ ਸਾਰਿਆਂ ਨੂੰ ਪਤਾ ਕਿੱਥੇ ਹੈਗੀ ਆ ਔਰ ਔਨ ਹਾਈਵੇ 10 ਜਿੱਥੇ ਕੁਆਂਟਲਨ ਯੂਨੀਵਰਸਿਟੀ ਹੈਗੀ ਆ ਤੇ ਉਸ ਜ਼ਮੀਨ ਮੈਨੂੰ ਪਤਾ ਹੈਗੀ ਆ ਕਰਕੇ ਮੈਂ ਉੱਥੇ ਜਾ ਕੇ ਆਪ ਉੱਥੇ ਖੜੀ ਹੋ ਕੇ ਵੀ ਆਈ ਆ ਜ਼ਮੀਨ ਗਵਰਨਮੈਂਟ ਦੀ ਆ ਪਹਿਲਾਂ ਵੀ ਗਵਰਨਮੈਂਟ ਦੀ ਸੀਗੀ ਅੱਜ ਵੀ ਗਵਰਨਮੈਂਟ ਦੀ ਆ ਐਂਡ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੇ ਲੋਕ ਹੁਣ ਰੌਲਾ ਪਾ ਰਹੇ ਆ ਵੀ ਉਹ ਜ਼ਮੀਨ ਗਵਰਨਮੈਂਟ ਦੀ ਹੈ ਨਹੀਂ ਉਹ ਇਹ ਸਮਝਦੇ ਆ ਵੀ ਜਿਹੜੀ ਫਰੇਜ਼ਰ ਹਾਊਸ ਅਥਾਰਟੀ ਆ ਉਹ ਕੰਟਰੈਕਟ ਦੇਈ ਜਾਂਦੀ ਆ ਆਰਕੀਟੈਕਟਸ ਨੂੰ ਜਿੱਥੇ ਵੀ ਕੋਈ ਹਸਪਤਾਲ ਨਹੀਂ ਬਣਨਾ ਜੇ ਤੁਸੀਂ BC ਬਿਡ ਤੇ ਜਾਵੋ ਤੁਹਾਨੂੰ ਪਤਾ ਲੱਗ ਜਾਂਦਾ ਉੱਥੇ ਬਿਡ ਲਈ ਪਹਿਲਾਂ ਤਾਂ ਉਹਨਾਂ ਨੇ ਐਡਵਰਟਾਈਜ਼ ਕੀਤਾ ਸੀਗਾ ਫਿਰ ਉਹਨਾਂ ਨੇ ਬਿਡ ਇਹ ਦੇ ਵੀ ਦਿੱਤੀ ਆ ਜਾਂ ਆਪਾਂ ਇਹ ਸੋਚੀਏ ਕੋਈ ਵੀ ਆਰਕੀਟੈਕਟ ਕੰਟਰੈਕਟ ਲਊਗਾ ਹਸਪਤਾਲ ਦੀ ਆਰਕੀਟੈਕਚਰਲ ਡਰਾਇੰਗ ਬਣਾਉਣ ਨੂੰ ਜੇ ਉੱਥੇ ਕੋਈ ਪ੍ਰੋਜੈਕਟ ਹੀ ਹੈ ਨਹੀਂ ਇਸ ਗੱਲ ਦੇ ਵਿੱਚ ਜ਼ਮੀਨ ਉੱਥੇ ਆ ਜ਼ਮੀਨ ਹੈਗੀ ਆ ਸਰਕਾਰ ਦੀ ਉੱਥੇ ਹੀ ਹਸਪਤਾਲ ਬਣਨਾ ਆ ਤੇ BC ਬਿਡ ਫਰੇਜ਼ਰ ਹਾਊਸ ਇੱਕ ਕੰਟਰੈਕਟ ਦੇ ਰਹੀ ਆ ਉਹ ਕੰਟਰੈਕਟ ਦੇ ਹਟੀ ਆ ਆਰਕੀਟੈਕਟ ਨੂੰ ਜਿਹੜਾ ਕੰਮ ਬਿਜ਼ਨਸ ਪਲਾਨ ਵਿੱਚ ਹੁੰਦਾ ਆ ਸੋ ਇਸ ਕਰਕੇ ਵਾਰ-ਵਾਰ ਜਿਹੜੀ ਗਲਤ ਹਵਾ ਬਾਅਦ ਫਲਾਈ ਜਾਂਦੀ ਆ ਮਿਸ ਇਨਫੋਰਮੇਸ਼ਨ ਤੇ ਇਨਫੋਰਮੇਸ਼ਨ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਨੂੰ ਕਨਫਿਊਜ਼ਨ ਵਿੱਚ ਪਾਉਣ ਨੂੰ ਫਲਾ ਰਹੇ ਆ ਉਹ ਮੈਂ ਸਾਰਿਆਂ ਨੂੰ ਕਹਿੰਦੀ ਆ ਵੀ ਹਸਪਤਾਲ ਬਣਨਾ ਆ ਪ੍ਰੀਮੀਅਰ ਦੀ ਕਮਿਟਮੈਂਟ ਸੀਗੀ ਅਸੀਂ ਅਨਾਉਂਸ ਕਰ ਰਹੇ ਹਾਂ ਕਨਸੈਪਟ ਪਲਾਨ ਵੀ ਬਣ ਗਿਆ ਉਹਦਾ ਵੀ ਜਦੋਂ ਤੁਸੀਂ BC ਬਿਡ ਵਿੱਚ ਜਾ ਕੇ ਦੇਖੋ ਇਟਸ ਲਿਸਟਡ ਐਸ ਕੰਪਲੀਟਡ ਫਿਰ ਹੁਣ ਬਿਜ਼ਨਸ ਪਲਾਨ ਵਿੱਚ ਹੈਗਾ ਆ ਆਰਕੀਟੈਕਚਰ ਜਿਹੜਾ ਜ਼ਰੂਰੀ ਹੁੰਦਾ ਜਦੋਂ ਆਪਾਂ ਘਰ ਵੀ ਬਣਾਈਦਾ ਆਪਾਂ ਆਰਕੀਟੈਕਟ ਕੋਲ ਚਾਹੀਦਾ ਡਰਾਇੰਗਸ ਬਣਦੀਆਂ ਆਰਕੀਟੈਕਟ ਇਜ਼ ਵਰਕਿੰਗ and doing their work. Business plan is almost finished, but and the land is there. I cannot say it any more clearly than that. So मतलब कि concept plan तो business plan ਤੇ ਗੱਲ ਚੱਲ ਰਹੀ ਹੈ ਇਸ ਤਰ੍ਹਾਂ ਸਰਕਾਰ ਕਿਵੇਂ ਕਰ ਲੂ ਬਿਨਾਂ ਜ਼ਮੀਨ ਅਕਵਾਇਰ ਕਰੇ ਤੇ ਇੰਨੀ ਗੱਲ ਕਿਵੇਂ ਕਰ ਲੂਗੀ ਸਰਕਾਰ ਦੀ ਅਕਾਊਂਟੇਬਿਲਟੀ ਹੈ ਨਾਲ ਪ੍ਰੀਮੀਅਰ ਹੈ ਲੋਕਲ ਮਿਨਿਸਟਰ ਨੇ ਤੁਸੀਂ ਸਾਰੇ ਉੱਥੇ ਖੜੇ ਸੀ ਇਹ ਇਸ ਤਰ੍ਹਾਂ ਫੇਕ ਥੋੜਾ ਹੋ ਸਕਦਾ ਹੈ ਤੁਸੀਂ ਬਿਜ਼ਨਸ ਪਲਾਨ कैसे बनाओगे विदाउट ਜ਼ਮੀਨ कैसे बनाओगे ਤੇ ਨਾਲੇ ਸਾਡੀ ਕੈਪੀਟਲ ਬਜਟ ਵਿੱਚ ਪਿਆ ਆ ਇਹ ਫੰਡਿੰਗ ਮਿਨਿਸਟਰ Carol James was very clear we have money sitting in the capital budget and that's where ਉੱਥੇ ਹੀ ਵੱਡੀਆਂ ਪ੍ਰੋਜੈਕਟਸ ਦੀ ਪੈਸੇ ਹੁੰਦਾ ਆ ਘਰ ਜਦੋਂ ਤੁਸੀਂ ਸਕੂਲ ਬਣਾਉਂਦੇ ਆ ਜਾਂ ਘਰ ਬਣਾਉਂਦੇ ਆ ਉਹ ਕੈਪੀਟਲ ਬਜਟ ਵਿੱਚ ਰਹਿੰਦੇ ਆ ਜਦੋਂ ਕੰਟਰੈਕਟ ਮਿਲ ਗਈ then it moves on to the next stage ਪਰ ਹੁਣ ਜਿਹੜਾ ਰੌਲਾ ਪਾ ਦਿੱਤਾ ਵੀ ਜ਼ਮੀਨ ਵੀ ਹੈ ਨਹੀਂ ਮੈਂ ਸਾਰਿਆਂ ਨੂੰ ਇਨਵਾਈਟ ਕਰਦੀ ਆ ਉੱਥੇ ਜਾ ਕੇ ਜ਼ਮੀਨ ਦੇਖੋ ਉਹਦੇ ਉੱਪਰ ਖੜੇ ਹੋਵੋ ਪਤਾ ਲੱਗ ਜਾਂਦਾ ਜ਼ਮੀਨ ਵੀ ਹੈਗੀ ਆ ਕੰਸੈਪਟ ਪਲਾਨ ਪੂਰਾ ਹੋ ਗਿਆ ਬਿਜ਼ਨਸ ਪਲਾਨ ਇਜ਼ ਆਲਮੋਸਟ ਫਿਨਿਸ਼ਡ BC ਸਰਕਾਰ ਦੀ ਗੱਲ ਪਾਸੇ ਤੇ ਰੱਖ ਕੇ ਦੇਖੋ ਫਰੇਜ਼ਰ ਹਾਊਸ ਅਥਾਰਟੀ ਜਿਹੜੀ ਸਭ ਤੋਂ ਵੱਡੀ ਹਾਊਸ ਅਥਾਰਟੀ ਹੈਗੀ ਆ ਉਹਨਾਂ ਨੇ ਪਹਿਲਾਂ ਐਡਵਰਟਾਈਜ਼ ਕੀਤਾ ਫॉर ਆਰਕੀਟੈਕਟ BC ਬਿਡ ਸਿਸਟਮ ਦੇ ਵਿੱਚ
ਫਿਰ ਉਹ ਕੰਟਰੈਕਟ ਅਵਾਰਡ ਦਿੱਤੀ, ਉਹਨਾਂ ਨੂੰ ਦਿੱਤੀ ਕਿਸੇ ਨੂੰ ਜੀ। ਇਹਦਾ ਮਤਲਬ ਵੀ ਉਹ ਕੰਟਰੈਕਟ ਬਿਨਾਂ ਕਿਸੇ ਕੰਮ ਤੋਂ ਦੇ ਰਹੇ ਆ। ਇਹ ਤਾਂ ਬੇਵਕੂਫੀ ਦੀ ਗੱਲ ਹੋ ਗਈ, ਜਿਹੜੇ ਬਾਹਰ ਹਵਾ ਫੈਲਾ ਰਹੀ ਆ ਤੇ ਸਮਝ ਨਹੀਂ ਲੱਗਦੀ ਵੀ ਕਿਸ ਤਰੀਕੇ ਦੇ ਨਾਲ ਇਹ ਗੱਲ ਫੈਲਾ ਜਾਈ ਰਹੀ ਆ। ਤੇ ਇੱਕ ਮੈਨੂੰ ਇਹ ਦੱਸਿਓ ਵੀ ਜਿਹੜੀ ਇਹਦੇ ਨਾਲ ਹੀ ਸਕੂਲਾਂ ਦੀ ਗੱਲ, ਸਕੂਲ ਇਹ ਕਿਹਾ ਜਾ ਰਿਹਾ ਵੀ ਸਰੀ ਚ ਪੋਰਟੇਬਲ ਬਹੁਤ ਹੋ ਗਏ, BC ਦੀ ਜਿਹੜੀ ਸਰਕਾਰ ਚ ਤੁਸੀਂ ਮਿਨਿਸਟਰ ਸੋ ਵੀ ਉਹਨੇ ਕੁਛ ਨਹੀਂ ਸਕੂਲਾਂ ਲਈ ਕੀਤਾ। ਅਸਲ ਫੈਕਟਸ ਤੇ ਫਿਗਰਸ ਜਿਹੜੀਆਂ ਨੇ ਸਦਾ ਦੱਸਣੀਆਂ ਨੇ, ਜਿਹਨੂੰ ਤੁਸੀਂ ਬੈਕਅਪ ਕਰ ਸਕੋ ਪ੍ਰੂਫ ਦੇ ਨਾਲ। ਇਹ ਦੱਸੋ ਬਈ ਸਰੀ ਦੇ ਵਿੱਚ ਸਕੂਲ ਜਿਹੜੇ ਨੇ ਉਹ ਕੁਛ ਬਣਾਏ ਨੇ ਜਾਂ ਕੀ ਕੀਤਾ ਤੇ ਕੀ ਤੁਹਾਡੀ ਸਰਕਾਰ ਨੇ ਕੀਤਾ ਸੀ? ਆਖਰੀ 3 ਸਾਲਾਂ ਦੇ ਵਿੱਚ ਲਿਬਰਲ ਸਰਕਾਰ ਨੇ ਇੱਕ ਸਕੂਲ ਕੰਪਲੀਟ ਕੀਤਾ ਸੀ, ਇੱਕ ਸਕੂਲ ਸਰੀ ਦੇ ਵਿੱਚ, ਜਿਸ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਵਾਧੀ ਹੋ ਰਹੀ ਸੀ ਤੇ ਜਿੱਥੇ ਯੰਗ ਪੋਪੂਲੇਸ਼ਨ ਬਹੁਤ ਹੀ ਹੈਗਾ ਆ। ਜਦੋਂ ਅਸੀਂ ਇਲੈਕਸ਼ਨ ਲਈ ਖੜੇ ਸੀਗੇ, ਸਰੀ ਦੇ ਵਿੱਚ ਤਕਰੀਬਨ 7,500 ਸੀਟ ਸ਼ੋਰਟੇਜ ਸੀਗੀ, ਜਿਹੜੇ ਬੱਚੇ ਵੋਟ ਬੂਥ ਵਿੱਚ ਬੈਠੇ ਸੀਗੇ 7,500। ਪਿਛਲੇ 3 ਸਾਲਾਂ ਦੇ ਵਿੱਚ ਅਸੀਂ 18 ਪ੍ਰੋਜੈਕਟ ਜਾਂ ਨਿਊ ਬਿਲਡ ਜਾਂ ਕਹਿੰਦੇ ਹੁੰਦੇ ਆ ਐਕਸਪੈਂਸ਼ਨ ਐਂਡ ਉਹਨਾਂ ਦੇ ਵਿੱਚ ਸਾਈਜ਼ਮਿਕ ਅਪਗ੍ਰੇਡ ਵੀ ਸੀ। 18 ਪ੍ਰੋਜੈਕਟ 3.5 ਸਾਲਾਂ ਦੇ ਵਿੱਚ ਤੇ ਨਾਲੇ 9,000 ਨਿਊ ਸੀਟ। ਪਤਾ ਪੋਰਟੇਬਲਸ ਹਾਲੇ ਵੀ ਹੈਗੇ ਆ, ਕਿਉਂਕਿ ਜਿਹੜਾ ਤੋੜ ਫੋੜ ਇਸ ਸਰਕਾਰ ਲਿਬਰਲ ਸਰਕਾਰ ਨੇ ਟੀਚਰਸ ਦੇ ਨਾਲ ਕੀਤਾ ਸੀਗਾ, ਜਦੋਂ ਉਹ ਸੁਪਰੀਮ ਕੋਰਟ ਕੇਸ ਜਿੱਤ ਗਏ ਤੇ ਜਿਹੜੀ ਕਲਾਸ ਸਾਈਜ਼ ਤੇ ਸਪੋਰਟ ਫॉर ਸਟੂਡੈਂਟ ਇਹਨਾਂ ਨੇ ਪਾੜ ਕੇ ਸਿੱਟ ਦਿੱਤੀ ਸੀ ਤੇ ਨਹੀਂ ਸੀ ਦਿੱਤੀ, ਉਹ ਫਿਰ ਵਾਪਸ ਕੰਟਰੈਕਟ ਵਿੱਚ ਆ ਗਈ ਸੀਗੀ ਕਰਕੇ ਸੁਪਰੀਮ ਕੋਰਟ ਰੂਲਿੰਗ ਸੀਗੀ। ਤੇ ਨਾਲੇ ਆਪਾਂ ਸਾਰਿਆਂ ਨੂੰ ਪਤਾ ਸਰੀ ਦੇ ਵਿੱਚ ਬਹੁਤ ਵਾਧਾ ਵੀ ਹੈਗਾ ਆ। ਪਿਛਲੇ 3 ਸਾਲਾਂ ਦੇ ਵਿੱਚ ਸਰੀ ਦੇ ਨਾਲ ਮਿਲ ਕੇ ਸਿਟੀ ਦੇ ਨਾਲ ਤੇ ਨਾਲੇ ਸਕੂਲ ਬੋਰਡ ਦੇ ਨਾਲ ਮਿਲ ਕੇ ਇੱਕ ਸਪੈਸ਼ਲ ਯੂਨਿਟ ਬਣਾਈ ਗਈ ਆ, ਸੈਂਟਰ ਬਣਾਇਆ ਗਿਆ ਸਰੀ ਦੇ ਵਿੱਚ, ਜਿਹਦੇ ਥਰੂ ਇਹ ਸਾਰੀਆਂ ਪ੍ਰੋਜੈਕਟ ਫਾਸਟ ਟਰੈਕ ਕਰ ਹੋ ਰਹੀਆਂ ਆ। ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ, ਕਰਕੇ ਉਹਨਾਂ ਦੇ ਅਕੋਮੋਡੇਸ਼ਨ ਨਾਲ ਹੀ ਅਸੀਂ ਏਦਾਂ ਸਭ ਕੁਝ ਫਾਸਟ ਟਰੈਕ ਕਰਦੇ ਸੀਗੇ। ਸੋ ਜਦੋਂ ਮੈਂ ਦੇਖਦੀ ਹਾਂ 18 ਪ੍ਰੋਜੈਕਟ 3 ਸਾਲਾਂ ਦੇ ਵਿੱਚ versus the Liberals 1 project, ਇਸ ਕਰਕੇ ਅਸੀਂ ਸਕੂਲ ਦੇ ਵਿੱਚ ਕਾਫੀ ਇਨਵੈਸਟਮੈਂਟ ਕੀਤੀ ਹੈ। ਹੁਣ ਗਾਂ ਜ਼ਮੀਨ ਵੀ ਲਈ ਆ, ਜਿੱਥੇ ਲਿਬਰਲ ਸਰਕਾਰ ਜ਼ਮੀਨਾਂ ਵੇਚ ਕੇ ਗਈ ਸੀਗੀ ਸਸਤੇ ਮੁੱਲ ਤੇ, ਅਸੀਂ ਜ਼ਮੀਨ ਲੈ ਰਹੇ ਹਾਂ। ਸਾਨੂੰ ਪਤਾ ਇੱਥੇ ਹੋਰ ਸਕੂਲਾਂ ਦੀ ਲੋੜ ਹੈਗੀ ਆ ਤੇ ਸਕੂਲ ਬਣਦੇ ਹੀ ਰਹਿਣੇ ਆ। ਅਸੀਂ ਬਹੁਤ ਕੁਝ ਕੀਤਾ ਸਕੂਲ ਬਣਾਉਣ ਦੇ ਵਿੱਚ, 18 ਪ੍ਰੋਜੈਕਟਸ ਕਹਿਣਾ ਸੌਖਾ ਹੈ 3 ਸਾਲਾਂ ਦੇ ਵਿੱਚ, ਪਰ ਹਾਲੇ ਬਹੁਤ ਕੁਝ ਕਰਨ ਵਾਲਾ ਆ। ਇਸ ਕਰਕੇ ਬਹੁਤ ਹੀ ਜ਼ਰੂਰਤ ਹੈਗੀ ਆ ਵੀ NDP ਦੀ ਸਰਕਾਰ ਫੇਰ ਬਣੇ, ਕਿਉਂਕਿ ਆਪਾਂ ਆਪਣੇ ਹੋਰ ਵੀ ਕੰਮ ਜਿਹੜੇ ਹੈਗੇ ਆ ਉਹ ਕਰੀਏ। ਅੱਛਾ ਜੀ 8900 ਜਿਹੜਾ ਤੁਸੀਂ ਕਿਹਾ ਉਹ ਕੀ ਆ? 8900 ਕੀ ਆ? ਨਿਊ ਸੀਟ, ਜਿੱਦਾਂ ਕਹਿੰਦੇ ਨਵੀਆਂ ਜਗ੍ਹਾ ਬੱਚਿਆਂ ਲਈ, ਇੱਕ ਬੱਚਾ ਇੱਕ ਸੀਟ ਤੇ ਬੈਠਦਾ ਹੈ। ਸੋ 9900 ਮਤਲਬ ਜੇ ਤੁਸੀਂ ਸਕੂਲਾਂ ਦੇ ਹਿਸਾਬ ਨਾਲ ਲਾਈਏ, ਜੇ 1000 ਬੱਚਾ ਵੀ ਹੋਵੇ ਇੱਕ ਸਕੂਲ 'ਚ ਤਾਂ ਆਲਮੋਸਟ 9 ਸਕੂਲ, ਇਹ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਪਰ ਐਲੀਮੈਂਟਰੀ ਸਕੂਲ ਵਿੱਚ ਘੱਟ ਹੁੰਦੇ ਆ। ਪਰ ਦੇਖੋ ਤੁਸੀਂ ਮੇਰੇ ਇਲਾਕੇ ਵਿੱਚ ਹੀ ਆ ਜਾਓ, ਸਰੀ ਪਾਨੋਰਾਮਾ ਦੇ ਵਿੱਚ, ਪਾਨੋਰਾਮਾ ਐਲੀਮੈਂਟਰੀ ਜਿਹੜਾ ਸਕੂਲ ਸੀਗਾ ਉਹਨਾਂ ਨੂੰ ਵੀ ਐਕਸਪੈਂਸ਼ਨ, ਉੱਥੇ ਵੀ ਮੈਂ ਰਿਬਨ ਕਟਿੰਗ ਕੀਤੀ। ਹੋਰ ਵੀ ਜਗ੍ਹਾ ਹੈਗੀਆਂ ਆ। ਜੇ ਤੁਸੀਂ ਸੋਲਵਨ ਸੈਕੰਡਰੀ ਸਕੂਲ ਵੱਲ ਦੇਖੋ, ਉੱਥੇ ਤਾਂ ਆਲਮੋਸਟ ਨਵਾਂ ਹਾਈ ਸਕੂਲ ਹੀ ਬਣ ਰਿਹਾ ਆ, ਇੰਨਾ ਵੱਡਾ ਐਕਸਪੈਂਸ਼ਨ ਹੋ ਰਿਹਾ ਆ। ਗ੍ਰੈਂਡ ਵਿਊ ਹਾਈਟਸ ਵਿੱਚ ਦੇਖ ਲਓ, ਨਵੇਂ ਐਲੀਮੈਂਟਰੀ ਸਕੂਲ, ਨਿਊ ਹਾਈ ਸਕੂਲ ਅਸੀਂ ਜ਼ਮੀਨ ਲਈ ਆ ਇਨ ਸਰੀ ਪਾਨੋਰਾਮਾ ਅਗੇਨ ਕਰਕੇ, ਉੱਥੇ ਹੋਰ ਵੀ ਸਕੂਲ ਬਣਾਉਣ ਦੀ ਜ਼ਰੂਰਤ ਆ। ਸੋਲਵਨ ਐਲੀਮੈਂਟਰੀ ਸਕੂਲ ਤੇ ਜਦੋਂ ਤੁਸੀਂ ਹਾਈਵੇ 152 ਤੇ ਡਰਾਈਵ ਕਰਦੇ ਆ, ਤੁਹਾਨੂੰ ਪਤਾ ਲੱਗ ਜਾਂਦਾ ਉੱਥੇ ਵੀ ਬਹੁਤ ਵੱਡਾ ਐਕਸਪੈਂਸ਼ਨ ਹੋ ਰਿਹਾ ਆ। ਇਸ ਕਰਕੇ ਜਦੋਂ ਵੀ ਆਪੋਜੀਸ਼ਨ ਹੁਣ ਕਹਿੰਦਾ ਆ ਵੀ ਸਟੂਡੈਂਟਸ ਪੋਰਟੇਬਲ ਵਿੱਚ ਹੈਗੇ ਆ, ਉਹ ਸਾਰਾ ਪੂਰਾ ਇਨਫੋਰਮੇਸ਼ਨ ਨਹੀਂ ਦਿੰਦੇ। ਜਿੰਨਾ ਕੰਮ ਅਸੀਂ 3 ਸਾਲਾਂ ਵਿੱਚ ਕੀਤਾ ਆ, ਆਈ ਵਿਲ ਟੇਕ ਦੈਟ ਐਨੀ ਡੇ ਓਵਰ ਇਹਨਾਂ ਦੀ ਨਿਗਲੈਕਟ, ਜਿਹੜੀ ਇਹਨਾਂ ਨੇ 16 ਸਾਲ ਲਈ ਸਾਡੇ ਸਰੀ ਦੇ ਵਿੱਚ ਇਨਫਰਾਸਟ੍ਰਕਚਰ ਵਿੱਚ, ਸਕੂਲ ਵਿੱਚ, ਬਾਕੀ ਇਨਫਰਾਸਟ੍ਰਕਚਰ ਵਿੱਚ ਇਨਵੈਸਟਮੈਂਟ ਨਹੀਂ ਕੀਤੀ।
ਵਪਾਰਕ ਸੰਦੇਸ਼ ਲੈ ਲਈਏ ਜੀ, ਆ ਕੇ ਦੁਬਾਰਾ ਫਿਰ ਗੱਲ ਕਰਦੇ ਹਾਂ। ਹੋਲਡ ਕਰਿਓ। ਥੈਂਕ ਯੂ ਜੀ। ਜੀ ਜਿਹੜੀ ਵਿਦਿਆਰਥੀਆਂ ਤੇ ਬਜ਼ੁਰਗਾਂ ਲਈ ਕਿਹੜੀ ਕੋਈ ਤੁਸੀਂ ਜਿਹੜੀ ਖਾਸ ਗੱਲਬਾਤ ਕੀਤੀ ਹੈ ਜਿਹਦੀ ਤੁਸੀਂ ਦੱਸਣਾ ਚਾਹੁੰਦੇ ਹੋ? ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਵੀ ਮੈਂ ਡਾਕਟਰ ਬੌਨੀ ਹੈਨਰੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਸੂਬੇ ਦੇ ਵਿੱਚ ਆ ਜਿਹੜੀ COVID-19 ਪੈਂਡੈਮਿਕ ਸੰਭਾਲੀ ਆ। ਤੇ ਇਸ ਦੇ ਵਿੱਚ ਏਡਰੀਅਨ ਡਿਕਸ ਦਾ ਵੀ ਬਹੁਤ ਵੱਡਾ ਹੱਥ ਆ, ਕਿਉਂਕਿ ਆਪਾਂ ਦੇਖਿਆ ਦੂਸਰੇ ਸੂਬਿਆਂ ਦੇ ਵਿੱਚ ਸੀਨੀਅਰ ਸੈਂਟਰਸ ਦੇ ਵਿੱਚ ਕੀ ਹੋਇਆ ਸੀਗਾ, ਤੇ ਵੀ ਜਿਹੜਾ ਕੰਮ ਏਡਰੀਅਨ ਡਿਕਸ ਨੇ ਪੈਂਡੈਮਿਕ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀਗਾ ਸੁਧਾਰ ਲਿਆਉਣ ਨੂੰ, ਇਨਵੈਸਟਮੈਂਟ ਕਰਨ ਨੂੰ ਸੀਨੀਅਰਸ ਦੇ ਵਿੱਚ, ਉਹਦਾ ਬਹੁਤ ਵੱਡਾ ਫਾਇਦਾ ਨਿਕਲਿਆ ਆਪਾਂ ਨੂੰ ਇਸ ਵਕਤ। ਪਰ ਹਾਲੇ ਬਹੁਤ ਹੀ ਕੰਮ ਕਰਨ ਵਾਲਾ ਆ। ਜਦੋਂ ਸਾਡੀ ਸਰਕਾਰ ਬਣੀ ਸੀਗੀ ਉਦੋਂ ਜਿਹੜੀ ਰਿਪੋਰਟ ਨਿਕਲੀ ਸੀਗੀ, ਕਿਹਾ ਗਿਆ ਸੀਗਾ ਵੀ 90% ਜਿਹੜੇ ਨਰਸਿੰਗ ਹੋਮਸ ਆ ਉਹਨਾਂ ਦੇ ਵਿੱਚ ਪੂਰੀ ਸਟਾਫਿੰਗ ਹੈ ਨਹੀਂ ਸੀਗੀ, ਤੇ ਕਈ ਬਜ਼ੁਰਗ ਸੀਗੇ ਜਿਹੜੇ ਹਫ਼ਤੇ ਤੋਂ ਬਾਅਦ ਇੱਕ ਵਾਰੀ ਬਸ ਜਾ ਸਕਦੇ ਸੀਗੇ, ਤੇ ਉਹਨਾਂ ਦੀ ਹੈਲਥ ਬਹੁਤ ਘੱਟ ਸੀਗੀ। ਤੇ ਇਸ ਪੈਂਡੈਮਿਕ ਦੇ ਵਿੱਚ ਆਪਾਂ ਇੱਕ ਗੱਲ ਸਿੱਖ ਲਈ ਆ ਵੀ ਜਿਹੜੀ ਬਜ਼ੁਰਗਾਂ ਦੀ ਦੇਖਭਾਲ ਆ ਉਹ ਸਾਡਾ ਫਰਜ਼ ਵੀ ਆ, ਤੇ ਨਾਲੋਂ ਨਾਲ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈਗੀ ਆ, ਸਾਨੂੰ ਕਰਨੀ ਚਾਹੀਦੀ ਆ। ਇਸ ਕਰਕੇ ਬਹੁਤ ਬੜੀ ਖੁਸ਼ੀ ਹੋਈ ਜਦੋਂ ਜੌਨ ਹੋਗਨ ਆਪਣੀ ਰਾਈਟਿੰਗ ਵਿੱਚ ਆਏ ਸੀਗੇ ਵੈਨਸਡੇ ਨੂੰ, ਤੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਵੀ $1.4 ਬਿਲੀਅਨ ਟੂ ਇੰਪਰੂਵ ਕੇਅਰ ਫॉर ਸੀਨੀਅਰਸ। $1.4 ਬਿਲੀਅਨ। ਉਹਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਨਰਸਿੰਗ ਹੋਮਸ ਹੈਗੇ ਆ ਉਹਨਾਂ ਦੇ ਵਿੱਚ ਲਾਗੂ ਕਰੇ ਜਾਣਗੇ ਨਿਊ ਰੈਗੂਲੇਸ਼ਨ, ਤੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਸਟਾਫ ਦੀ ਸੈਲਰੀ ਪੈਂਡੈਮਿਕ ਦੇ ਵਿੱਚ ਤਾਂ ਕੀਤੀ ਗਈ ਸੀਗੀ ਕਰਕੇ ਇੰਨੀ ਥੱਲੇ ਕੀਤੀ ਗਈ ਸੀ ਪਿਛਲੇ ਕਈ ਸਾਲਾਂ ਦੇ ਵਿੱਚ। ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਕਰਾਉਣਾ ਚਾਹੁੰਦੀ ਹਾਂ, BC ਲਿਬਰਲ ਗਵਰਨਮੈਂਟ ਵਿੱਚ ਸੀਗੇ, ਤੇ ਨਾਲੇ ਜਿਹੜਾ ਮੇਰਾ ਅਪੋਨੈਂਟ ਹੈਗਾ ਡਾਕਟਰ ਗੁਰਦਾਰ ਚੀਮਾ ਇੱਥੇ ਸਰੀ ਪੈਨੋਰਾਮਾ ਦੇ ਵਿੱਚ, ਉਹ ਵੀ ਉਸ ਵਕਤ ਗਵਰਨਮੈਂਟ ਵਿੱਚ ਸੀਗੇ ਜਦੋਂ ਇਹਨਾਂ ਨੇ ਹੈਲਥ ਕੇਅਰ ਵਰਕਰਸ ਤੇ ਇੰਨਾ ਵੱਡਾ ਵਾਰ ਕੀਤਾ ਸੀਗਾ ਤੇ ਕੰਟਰੈਕਟਿੰਗ ਆਊਟ ਕਰ ਦਿੱਤੀ ਸੀਗੀ। ਤੇ ਜਿਹੜੀਆਂ ਲੇਡੀਜ਼ ਜਿਹੜੇ ਕੰਮ ਕਰਨ ਵਾਲੇ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਆ, ਉਹਨਾਂ ਨੂੰ ਇੱਕ ਦਿਨ ਤੁਸੀਂ ਸਮਝ ਲਓ ਵੀ ਉਹਨਾਂ ਦੇ $18 ਤੋਂ $24 ਤੱਕ ਸੈਲਰੀ ਸੀਗੀ, ਤੇ ਥੋੜੇ ਕੁ ਦਿਨਾਂ ਦੇ ਵਿੱਚ ਉਹ $8 ਤੇ $9 ਤੱਕ ਚਲ ਗਈ ਸੀਗੀ। ਤੇ ਪਰ ਪਿਛਲੇ ਕਈ ਸਾਲਾਂ ਦੇ ਵਿੱਚ ਸੁਧਾਰ ਤਾਂ ਆ ਗਿਆ ਉਹਨਾਂ ਦਾ ਥੋੜਾ। ਤੇ ਏਡਰੀਅਨ ਡਿਕਸ ਨੇ ਜਦੋਂ ਸਾਡੀ ਸਰਕਾਰ ਬਣੀ ਸੀ, ਜਿਹੜਾ ਬਿੱਲ 29 ਸੀਗਾ ਉਹਨੂੰ ਰੱਦ ਕਰ ਦਿੱਤਾ ਸੀਗਾ ਵੀ ਜਦੋਂ ਕੰਟਰੈਕਟ ਬਦਲੂਗੀ ਉਦੋਂ ਇਹ ਨਹੀਂ ਵੀ ਜਿਹੜਾ ਨਵਾਂ ਕੰਟਰੈਕਟਰ ਆਵੇ ਉਹ ਫਿਰ ਵੇਜ ਐਨ ਥੱਲੇ ਲੈ ਜਾਵੇ ਜਿਹੜੀ ਉਹਦੇ ਦਿਨਾਂ ਵਿੱਚ ਮਿਨੀਮਮ ਵੇਜ ਹੁੰਦੀ ਸੀਗੀ। ਪਰ ਹੁਣ ਵੀ ਆਪਾਂ ਨੂੰ ਪਤਾ ਲੱਗਾ ਪੈਂਡੈਮਿਕ ਵਿੱਚ ਵੀ ਉਹ ਵਰਕਰਸ ਤੇ ਬਾਕੀ ਸਾਰੇ ਵਰਕਰਸ ਜਿਹੜੇ ਫਰੰਟਲਾਈਨ ਵਰਕਰਸ ਸੀਗੇ ਉਹ ਕਿੰਨੇ ਐਸੈਂਸ਼ੀਅਲਸ ਹੈਗੇ ਆ, ਇਸ ਕਰਕੇ ਉਹਨਾਂ ਦੀ ਵੇਜਸ ਇਨਕਰੀਜ਼ ਕੀਤੀਆਂ ਗਈਆਂ ਸੀਗੀਆਂ। ਤੇ ਜੌਨ ਹੋਗਨ ਦੀ ਕਮਿਟਮੈਂਟ ਹੈਗੀ ਆ ਵੀ ਉਹ ਜਦੋਂ ਪੈਂਡੈਮਿਕ ਖਤਮ ਹੋ ਜਾਊਗੀ ਉਹ ਪਿੱਛੇ ਨੂੰ ਨਹੀਂ ਜਾਣਗੀਆਂ, ਉੱਥੇ ਸੁਧਾਰ ਲਿਆਇਆ ਜਾਏਗਾ। ਇੱਕ ਸਵਾਲ ਜ਼ਮੀਨ ਦੇ ਬਾਰੇ ਮੈਂ ਫੇਰ ਤੁਹਾਨੂੰ ਕਰਨਾ ਚਾਹੁੰਦਾ। ਕਿਸੇ ਦਾ ਸਵਾਲ ਆਇਆ, ਉਹ ਕਹਿੰਦੇ ਵੀ ਜ਼ਮੀਨ ਦੀ ਜਿਹੜੀ ਇਨਫੋਰਮੇਸ਼ਨ ਬਾਈ ਉਹ ਲੈਂਡ ਟਾਈਟਲ ਆਫਿਸ ਦੇ ਵਿੱਚ ਓਨਰਸ਼ਿਪ ਕਿਹਦੀ ਹੈ, ਉਹ ਉਸ ਦਾ ਰੇਟ ਕਾ ਹੈ, ਉਹ ਕਿਹਦੇ ਭਾਜੀ, ਉਹਨੂੰ ਕਲੀਅਰ ਕਰੋ। ਉਹ ਹੈਗੀ ਆ ਗਵਰਨਮੈਂਟ ਲੈਂਡ। ਓਕੇ, ਵਿਦ ਗਵਰਨਮੈਂਟ। ਓਕੇ, ਸੋ ਇਹ ਆਨਸਰ ਹੈ ਤੁਹਾਡਾ? ਹਾਂਜੀ, ਇਟਸ ਇਨ ਦ ਗਵਰਨਮੈਂਟ ਹੈਂਡ। ਤੇ ਗਵਰਨਮੈਂਟ ਦੀ ਮਸ਼ੀਨ, ਗਵਰਨਮੈਂਟ ਦੀ ਜ਼ਮੀਨ ਕਰਕੇ ਮੇਰੀ ਮਿਨਿਸਟਰੀ ਸੀਗੀ ਸਿਟੀਜ਼ਨ ਸਰਵਿਸਿਜ਼ ਵਿੱਚ। ਗਵਰਨਮੈਂਟ ਲੈਂਡ ਡਿਫਰੈਂਟ ਮਿਨਿਸਟਰੀ ਵਿੱਚ ਹੁੰਦਾ ਆ, ਬਟ ਉਹਦੀ ਓਵਰਸਾਈਟ ਸਾਰੀ ਹੁੰਦੀ ਆ ਸਿਟੀਜ਼ਨ ਸਰਵਿਸਿਜ਼ ਵਿੱਚ। ਬਟ ਆਲ ਆਫ ਦ ਲੈਂਡ ਬਿਲੋਂਗਸ ਟੂ ਗਵਰਨਮੈਂਟ। ਬੇਸ਼ੱਕ ਦੀ ਐਜੂਕੇਸ਼ਨ ਮਿਨਿਸਟਰੀ ਵਿੱਚ ਪਿਆ ਆ, ਬੇਸ਼ੱਕ ਦੀ ਹੈਲਥ ਵਿੱਚ ਪਿਆ ਆ, ਬੇਸ਼ੱਕ ਦੀ ਟਰਾਂਸਪੋਰਟੇਸ਼ਨ ਵਿੱਚ ਪਿਆ ਆ, ਜਿਹੜੀ ਮਿਨਿਸਟਰੀ ਐਜੂਕੇਸ਼ਨ ਵਿੱਚ ਪਿਆ, ਜਿੱਥੇ ਮਰਜ਼ੀ ਵੀ ਹੋਵੇ, ਇਟਸ ਗਵਰਨਮੈਂਟ ਲੈਂਡ। ਓਕੇ, ਅੱਛਾ ਜੀ, ਇੱਕ ਹੋਰ ਸਵਾਲ, ਜਿਹੜਾ LMIA ਦੇ ਵਿੱਚ ਜਿਹੜੇ ਬੰਦੇ ਆ ਰਹੇ ਨੇ, ਜਿਹੜਾ ਉਹਨਾਂ ਦਾ ਸ਼ੋਸ਼ਣ ਹੁੰਦਾ 40-40 ਹਜ਼ਾਰ, 50-50 ਹਜ਼ਾਰ, ਅੱਜ CBSA ਨੇ ਚਾਰਜਸ ਲਾਏ ਨੇ। ਸਰੀ ਦੀ ਇੱਕ ਏਸ਼ੀਆ ਇਮੀਗ੍ਰੇਸ਼ਨ ਦੇ ਰੁਪਿੰਦਰ ਸਿੰਘ, ਰੌਨ ਬਾਟ ਤੇ ਨਵਦੀਪ ਬਾਟ ਤੇ 69 ਚਾਰਜਸ। ਸੋ ਜਦ ਆਪਾਂ ਨੂੰ ਪਤਾ ਹੈ, ਤੁਸੀਂ MLA ਰਹੇ ਹੋ, ਪੰਜਾਬੀ MLA ਨੂੰ ਸਭ ਪਤਾ ਕਿ ਲੋਕਲ ਕੰਸਲਟੈਂਟ ਕੀ ਕਰ ਰਹੇ ਨੇ। ਸੋ ਇਹਨਾਂ ਨੂੰ ਫਿਰ ਕਦ ਰੋਕਿਆ ਜਾਊਗਾ, ਕਿੰਨਾ ਸਮਾਂ ਲੱਗੂਗਾ ਕਿ ਇਸ ਨੂੰ
ट्रांसपेरेंट किया जाए। 50-50 40-40 हज़ार डॉलर इन्वॉल्व ने, लोग मर रहे ने, सुइसाइड हो रही है, लोग मनो रोगी हो रहे ने, सरकार काहदे ते जिहड़ा एक्शन करेगी? ਜਦੋਂ ਮੈਂ ਫੈਡਰਲ ਐਮਪੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਵੀ ਕੰਸਲਟੈਂਟਸ ਹੈਗੇ ਆ ਉਹਨਾਂ ਦੇ ਉੱਪਰ ਕਾਫੀ ਜਿੱਦਾਂ ਕਹਿੰਦੇ ਹੁੰਦੇ ਵੀ ਇਨਵੈਸਟੀਗੇਸ਼ਨ ਹੋ ਰਹੇ ਸੀਗੇ ਤੇ ਉਹਨਾਂ ਦੇ ਉੱਪਰ ਉਹਨਾਂ ਦਾ ਇੱਕ ਆਰਗੇਨਾਈਜੇਸ਼ਨ ਵੀ ਹੈਗਾ ਆ। ਇਹ ਸਾਰੇ ਆਉਂਦੇ ਆ ਅੰਡਰ ਦ ਫੈਡਰਲ ਗਵਰਨਮੈਂਟ ਤੇ ਸਾਨੂੰ ਜਦੋਂ ਵੀ ਪਤਾ ਲੱਗਦਾ ਆ ਵੀ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਆ ਬਾਜੀ ਵੇਲੇ ਲੋਕ ਬਹੁਤ ਦੁਖੀ ਹੋ ਕੇ ਸਾਡੇ ਕੋਲ ਆ ਜਾਂਦੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਗਾਂ ਵੀ ਕਹੀਦਾ ਵੀ ਆ ਸਾਨੂੰ ਲਿਖ ਕੇ ਗਾ ਸਾਨੂੰ ਕੰਪਲੇਂਟ ਦੇਵੋ ਉਦੋਂ ਲੋਕ ਡਰ ਜਾਂਦੇ ਆ। ਬੇਸ਼ੱਕ ਵੀ ਉਹਨਾਂ ਨੂੰ ਕਹੀਏ ਵੀ ਤੁਹਾਡੀ ਯੂ ਵਿਲ ਬੀ ਪ੍ਰੋਟੈਕਟਡ, ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਦੋਂ ਵੀ ਕੋਈ ਗਲਤ ਕੰਮ ਹੋਵੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਉਹਦੇ ਤੇ ਲਾਈਟ ਸ਼ਾਈਨ ਕਰੀਏ ਤੇ ਉਹ ਗਲਤ ਕੰਮ ਖਤਮ ਕਰੀਏ। ਇਹ ਸਾਡੇ ਮੁਲਕ ਦੇ ਵਿੱਚ ਆਉਣ ਲਈ ਬਹੁਤ ਸਾਰੇ ਤਰੀਕੇ ਹੈਗੇ ਆ ਜਿਹੜੇ ਲੀਗਲ ਵੀ ਹੈਗੇ ਆ ਤੇ ਜਿਹੜੇ ਵਿੱਚ ਪੈ ਕੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਮਿਲਣੀ ਚਾਹੀਦੀ ਆ ਕਿਉਂਕਿ ਬਾਕੀ ਸਾਰੇ ਵੀ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਸਬਕ ਮਿਲੇ। ਤੇ ਹੋਰ ਕੁਝ ਅਖੀਰ ਦੇ ਵਿੱਚ ਐਡ ਕਰਨਾ ਚਾਹੋ ਜੀ ਕੋਈ ਗੱਲਬਾਤ? ਨੋ, ਮੈਨੂੰ ਬਹੁਤ ਖੁਸ਼ੀ ਹੈਗੀ ਆ ਵੀ ਸਾਡੇ ਸਰੀ ਦੇ ਵਿੱਚ ਹਸਪਤਾਲ ਬਣਨਾ ਆ, ਜ਼ਮੀਨ ਹੈਗੀ ਆ, ਜ਼ਮੀਨ ਵੀ ਸਰਕਾਰ ਦੇ ਹੱਥ ਵਿੱਚ ਆ ਤੇ ਹੁਣ ਆਰਕੀਟੈਕਟ ਵੀ ਆਪਣਾ ਕੰਮ ਕਰ ਰਿਹਾ ਆ, ਉਹ ਵੀ ਪੂਰਾ ਹੋ ਜਾਣਾ ਆ ਤੇ ਫਿਰ ਬਿਡਿੰਗ ਹੋਊਗੀ ਤਾਂ ਫਿਰ ਕੰਮ ਸ਼ੁਰੂ ਹੋ ਜਾਊਗਾ। ਧੰਨਵਾਦ ਜੀ। ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤੁਹਾਡਾ ਕਾਂਟੈਕਟ? ਹਾਂਜੀ, 7788623707। ਜਿਨੀ ਸਿੰਘ ਜੀ ਧੰਨਵਾਦ ਤੁਹਾਡੇ ਸਮੇਂ। ਪੈਨੋਰਾਮਾ ਤੋਂ ਐਨਡੀਪੀ ਦੇ ਉਮੀਦਵਾਰ ਜਿਨੀ ਸਿੰਘ ਗੱਲਬਾਤ ਕਰ ਰਹੇ ਸੀ। ਇਹਨਾਂ ਨੇ ਆਪ ਕਾਲ ਇਨ ਕੀਤਾ ਤੇ ਕਹਿੰਦੇ ਮੈਂ ਗੱਲਬਾਤ ਕਰਨੀ ਹੈ। ਡਾਕਟਰ ਚੀਮਾ ਜਾਂ ਉਹਨਾਂ ਦਾ ਕੋਈ ਸਪੋਰਟਰ ਸੁਣਦਾ ਹੋਵੇ ਉਹਨਾਂ ਨੂੰ ਵੀ ਬੇਨਤੀ ਆ ਫੋਨ ਕਰਕੇ ਆਪਣੀ ਸਾਈਡ ਦੱਸ ਸਕਦੇ। ਤੇ ਕੱਲ ਨੂੰ ਇਹ ਨਹੀਂ ਗੱਲ ਹੋਣੀ ਚਾਹੀਦੀ ਵੀ ਪੱਖਪਾਤ ਵਾਲੀ ਨਹੀਂ, ਆਪਣਾ ਆਪਣਾ ਸੁਨੇਹਾ ਤੁਸੀਂ ਦੇ ਸਕਦੇ ਹੋ ਕਿਉਂਕਿ ਪੇਡ ਇੰਟਰਵਿਊ ਨਹੀਂ ਹੈ, ਇਹ ਸਮਾਂ ਦਿੱਤਾ ਗਿਆ ਤਾਂ ਡਾਕਟਰ ਚੀਮਾ ਵੀ ਸਮਾਂ ਲੈ ਸਕਦੇ ਨੇ। ਜੋ ਸੁਣਦੇ ਨੇ ਉਹ ਫੋਨ ਕਰ ਸਕਦੇ ਨੇ ਜਾਂ ਕੋਈ ਉਹਨਾਂ ਦਾ ਸਪੋਰਟਰ ਸੁਣਦਾ ਉਹਨਾਂ ਨੂੰ ਕਹੋ ਫੋਨ ਕਰਨੇ 144 247 1550। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਰੀਅਲ ਫਾਇਰ ਪਲੇਸ ਵਾਲੇ 604 593 5393 realfireplace.ca। ਤੁਸੀਂ ਕੋਈ ਵੀ ਪ੍ਰਾਪਰਟੀ ਡਿਵੈਲਪ ਕਰ ਰਹੇ ਹੋ, ਟਾਊਨ ਹਾਊਸ ਕੌਂਡੋ ਤੁਹਾਡਾ ਬਣ ਰਹੇ ਨੇ, ਕੋਈ ਘਰ ਬਣ ਰਿਹਾ ਰੈਨੋਵੇਸ਼ਨ ਕਰ ਰਹੇ ਹੋ ਤਾਂ 604 593 5393 ਤੇ ਫਾਇਰ ਪਲੇਸ ਲੈ ਸਕਦੇ ਹੋ। ਗੈਸ ਵਾਲੀਆਂ ਤੇ ਇਲੈਕਟ੍ਰਿਕ ਤੇ ਨਾਲ ਹੀ ਘਰ ਜਦ ਬਣ ਗਿਆ ਮਸਾਜ ਚੇਅਰ ਆਰਾਮ ਕਰਨ ਲਈ ਤੇ ਪੂਲ ਟੇਬਲ ਤੇ ਬਾਹਰ ਵਾਲੀ ਜਿਹੜੀ ਰਸੋਈ ਆ ਬਾਹਰਲੀ 604 593 5393 ਉਹਦੇ ਚ ਬਾਰਬੀਕਿਊ ਤੋਂ ਲੈ ਕੇ ਤੰਦੂਰ ਤੱਕ ਆਊਟਡੋਰ ਬਰਨਰ ਜਿਹੜੇ ਕੁੱਕਟੌਪ ਆ ਉਹ ਲਾ ਸਕਦੇ ਨੇ। 604 593 5393 ਸਟੀਲ ਏਜ ਕੰਸਟਰਕਸ਼ਨ 604 418 1515। ਰਾਜਦੀਪ ਸਿੰਘ ਤੁਸੀਂ ਕੋਈ ਵੀ ਪ੍ਰੋਜੈਕਟ ਕਰ ਰਹੇ ਹੋ ਜਿੱਥੇ ਸਟੀਲ ਸਟੱਡ ਫਰੇਮਿੰਗ ਹੈ ਉਹਦੇ ਲਈ ਰਾਜਦੀਪ ਸਿੰਘ ਬਹੁਤ ਐਕਸਪਰਟ ਨੇ। ਕੋਈ ਤੁਸੀਂ ਬਿਲਡਿੰਗ ਬਣਾ ਰਹੇ ਹੋ ਜਿਹਦੇ ਵਿੱਚ ਡਾਕਟਰਸ ਆਫਿਸ ਬਣਾ ਰਹੇ ਹੋ ਤੇ ਜਾਂ ਕੋਈ ਰੈਸਟੋਰੈਂਟ ਬਣਾ ਰਹੇ ਹੋ ਜਿੱਥੇ ਸਟੀਲ ਸਟੱਡ ਫਰੇਮਿੰਗ ਹੈ 604 418 1515 ਸਟੀਲ ਏਜ ਕੰਸਟਰਕਸ਼ਨ। ਰਾਜਦੀਪ ਸਿੰਘ ਉਹਨਾਂ ਕੋਲ ਬਹੁਤ ਤਜਰਬਾ ਤੇ ਆਪ ਡਿਜ਼ਾਈਨ ਕਰਕੇ ਦੇ ਦਿੰਦੇ ਨੇ। ਤੁਹਾਡਾ ਕੰਮ ਸ਼ੁਰੂ ਕਰਕੇ ਨਵੇੜਨ ਤੱਕ ਸਭ ਕੁਝ ਚਾਬੀਆਂ ਤੁਹਾਡੇ ਹੱਥ 'ਚ ਫੜਾਉਂਦੇ 604 418 1515 ਸਟੀਲ ਏਜ ਕੰਸਟਰਕਸ਼ਨ। ਟੌਪ ਲਾਈਨ ਫਲੋਰਿੰਗ 2 ਦਫ਼ਤਰ 12950 80 ਐਵਨਿਊ ਮਤਲਬ ਸਟੋਰ 604 590 5990 ਸਰੀ ਦੇ ਵਿੱਚ। ਦੂਸਰਾ ਐਬਸਪੋਰਟ 31108 ਪੀਡਨਵਿਲ ਡਰਾਈਵ 604 744 8181। ਕਾਰਪੈਟ ਜਿਹੜਾ ਪਾਉਂਦੇ ਨੇ, ਲਾਈਨੋ ਪਾਉਂਦੇ ਨੇ, ਲੈਮੀਨੇਟ ਪਾਉਂਦੇ ਨੇ, ਰੀਅਲ ਵੁੱਡ ਪਾਉਂਦੇ ਨੇ, ਹਾਰਡਵੁੱਡ ਪਾਉਂਦੇ ਨੇ, ਇੰਸਟਾਲਰ ਇਹਨਾਂ ਦੇ ਕੋਲ ਨੇ। ਟੌਪ ਲਾਈਨ ਫਲੋਰਿੰਗ 604 590 5990 604 744 8181। ਹੈਰੀ ਟੂਰ 604 619 2000 ਹੈਰੀ ਟੂਰ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਮਾਰਗੇਜ ਲੈਣੀ ਹੈ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਮਾਰਗੇਜ 604 619 2000 ਹੈਰੀ ਟੂਰ 604 619 2000 ਹੈਰੀ ਟੂਰ। ਡੈਨ ਸਿੱਧੂ 403 560 6300 ਨੰਬਰ ਹੈ ਡੈਨ ਸਿੱਧੂ ਦਾ 4035606300। ਡੈਨ ਸਿੱਧੂ 25 ਵਰ੍ਹਿਆਂ ਦਾ ਤਜਰਬਾ ਸਿੱਧੂ ਸਾਹਿਬ ਨੂੰ
ਅਲਬਰਟਾ ਦੇ ਵਿੱਚ ਰੀਅਲ ਐਸਟੇਟ ਖਰੀਦਣੀ ਵੇਚਣੀ ਹੋਵੇ, ਮੈਨੇਜ ਕਰਨੀ ਹੋਵੇ, ਪੈਸਾ ਟੁੱਕਰ ਦਾ ਕੋਈ ਔਖਾ ਹੋਵੇ, ਤਜਰਬਾ ਬਹੁਤ ਆ ਸਿੱਧੂ ਸਾਹਿਬ ਨੂੰ। ਡੈਨ ਸਿੱਧੂ ਲੋਕ ਸੱਤ ਵੀ ਸਜਾਉਂਦੇ ਆ 12 ਐਤਵਾਰ ਨੂੰ, 7 ਦਿਨ ਲੋਕ ਸੱਤ ਚੱਲਦੇ ਆ ਤੁਹਾਡੇ ਲਈ, 2 ਦਿਨ ਬਾਈ ਜੀ ਸੁਣਾਉਂਦੇ ਆ। 43560 ਡੈਨ ਸਿੱਧੂ ਕੈਲਗਰੀ 4035606300 43560 4 0 3 5 0 0 0 ਵਪਾਰਕ ਸੰਦੇਸ਼ਾਂ ਦਾ ਆਉਣਾ ਬਾਤ ਅੱਗੇ ਚੱਲਦੇ ਆ ਜੀ। ਉਦੋਂ ਪਹਿਲਾਂ ਇੱਕ ਕਾਲਰ ਗੱਲਬਾਤ ਕਰਨੀ ਚਾਹੁੰਦੇ ਸਰ ਤਲਵੀਰ ਸਿੰਘ ਜੀ, ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ। ਓਕੇ, ਪਹਿਲੀ ਗੱਲ ਤਾਂ ਚਲੋ ਇਹ ਨਹੀਂ ਵੀ ਮੈਨੂੰ ਪਤਾ ਤੁਸੀਂ ਆਲਵੇਜ਼ ਨਿਰਪੱਖ ਹੀ ਰਹਿੰਦੇ ਹੁੰਦੇ ਆ, ਚਾਹੇ ਰਿਗਾਰਡਲੈਸ ਚਲੋ ਤੁਹਾਡੀ ਜਿਹੜੀ ਵੀ ਪਾਰਟੀ ਹੈਗੀ ਆ ਜਾਂ ਜੋ ਵੀ ਆ। ਪਰ ਇੱਕ ਗੱਲ ਮੈਂ ਸਰ ਤੁਸੀਂ ਦੇਖੋ, ਜਿਹੜੀ ਤੁਸੀਂ ਵੀ ਮੈਨੂੰ ਲੱਗ ਰਿਹਾ ਇਸ ਗੱਲ ਤੋਂ ਸੈਟੀਸਫਾਈ ਨਹੀਂ ਹੋਏ ਜਾਂ ਜੀਨੀ ਸਿਮ ਉਹਨਾਂ ਦਾ ਆਨਸਰ ਸੀਗਾ ਉਹਦੀ ਲੈਂਡ ਟਾਈਟਲ ਵਾਲੇ ਦੇ ਚੱਕਰ ਵਿੱਚ ਰਾਈਟ। ਤੁਸੀਂ ਆਪ ਗਿੱਲ ਸਾਹਿਬ ਅੰਡਰਸਟੈਂਡ ਕਰਦੇ ਹੋ, ਚਲੋ ਨੈਵਰ ਮਾਈਂਡ ਤੁਸੀਂ ਲੈਂਡ ਟਾਈਟਲ ਆਫਿਸ ਜਾਂਦੇ ਆ ਜਾਂ ਨਹੀਂ ਜਾਂਦੇ। ਜਿੱਦਾਂ ਉਹ ਕਹਿੰਦੇ ਆ ਵੀ ਕਰਾਊਨ ਲੈਂਡ, ਗਵਰਨਮੈਂਟ ਲੈਂਡ ਮੀਨਸ ਕਰਾਊਨ ਲੈਂਡ ਹੁੰਦੀ। ਜੇ ਉਹ ਕਰਾਊਨ ਲੈਂਡ ਹੀ ਹੈਗੀ ਆ ਤਾਂ ਫਿਰ ਤਾਂ ਆਹ ਮਸਲਾ ਉੱਠਣਾ ਨਹੀਂ ਸੀਗਾ ਜੀ। ਜੇ ਉਹ ਉੱਥੇ ਉਹਨਾਂ ਦੇ ਲੈਂਡ ਟਾਈਟਲ ਆਫਿਸ ਦੇ ਵਿੱਚ ਲਿਖਿਆ ਵੀ ਉਹਨਾਂ ਦੀ ਯੂਨੀਵਰਸਿਟੀ ਵਾਲਿਆਂ ਦੀ ਇਹ ਲੈਂਡ ਵਾ, ਤੇ ਇਹ ਕਿੱਦਾਂ ਇਹ ਇਸ ਚੀਜ਼ ਨੂੰ ਡਿਨਾਈ ਕਰਦੇ, ਕਿਉਂ ਝੂਠ ਬੋਲਦੇ ਆ? ਦੱਸਦੇ ਹੁਣ ਪ੍ਰੋਪਰਲੀ ਵੀ ਨਹੀਂ ਆਹ ਗੱਲ ਹੈਗੀ ਆ, ਜਾਂ ਸਾਡੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ, ਜਾਂ ਉਹਨਾਂ ਕੋਲ ਅਸੀਂ ਲੈਂਡ ਲੈ ਲੈਣੀ ਆ। ਇਹ ਗੱਲ ਜੀ ਸਮਝ ਨਹੀਂ ਆ ਰਹੀ, ਹਜਮ ਨਹੀਂ ਹੋ ਰਹੀ। ਇਹ ਗੱਲ ਠੀਕ ਨਹੀਂ ਹੈ ਜੋ ਕੁਛ ਦੱਸ ਰਹੇ ਆ। ਸਭ ਤੋਂ ਪਹਿਲਾਂ ਤੁਸੀਂ ਆਹ ਸਿਟੀ ਵਾਲੀ ਕਾਸਮੋਸ ਦੇ ਵਿੱਚ ਚੱਲ ਜਾਓ, ਉੱਥੇ ਜਿਹੜੀ ਵੀ ਲੈਂਡ ਹੁੰਦੀ ਤੁਸੀਂ ਉਹਨੂੰ ਕਲਿੱਕ ਕਰਦੇ, ਉੱਥੇ ਲਿਖਿਆ ਹੁੰਦਾ ਜੀ ਓਨ ਬਾਈ ਪ੍ਰਾਈਵੇਟ ਪਰਸਨ ਜਾਂ ਓਨ ਬਾਈ ਸਿਟੀ, ਉਹ ਸਾਰਾ ਕੁਝ ਲਿਖਿਆ ਹੁੰਦਾ। ਹਾਂ, ਜੇ ਅਸੀਂ ਕਹਿੰਦੇ ਬਈ ਲੋਕੀ ਇੱਥੋਂ ਹੀ ਚੈੱਕ ਕਰਕੇ ਇਹਨਾਂ ਤੇ ਐਲੀਗੇਸ਼ਨ ਲਾਈ ਜਾਂਦੇ ਲੈਂਡ ਟਾਈਟਲ, ਅਸੀਂ ਇਹ ਵੀ ਕਹਿ ਸਕਦੇ ਚਲੋ ਇਨ ਬਿਟਵੀਨ ਇਹਨਾਂ ਲੈਂਡ ਟਾਈਟਲ ਆਫਿਸ ਦੇ ਵਿੱਚ ਚੇਂਜ ਵੀ ਕਰ ਲਈ ਉਹ ਓਨਰਸ਼ਿਪ, ਪਰ ਉੱਥੇ ਤਾਂ ਹੋਈ ਨਹੀਂ। ਜੇ ਹੋਈ ਹੈਗੀ ਤਾਂ ਉਹਨੂੰ ਫਿਰ ਡਿਨਾਈ ਕਦੇ ਨਹੀਂ ਕਰ ਰਹੇ, ਇਦਾਂ ਕਦੇ ਕਹੀ ਜਾਂਦੇ ਵੀ ਇਹ ਗਵਰਨਮੈਂਟ ਲੈਂਡ ਵਾ। ਬੇਵਕੂਫ ਕਿਉਂ ਬਣਾਉਂਦੇ ਆ? ਮੈਨੂੰ ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ। ਪਲੱਸ ਇਹ ਜੇ ਕੋਈ ਬਿਜ਼ਨਸ ਪਲਾਨ ਹੁੰਦੀ ਨਾ ਜੀ, ਗਿੱਲ ਸਾਹਿਬ ਤੁਸੀਂ ਆਪ ਹੀ ਅੰਡਰਸਟੈਂਡ ਕਰਦੇ ਆ, ਤੇ ਜਦੋਂ ਇਹਨਾਂ ਨੇ ਇਲੈਕਸ਼ਨ ਕਾਲ ਕਰਨੀ ਸੀ, ਇਹਨਾਂ ਨੂੰ ਪਤਾ ਵੀ ਇਸ ਬੇਸ ਦੇ ਉੱਪਰ, ਇਸ ਡਿਸੀਜਨ ਦੇ ਉੱਪਰ ਇਹਨਾਂ 7-8 ਸੀਟਾਂ ਆ ਜੀ, ਜਿਹਦੇ ਕਰਕੇ ਹਰ ਵੀ ਸਕਦੇ, ਜਿੱਤ ਵੀ ਸਕਦੇ ਆ। ਇਹਨਾਂ ਕੋਲ ਸਾਰਾ ਕੁਝ ਅਪ ਫਰੰਟ ਹੁੰਦਾ ਨਾ ਜੀ, ਕਲੀਅਰ ਹੁੰਦੇ, ਇਹਨਾਂ ਕੋਲ ਬਿਜ਼ਨਸ ਪਲਾਨ ਹੁੰਦੀ। ਇਹਨਾਂ ਨੇ ਮਿੰਟ ਨਹੀਂ ਸੀ ਲੈਣਾ ਅਨਾਉਂਸ ਕਰਨ ਨੂੰ, ਉੱਥੇ ਫੱਟੇ ਕਰ ਦੇਣੇ ਸੀ ਜਾ ਕੇ। ਹਾਂ, ਅਨਾਉਂਸਮੈਂਟਾਂ ਉਦਾਂ ਜ਼ਰੂਰ ਹੋ ਗਈਆਂ, ਪਰ ਉਹ ਲੈਂਡ ਹਾਲੇ ਇਹਨਾਂ ਦੀ ਟੈਕਨੀਕਲੀ ਹੈ ਨਹੀਂ ਜੀ। ਇਹਨੂੰ ਪ੍ਰੋਪਰਲੀ ਪਲੀਜ਼ ਇਹਨਾਂ ਨੂੰ ਕਲੈਰੀਫਾਈ ਕਰਨ, ਜਾਂ ਨੈਕਸਟ ਟਾਈਮ ਜਿਹੜੇ ਕੋਈ ਵੀ ਇਦਾਂ ਦੇ ਬੰਦੇ ਆਉਂਦੇ ਨਾ ਜੀ, ਇਹਨਾਂ ਤੋਂ ਪਲੀਜ਼, ਜਿੱਦਾਂ ਤੁਸੀਂ ਆਮ ਕਹਿੰਦੇ ਹੋ ਤੁਸੀਂ ਪੇਡ ਸੈਗਮੈਂਟ ਕਰਕੇ ਰਾਜੀ ਨਹੀਂ, ਤੁਸੀਂ ਕਰਦੇ ਨਹੀਂ, ਤੁਸੀਂ ਆਪ ਹੀ ਕਹਿੰਦੇ ਹੁੰਦੇ ਆ। ਇਹਨਾਂ ਨੂੰ ਓਪਨ ਲਾਈਨ ਦੇ ਵਿੱਚ ਲੋਕਾਂ ਨੂੰ ਇਹਨਾਂ ਨੂੰ ਕੁਐਸਚਨ ਪੁੱਛ ਲੈਣ ਦਿਓ। ਤੇ ਚਲੋ ਲੋਕਾਂ ਦਾ ਕੀ ਪੁੱਛਣਾ, ਤੁਸੀਂ ਵੀ ਪੁੱਛਣਾ, ਤੁਹਾਨੂੰ ਵੀ ਉਹ ਤੁਹਾਨੂੰ ਕਾਫੀ ਚਿਰ ਸਾਇਲੈਂਟ ਰਹਿਣਾ ਪਿਆ ਉਸ ਗੱਲ ਲਈ, ਚੁੱਪ ਕੇ ਤੁਸੀਂ ਕਹਿੰਦੇ ਜੀ ਇਹ ਤੁਹਾਡਾ ਜਵਾਬ ਆ, ਉਹ ਕੋਈ ਜਵਾਬ ਹੈ ਨਹੀਂ ਸੀ। ਬਸ ਮੈਂ ਇਹੀ ਕਹਿਣਾ ਸੀ। ਥੈਂਕ ਯੂ। ਨਾ ਮੈਂ ਸਰ ਜੀ ਮੈਂ ਬਿਲਕੁਲ ਕਰੂੰਗਾ। ਮੈਂ ਇਸ ਇਲੈਕਸ਼ਨ ਲਈ ਮੇਰਾ 11 ਵਰੇ ਮੈਂ ਲਾਏ ਨੇ, ਮੈਂ ਜਾਂ ਕੁਛ ਨਹੀਂ ਕੁਛ ਕਰਨਾ ਚਾਹੁੰਦਾ ਜਿਹਦੇ ਲਈ ਮੇਰੀ ਜਗ੍ਹਾ ਨੂੰ ਕੋਈ ਫਰਕ ਪਵੇ। ਤਾਂ ਹੀ ਮੈਂ ਹਾਕ ਮਾਰੀ ਜਦੇ ਵੀ ਜੇ ਕੋਈ ਡਾਕਟਰ ਚੀਮੇ ਦੇ ਬੰਦੇ ਸੁਣਦੇ ਆ, ਨੈਕਸਟ ਟਾਈਮ ਮੈਂ ਲਾਈਨਾਂ ਖੋਲੂੰਗਾ। ਜਿਹੜਾ ਵੀ ਕੋਈ ਆਏ, ਜੇ ਪੇਡ ਸੈਗਮੈਂਟ ਨਹੀਂ, ਮੈਂ ਸਾਰਿਆਂ ਨੂੰ ਕੋਈ ਆਵੇ ਕਹਾਂਗੇ ਭਾਈ ਸਵਾਲ ਕਰ ਲਓ। ਇਸ ਤਰ੍ਹਾਂ ਹੀ ਕਰਾਂਗੇ ਆਪਾਂ। ਦੇਖੋ ਇੱਕ ਸ਼ਬਦ ਹੈ ਬੈਨੀਫਿਟ ਆਫ ਡਾਊਟ, ਉਹਦੇ ਤੇ ਚੱਲ ਕੇ ਮੈਂ ਇਹਦੇ ਤੇ ਕੁਝ ਕਲੀਅਰ ਕਰਨਾ ਚਾਹੁੰਦਾ। ਜੇ ਦੋਨੇ ਪਾਰਟੀਆਂ ਦੀ ਸਟੈਂਡਿੰਗ ਆਪਾਂ ਕਰੀ, ਇੱਕ ਪਾਰਟੀ ਹੈ ਜਿਹਨੇ ਜ਼ਮੀਨ 1990 ਚ ਲਈ, ਤੇ ਦੂਜੇ 25 ਵਰਿਆਂ ਦੇ ਵਿੱਚ ਆ ਕੇ ਜ਼ਮੀਨ ਸਾਡੀ ਹਸਪਤਾਲ ਦੀ ਲਈ ਹੋਈ ਵੇਚ ਕੇ, ਜਿਹਦੇ ਤੇ ਗੋਲਡਨ ਕੈਂਪਲ ਨੇ ਡਗ ਮਕਲਮ ਦੇ ਸਾਹਮਣੇ ਬੇਲਚੇ ਫੜ ਕੇ, ਉੱਥੇ ਸ਼ਵਲ ਫੜ ਕੇ ਫੋਟੋਆਂ ਖਿਚਾਈਆਂ ਸਿਰ ਤੇ ਲੋਹ ਟੋਪ ਲੈ ਕੇ। ਗੋਲਡਨ ਕੈਂਪਲ ਨੇ ਉੱਥੇ ਖੜ ਕੇ ਫੋਟੋ ਖਿਚਾਇਆ, ਸਰੀ ਦਾ ਦੂਜਾ ਹਸਪਤਾਲ। ਉਹਦੇ ਬਾਅਦ 2014 ਚ ਜਿਹੜੇ ਹੁਣ ਮੁੱਖ ਮੰਤਰੀ ਦੀ ਚੋਣ ਬਣਨਾ ਚਾਹੁੰਦੇ ਨੇ ਵਿਲਕਿਨਸਨ, ਤੇ ਉਹ ਵਿਲਕਿਨਸਨ ਹੈ ਅਸਲ, ਹੌਲੀ ਇਹਨੂੰ ਵਿਲਕਿਨਸਨ ਨਹੀਂ ਹੈ, ਵਿਲਕਿਨਸਨ। ਉਹ ਜ਼ਮੀਨ ਵੇਚ ਗਏ, ਉਹ ਆਪਣੇ ਸਾਹਮਣੇ। ਉਹਦੇ ਬਾਅਦ NDP ਨੇ ਇਹ ਗੱਲ ਅਨਾਉਂਸ ਕੀਤੀ ਵੀ ਅਸੀਂ ਹਸਪਤਾਲ ਬਣਾ ਰਹੇ। ਜਿਹੜਾ ਸਭ ਤੋਂ ਵੱਡਾ ਸਾਡਾ ਸਰੀ ਦਾ ਸਵਾਲ ਹੈ, ਤੇ ਸਭ ਤੋਂ ਸਰੀ ਦੀ ਵੱਡੀ ਡਿਮਾਂਡ ਹੈ, ਤੇ ਸਰੀ ਦੇ MLA ਨੂੰ ਅਸੀਂ ਮੁੜ ਕੇ ਕਹਿ ਕਰਾਇਆ। ਆਫ ਦੀ ਰੈਕਡ
ਮੈਂ ਜਗਰੂਪ ਸਿੰਘ ਬਰਾੜ ਨੂੰ, ਜਿੰਨੀ ਸਿੰਧ ਨੂੰ ਇੱਕ ਇਕੱਠ 'ਚ ਕਿਤੇ ਅਸੀਂ ਇਕੱਠੇ ਹੋਏ ਸੀ, ਮੈਂ ਓਪਨਲੀ ਪੁੱਛਿਆ ਵੀ ਮੈਨੂੰ ਸਮਝਾਓ ਸਟੇਟਸ ਕੀ ਹੈ। ਇਹੀ ਗੱਲ ਉਹਨਾਂ ਨੇ ਕਹੀ ਵੀ ਕਨਸੈਪਟ ਪਲਾਨ ਸਾਡਾ ਬਣ ਗਿਆ। ਕਨਸੈਪਟ ਪਲਾਨ ਪਹਿਲਾਂ ਇਹ ਆ ਵੀ ਅਸੀਂ ਕ੍ਰੀਏਟ ਕਰਦੇ ਹਾਂ ਕੀ ਹੋਣਾ ਚਾਹੀਦਾ, ਕਿੰਨੇ ਬੈੱਡ ਚਾਹੀਦੇ ਨੇ, ਕਿੰਨੇ ਕੈਂਸਰ ਕੇਅਰ ਚਾਹੀਦਾ ਹੈ, ਕਿੰਨੇ ਇਹਦੇ 'ਚ ਕਿਹੜੀਆਂ ਫੈਸਿਲਿਟੀਜ਼ ਨੇ, ਕਿੱਡੀ ਇਹ ਬਣਨਾ ਚਾਹੀਦਾ, ਉਹ ਹੋਣਾ ਚਾਹੀਦਾ। ਉਹਦੇ ਬਾਅਦ ਨੈਕਸਟ ਜਿਹੜਾ ਹੁੰਦਾ ਉਹ ਇਹ ਹੁੰਦਾ ਵੀ ਬਿਜ਼ਨਸ ਪਲਾਨ ਜਿਹੜਾ ਉਹ ਕਹਿ ਰਹੇ ਨੇ ਬਣ ਰਿਹਾ। ਬਿਜ਼ਨਸ ਪਲਾਨ ਤੋਂ ਬਾਅਦ ਬਿਡਿੰਗ ਹੋਣੀ ਹੈ। ਬਿਜ਼ਨਸ ਪਲਾਨ ਤੇ ਉਹਨਾਂ ਨੇ ਕ੍ਰੀਏਟ ਕਰ ਲੈਣਾ ਵੀ ਸਾਡਾ ਇਹ ਤੇ 2 ਬਿਲੀਅਨ ਲੱਗਦਾ, 3 ਬਿਲੀਅਨ ਲੱਗਦਾ, ਪਰ ਉਹ ਬਾਹਰ ਨਹੀਂ ਦੱਸਦੇ ਕਰ। ਹਾਂ, ਕੈਪੀਟਲ ਫੰਡਿੰਗ ਦੇ ਵਿੱਚ ਉਹ ਕਹਿੰਦੇ ਸਾਡੇ ਕੋਲ ਮਨੀ ਇਨਫ ਪਈ ਹੈ, 10 ਸਾਲ ਦਾ ਪ੍ਰੋਜੈਕਟ ਹੁੰਦਾ, ਕੋਈ ਸਰਕਾਰ ਸ਼ੁਰੂ ਕਰਦੀ ਹੈ। ਇਹਨਾਂ ਨੇ ਜੇ ਕਹੋ ਵੀ NDP ਨੇ ਕੀਤਾ ਕੈਪੀਟਲ ਫੰਡਿੰਗ, ਨੋ, ਕੈਪੀਟਲ ਫੰਡਿੰਗ ਲਿਬਰਲ ਵੱਲੋਂ ਵੀ ਚੱਲਦੀ ਆਈ ਹੈ। ਉਹ ਕੈਪੀਟਲ ਫੰਡਿੰਗ ਪਈ ਹੈ, ਉਹਨਾਂ ਨੇ ਆਪਣੇ ਪ੍ਰੋਜੈਕਟ ਕੀਤੇ, ਇਹਨਾਂ ਨੇ ਆਪਣੇ ਪ੍ਰੋਜੈਕਟ ਕੀਤੇ। ਹੁਣ ਉਹਦੇ ਤੇ ਫਿਰ ਹੋਣੀ ਆ ਬਿਡਿੰਗ, ਕਨਸੈਪਟ ਪਲਾਨ, ਬਿਜ਼ਨਸ ਪਲਾਨ ਤੋਂ ਬਾਅਦ ਇਹਨਾਂ ਨੇ ਆਪ ਉਹਦਾ ਅਪਰੋਕਸੀਮੇਟ ਕਾਸਟ ਵੇਖਣੀ ਆ, ਫਿਰ ਬਿਡ ਕਰਵਾਉਣੀ। ਉਹਦੇ 'ਚ 5-4 ਕੰਟਰੈਕਟਰ ਨੇ, ਉਹ 1.5 ਬਿਲੀਅਨ ਦੀ ਕਰਦੇ, 2 ਬਿਲੀਅਨ ਦੀ ਕਰਦੇ, ਫਿਰ ਅਵਾਰਡ ਹੋ, ਫਿਰ ਕੰਸਟਰਕਸ਼ਨ ਹੋ। ਅਗਲੀ ਟਰਮ ਦੇ ਵਿੱਚ 4 ਵਰ੍ਹਿਆਂ ਵਿੱਚ, ਕਿਉਂਕਿ ਸਾਲ ਸ਼ੁਰੂ ਹੋਣ ਨੂੰ ਲੱਗੂਗਾ ਬਿਡਿੰਗ ਦੇ ਪ੍ਰੋਸੈਸ ਤੋਂ, ਸਾਰਾ ਕੁਝ ਤੋਂ, ਜਿਹੜੀ ਵੀ ਸਰਕਾਰ ਬਣਦੀ ਹੈ 1 ਸਾਲ ਘੱਟੋ ਘੱਟ 2021 ਦੇ ਵਿੱਚ ਲਾਸਟ ਆਹ ਮਹੀਨਾ ਜੇ ਸ਼ੁਰੂ ਹੋ ਜਾਵੇ ਬਹੁਤ ਵੱਡੀ ਗੱਲ ਆ। ਯੈਸ, 22 ਤੇ 23 ਚ ਬਣੂਗਾ, ਉਹ ਬਣਨਾ ਚਾਹੀਦਾ 4 ਵਰ੍ਹਿਆਂ ਚ। ਹੁਣ ਅਸੀਂ ਤਾਂ ਐਵੈਲੂਏਟ ਕਰ ਸਕਦੇ ਹਾਂ ਵੀ ਕਿਹੜੀ ਪਾਰਟੀ ਨੇ ਕੀ ਕੀਤਾ। ਇੱਕ ਪਾਰਟੀ ਨੇ ਖਰੀਦੀ ਹੋਈ ਜ਼ਮੀਨ ਵੇਚਤੀ, ਜਿਹਦੇ ਵਿੱਚ ਆਪਣੇ ਬੰਦਿਆਂ ਨੂੰ ਵੇਚੀ, ਆਪਣੇ ਕੰਟਰੀਬਿਊਟਰ ਨੂੰ ਵੇਚੀ ਤੇ ਸਸਤੀ ਵੇਚੀ। ਬਰਕ ਮਾਊਂਟੇਨ ਦੇ 14 ਪਾਰਸਲ ਕੋਕਿਟਲਮ ਦੇ ਵਿੱਚ NDP ਆਪਣੇ ਲਿਬਰਲ ਨੇ ਵੇਚਤੇ ਅਸੈਸਡ ਵੈਲਿਊ ਦੇ ਥੱਲੇ। ਕੈਂਪੀ ਤੇ 70 ਤੇ ਜਿਹੜੀ ਪ੍ਰਾਪਰਟੀ 25-28 ਕਿੱਲੇ ਨੇ, ਉਹ ਮੈਂ ਡਿਟੇਲ ਦਊਂ ਤੁਹਾਨੂੰ ਕੱਢ ਕੇ, ਜਿਹੜੀ ਵੱਡੀ ਕੰਸਟਰਕਸ਼ਨ ਕੰਪਨੀ ਨੂੰ ਆਉਂਦੀ ਨੂੰ ਸ਼ਾਇਦ ਵੇਚੀ, ਜਿਨ੍ਹਾਂ ਨੇ ਖਰੀਦ ਕੇ ਜ਼ਮੀਨ ਪ੍ਰਾਪਰਟੀ ਬਣਾ ਕੇ ਡਿਵੈਲਪ ਕਰਕੇ ਘਰ ਬਣਾ ਕੇ ਵੇਚ ਕੇ ਸਰਕਾਰ ਨੂੰ ਕਹਿ ਦਿੰਦੇ ਨੇ। ਇਸ ਤਰ੍ਹਾਂ ਹੀ ਆਹ ਸਰੀ ਵਾਲੀ ਦਾ ਹੋਇਆ ਹੈ। ਬਿਲਡਰ ਨੇ ਜ਼ਮੀਨ ਲੈ ਕੇ ਘਰ ਬਣਾ ਕੇ ਵੇਚ ਕੇ ਫਿਰ ਸਰਕਾਰ ਨੂੰ ਕਹਿ ਦੇਣਾ। ਇਸ ਤਰ੍ਹਾਂ ਹੀ ਕਰਾਉਣ ਲੈਂਡ, ਕਿਸੇ ਨੇ ਜ਼ਮੀਨ ਦੇ ਵਿੱਚੋਂ ਪੱਥਰ ਕੱਢਣ ਲਈ ਲੈ ਲਈ, ਕਿਸੇ ਨੇ ਮਿਸ਼ਨ 'ਚ ਲੈ ਲਈ, ਕਿਸੇ ਨੇ ਮੇਪਰ ਵਿੱਚ ਲੈ ਲਈ, ਕਿਸੇ ਨੇ ਬਲਕਾਰਾ ਦੇ ਵਿੱਚ ਉੱਪਰ ਲੈ ਲਈ, ਘਰ ਬਣ ਰਹੇ ਨੇ। ਆਪਣੇ ਬੰਦਿਆਂ ਨੇ ਵੀ ਲਈਆਂ ਨੇ ਜ਼ਮੀਨਾਂ। ਮੇਰੇ ਕਹਿਣ ਦਾ ਮਤਲਬ ਇਹ ਹੈ, ਹਾਂ ਇਹ ਗੱਲ ਬਲਵੀਰ ਉਹਨਾਂ ਦੀ ਕਲੀਅਰ ਹੈ ਕਿ ਲੈਂਡ ਟਾਈਟਲ ਆਫਿਸ ਦੇ ਵਿੱਚ ਕਰਾਊਨ ਲੈਂਡ ਜਿਹੜੀ ਉਹਦੇ ਨਾਂ ਤੇ ਜਾਈਦੀ ਹੈ, ਜੇ KPU ਦੇ ਥੱਲੇ ਆ ਤਾਂ ਜ਼ਮੀਨ, ਇਹਦਾ ਮਤਲਬ ਹਲੇ ਕੁਆਂਟਮ ਪੋਲੀਟੈਕਨਿਕ ਯੂਨੀਵਰਸਿਟੀ ਦੇ ਨਾਂ ਹੈ, ਜੇ KPU ਦੀ ਹੈ। ਇਹੀ ਚੀਜ਼ ਹੈ ਕਿ ਵੀ ਨਾਂ ਕਿਹਦੇ ਆ, ਉਹਦੀ ਮਲਕੀਅਤ। ਸੋ ਇਹ ਗੱਲ ਦੀ ਕਲੈਰਿਟੀ NDP ਨੂੰ ਕਰਨੀ ਪੈਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਇਸ ਗੱਲ ਨੂੰ ਕਲੀਅਰ ਕਰਨ ਵੀ ਇਹ ਗੱਲ ਸੱਚੀ ਹੈ, ਇਹ ਗੱਲ ਝੂਠੀ ਹੈ, ਇਹ ਬੋਗਸ ਹੈ। ਇਹ ਤਾਂ ਪੇਪਰ ਵਰਕ ਦਿਖਾ ਕੇ ਪਤਾ ਲੱਗ ਸਕਦਾ ਵੀ ਆ ਦੇਖੋ ਲੈਂਡ ਟਾਈਟਲ ਆਫਿਸ ਦੇ ਉੱਪਰ ਕਰਾਊਨ ਲੈਂਡ ਹੈ। ਕਰਾਊਨ ਲੈਂਡ ਮਤਲਬ ਅਸੀਂ ਗਵਰਨਮੈਂਟ ਆਨ ਕਰਦੀ ਹੈ, ਗਵਰਨਮੈਂਟ ਮੀਨਸ BC ਦੇ ਲੋਕ ਆਨ ਕਰਦੇ। ਜਗਪਾਲ ਸਿੰਘ ਜੀ, ਲਾਈਨ ਨੰਬਰ 2। ਲਾਈਨ ਨੰਬਰ 2 ਪ੍ਰਭਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਮੈਂ ਅਕਸਰ ਇਹੋ ਗੱਲਾਂ ਸੁਣਦਾ ਰਹਿਣਾ ਤੇ ਜਿਹੜੇ ਹੁਣ ਗੱਲ ਦੇਖਣ ਵਾਲੀ ਆ ਕਿ ਪਹਿਲਾਂ ਜਿਹੜੀ ਹਸਪਤਾਲ ਲਈ ਜਿਹੜੀ ਜ਼ਮੀਨ ਲਈ ਸੀ ਉਹ ਵੇਚੀ ਗਏ ਨੇ, ਤੇ ਜੇ ਕੱਲ ਨੂੰ ਉਹ ਆਉਂਦੇ ਆ ਤੇ ਉਹ ਜਿਹੜੀ ਆ ਜੇ ਪਹਿਲੀ ਜ਼ਮੀਨ ਵੇਚ ਸਕਦੇ ਆ ਤਾਂ ਉਹਦਾ ਕੀ ਕਰ ਸਕਦੇ ਆ। ਜਾਣੀ ਇਹ ਗੱਲ ਇੱਕ ਮਨ 'ਚ ਆਉਂਦੀ ਹੈਗੀ ਆ। ਤੇ ਦੂਸਰੇ ਪਾਸੇ ਹੈਗਾ ਆ ਵੀ ਕਿਆ ਸਰਕਾਰ ਜਿਹੜੀ ਵਾਅਦਾ ਕਰ ਰਹੀ ਆ ਤੇ ਉਹ ਤੇ ਐਕਟ ਕਰ ਰਹੀ ਆ, ਸਟੈਪ ਬਾਈ ਸਟੈਪ ਚੱਲ ਰਹੀ ਹੈਗੀ ਆ। ਇਹ ਜੇ ਜਿੱਦਾਂ ਹੁਣ ਤੁਸੀਂ ਦੱਸਿਆ ਹੀ ਆ ਵੀ ਬਹੁਤ ਸਾਰੇ ਆ ਹਾਲੇ ਗੱਲਾਂ ਜਿਹੜੇ ਸਟੈਪਸ ਆ ਅਧੂਰੇ ਹੈਗੇ ਆ, ਉਹ ਹੋਣ ਵਾਲੇ ਆ, ਪਰ ਜਾਣੀ ਕਿ ਉਹਨੇ ਉਧਰ ਨੂੰ ਸਟੈਪ ਫਾਰਵਰਡ ਕੀਤਾ ਹੈਗਾ ਆ। ਐਟ ਲੀਸਟ ਉਹਨੇ ਇਨੀਸ਼ੀਏਟਿਵ ਲਿਆ ਹੈਗਾ ਆ। ਇੱਕ ਪਾਸੇ ਤਾਂ ਜਿਹੜਾ ਲੋਕਾਂ ਦੀ ਸਹੂਲਤ ਲਈ ਜਿਹੜਾ ਆ ਕੀਤਾ ਜਾ ਰਿਹਾ, ਦੂਸਰੇ ਪਾਸੇ ਆ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਸਰਕਾਰ ਦਾ ਬਜਟ ਬਹੁਤ ਵਧੀਆ ਚਲਾ ਰਹੇ ਹਾਂ, ਭਾਵੇਂ ਦੀ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਚਾਹੇ ਨਹੀਂ ਮਿਲਦੀਆਂ। ਜਿੱਦਾਂ ਜਿਹੜੀਆਂ ਦੂਜੀਆਂ ਕਰਾਊਨ ਕਾਰਪੋਰੇਸ਼ਨ ਹੈਗੀਆਂ, ਉਹਨਾਂ ਚੋਂ ਪੈਸੇ ਕੱਢ ਕੇ ਜੇ ਉੱਥੇ ਕਿਤੇ ਇੱਧਰ ਉੱਧਰ ਵੱਧ ਗਏ, ਉਹ ਚੁੱਕ ਕੇ ਲਿਆ ਕੇ ਜਿਹੜਾ ਬਜਟ ਦੇ ਵਿੱਚ ਪਾ ਕੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਆ ਵੀ ਤੁਹਾਡੇ ਸਿਰ ਕਰਜ਼ਾ ਨਹੀਂ ਹੈਗਾ, ਭਾਵੇਂ ਦੀ ਮੁੜ ਕੇ ਤੁਹਾਨੂੰ
ਉਹ ਇੰਸ਼ੋਰੈਂਸ ਦੇ ਨਾਂ ਤੇ ਉਹ ਟੈਕਸ ਕਰਦੇ ਹਨ। ਅੱਜ ਉਹ ਦੂਜਾ ਕਿ ਨਾ PST ਦਾ ਕਹਿੰਦੇ ਵੀ ਅਸੀਂ ਤੁਹਾਨੂੰ ਨਹੀਂ ਟੈਕਸ ਲਾਉਣਾ ਹੈਗਾ, ਅਸੀਂ ਉਹ ਹਟਾ ਦੇਵਾਂਗੇ। ਪਰ ਸੋਚਣ ਵਾਲੀ ਗੱਲ ਹੈ ਵੀ ਉਹ PST ਦਾ ਟੈਕਸ ਠੀਕ ਹੈ, ਮੈਂ ਵੀ ਨਹੀਂ ਟੈਕਸ ਦੇ ਬੜਾ ਹੱਕ 'ਚ ਹੈਗਾ, ਪਰ ਦੂਸਰੇ ਪਾਸੇ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਸਾਨੂੰ ਸਰਕਾਰਾਂ ਦੀਆਂ ਸਹੂਲਤਾਂ ਮਿਲਣ ਤੇ ਸਹੂਲਤਾਂ ਦਾ ਉੱਥੋਂ ਜਿਹੜਾ ਆ ਲੋਕਾਂ ਤੋਂ ਟੈਕਸ ਇਕੱਠਾ ਹੋ ਕੇ ਸਰਕਾਰ ਕੋਲ ਗਿਆ ਪੈਸਾ ਆ ਉਹਦੇ ਸਹਾਰੇ ਜਿਹੜੀਆਂ ਸਰਕਾਰਾਂ ਨੇ ਸਹੂਲਤਾਂ ਦੇਣੀਆਂ ਆ। ਤੋ ਉਹ ਜੇ ਉਹ PST ਕਰ ਦੋਗੇ ਤਾਂ ਫਿਰ ਟੈਕਸ ਕਿਤੇ ਨਾ ਕਿਤੇ ਕੋਈ ਹੋਰ ਢੰਗ ਲੱਭੂਗੇ, ਜਾਂ ਫਿਰ ਇਹੋ ਜਿਹੜੀ ਹਸਪੀਟਲ ਵਾਲੀ ਆ ਜ਼ਮੀਨ ਵੇਚ ਲਓਗੇ, ਹੋਰ ਜਿਹੜੀਆਂ ਕਰਾਊਨ ਕਾਰਪੋਰੇਸ਼ਨ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਜਾਂ ਐਸੈਟਸ ਹੈਗੇ ਉਹ ਵੇਚ ਕੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਕੇ ਲੋਕਾਂ ਨੂੰ ਦੇ ਕੇ ਤਾਂ ਉਧਰੋਂ ਪੈਸਾ ਇਕੱਠਾ ਕਰੂਗੇ। ਜਿੱਦਾਂ ਵੀ ਜਿਹੜੀ ਸਾਨੂੰ ਸਹੂਲਤ ਮਿਲਣੀ ਆ ਉਹਦੇ ਪੈਸਾ ਤਾਂ ਕਿਤੇ ਨਾ ਕਿਤੇ ਆਉਣਾ ਹੀ ਆ। ਜਿਹੜਾ ਗਵਰਨਮੈਂਟ ਦਾ ਜਿਹੜਾ ਘਾਟੇ ਦਾ ਬਜਟ ਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਉਹ ਦੇਣਾ ਐਟ ਦਾ ਐਂਡ ਆਫ ਦਾ ਡੇ ਟੈਕਸ ਪੇਅਰ ਨੂੰ ਹੀ ਪੈਣਾ। ਪਰ ਕੀ ਉਹਦੇ ਵਿੱਚ ਬੈਲੈਂਸ ਸਰਕਾਰ ਰੱਖਦੀ ਕਿ ਨਹੀਂ ਰੱਖਦੀ ਵੀ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਵੀ ਦਿੱਤੀਆਂ ਜਾਣ ਤੇ ਹੌਲੀ ਹੌਲੀ ਜਿਹੜਾ ਆਪਣਾ ਡੈਟ ਜਿਹੜਾ ਮੈਨੇਜਮੈਂਟ ਵੀ ਕੀਤੀ ਜਾਵੇ। ਜਿਹੜੀ ਸਰਕਾਰ ਵਧੀਆ ਡੈਟ ਮੈਨੇਜਮੈਂਟ ਕਰਦਿਆਂ ਹੋਇਆ ਨਾਲ ਨਾਲ ਲੋਕਾਂ ਦੀਆਂ ਸਹੂਲਤਾਂ ਦਾ ਵੀ ਖਿਆਲ ਰੱਖਦੀ, ਉਹੀ ਸਰਕਾਰ ਵਧੀਆ ਹੋ ਸਕਦੀ ਹੈ। ਇਹ 'ਚ ਹੁਣ ਵੋਟਰਾਂ ਨੇ ਦੇਖਣਾ ਆ ਕਿ ਕਿਹੜੀ ਸਰਕਾਰ ਜਿਹੜੀ ਆ ਉਹ ਜਿਹੜੇ ਲੋਕਾਂ ਦੀਆਂ ਸਹੂਲਤਾਂ ਵੀ ਦਿੰਦੀ ਆ, ਜਿਹੜੇ ਕਾਮਿਆਂ ਨੂੰ ਥੋੜਾ ਬਹੁਤਾ ਪੈਸੇ ਵੀ ਦਿੰਦੀ, ਜੌਬ ਕ੍ਰੀਏਟ ਵੀ ਕਰਦੀ ਆ ਤੇ ਉਹਦੇ ਨਾਲ ਨਾਲ ਜਿਹੜਾ ਆ ਜਿਹੜੇ ਸਰਕਾਰੀ ਜਿਹੜੇ ਅਦਾਰੇ ਆ ਉਹ ਵੀ ਚਲਾਉਂਦੇ ਹੈਗੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ ਲਾਈਨ ਨੰਬਰ 3। ਸਰਦਾਰ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੈਂ ਕਾਫੀ ਲੰਬੇ ਸਮੇਂ ਬਾਅਦ ਤੁਹਾਡੇ ਟਾਕ ਸ਼ੋਅ ਦੇ ਵਿੱਚ ਗੱਲ ਕਰ ਰਿਹਾ। ਚਲੋ ਐਨੀਵੇ ਬਟ ਮੈਂ ਜਿੰਮੀ ਸਿੰਘ ਦੀ ਜਿੰਨੀ ਕੁ ਗੱਲ ਸੁਣੀ ਹੈ ਹੁਣ ਗਿੱਲ ਸਾਹਿਬ ਉਹ ਕਹਿ ਰਹੇ ਸੀ ਕਿ ਸਾਨੂੰ ਬਜ਼ੁਰਗਾਂ ਦੀ ਸੇਵਾ ਕਰਕੇ ਬੜੀ ਖੁਸ਼ੀ ਮਹਿਸੂਸ ਹੋਈ ਹੈ। ਪਹਿਲੀ ਗੱਲ ਤਾਂ ਹੈ ਕਿ ਕੀ ਲੋੜ ਸੀ ਜੌਨ ਹਾਰਗਨ ਨੂੰ ਇਸ ਟਾਈਮ ਜਦੋਂ ਕਿ ਇੰਨਾ ਵੱਡਾ ਸਮਾਂ ਜਿਵੇਂ ਦਾ ਚੱਲ ਰਿਹਾ COVID-19 ਦਾ, ਕਿ ਹੁਣੇ ਹੀ ਇਲੈਕਸ਼ਨ ਕਰਾਉਣੀ ਕਿਉਂ ਜ਼ਰੂਰੀ ਹੋ ਗਈ? ਇਸ ਗੱਲ ਤੋਂ ਆਪਾਂ ਸਮਝੀਏ। ਪਹਿਲੀ ਗੱਲ ਤਾਂ ਹੈ ਜੀ। ਸੈਕੰਡ, ਮੈਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਹੁਣ ਜਿਹੜੇ ਬੰਦੇ ਜਿੰਮੀ ਸਿਮਜ ਵਾਸਤੇ ਕਿਸੇ ਸਮੇਂ ਵੋਟਾਂ ਮੰਗਦੇ ਸੀ, ਅੰਦਰ ਖਾਤੇ ਜਾਏ ਮੰਗਦੇ ਸੀ, ਚਾਹੇ ਓਪਨਲੀ ਮੰਗੀਆਂ ਜਿਵੇਂ ਮਰਜੀ, ਅੱਜ ਉਹੀ ਬੰਦੇ ਉਸੇ ਪਾਰਟੀ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਜਦੋਂ ਕਿਤੇ ਵਧੀਆ ਵੀ ਕਰ ਰਹੇ ਸੀ। ਸੇਮ ਥਿੰਗ ਮਤਲਬ ਤੁਹਾਡੀ ਇਲੈਕਸ਼ਨ ਵੇਲੇ ਵੀ ਹੋਇਆ, ਹਾਲਾਂਕਿ ਮੈਂ ਤੁਹਾਨੂੰ ਵੋਟ ਨਹੀਂ ਪਾਈ ਗਿੱਲ ਸਾਹਿਬ, ਮੈਂ ਸਾਰਿਆਂ ਤੁਹਾਨੂੰ ਕਿਹਾ ਸੀ। ਭਾਈ ਜੀ ਸੌਰੀ ਲਾਈਨ ਤੁਹਾਡੀ ਕੱਟੀ ਗਈ। ਸੁਖਦੇਵ ਸਿੰਘ ਜੀ ਲਾਈਨ ਨੰਬਰ 3। ਸਰ ਸੁਖਦੇਵ ਸਿੰਘ ਜੀ ਲਾਈਨ ਨੰਬਰ 3। ਸੌਰੀ ਮੈਂ ਭਾਈ ਜੀ ਥੈਂਕ ਯੂ ਉਹ ਕਹਿ ਕੇ ਮੈਂ ਉਹਨਾਂ ਸ਼ਾਇਦ ਲਾਈਨ ਕਰਤੀ। ਪਲੀਜ਼ ਕਾਲ ਇਨ ਅਗੇ। ਮੈਂ ਤਾਂ ਥੈਂਕ ਯੂ ਕਹਿ ਰਿਹਾ ਸੀ ਵੀ ਜੇ ਨਹੀਂ ਵੀ ਪਾਈ ਵੋਟ ਕੋਈ ਗੱਲ ਨਹੀਂ, ਉਹ ਕਹਿ ਰਿਹਾ ਸੀ ਪਲੀਜ਼ ਕਾਲ ਕਰਿਓ ਦੁਬਾਰਾ। ਸੁਖਦੇਵ ਸਿੰਘ ਜੀ ਕਾਲ ਕਰ ਲਿਓ। ਸਰ ਸੁਖਪਾਲ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਸਾਰੇ ਲੱਗੇ ਰਹੇ, ਅੱਗੇ ਵੀ ਇੰਨਾ ਚਿਰ ਹੋ ਹਟਿਆ ਸਾਰਾ ਕੁਝ, ਇਹ ਤਾਂ ਇੱਦਾਂ ਹੀ ਰਹਿਣੇ ਆ ਚਾਹੇ ਜਿਹੜੀ ਮਰਜ਼ੀ ਬਦਲ ਲਿਓ ਪਾਰਟੀ। ਇਹ ਸਾਰੇ ਵਾਅਦੇ ਕਰਦੇ ਆ ਤੁਹਾਡੇ ਨਾਲ, ਸਾਰਾ ਕੁਝ ਕਰੀ ਜਾਂਦੇ, ਜਦੋਂ ਵੋਟਾਂ ਮਿਲ ਜਾਂਦੀਆਂ ਫਿਰ ਆਪਣੇ ਘਰ-ਬਾਰ ਬਣਾ ਜਾਂਦੇ, ਸਾਰੇ ਆਪਣਾ ਫਾਇਦਾ ਚੱਕ ਲੈਂਦੇ ਆ। ਜਿੰਨੇ ਕੁ ਮੋਹਰੇ ਚੌਧਰੀ ਆ ਇਹ ਰੌਲਾ ਰੱਪਾ ਪਾ ਲੈਂਦੇ, ਜਦੋਂ ਅੰਦਰੋਂ ਗਤੀ ਫਿਰ ਇਹਨਾਂ ਨੂੰ ਮਿਲ ਜਾਂਦਾ ਗੱਫਾ, ਫਿਰ ਚੁੱਪ ਕਰਕੇ ਬਹਿ ਜਾਂਦੇ ਫਿਰ ਦੂਜੀ ਪਾਰਟੀ ਨਾਲ। ਸੋ ਸਾਰਾ ਕੁਝ ਇਹੋ ਕੁਝ ਤੇ ਚੱਲ ਰਿਹਾ। ਜਿੰਨੀ ਦੇਰ ਮੈਂ ਤਾਂ ਕਹਿੰਦਾ ਇਹ ਸਾਰੇ ਹੀ ਜਿਹੜੇ ਪੰਜਾਬੀ ਆ ਇਹਨਾਂ ਨੂੰ ਬਾਹਰ ਕਰ ਦੇਣ, ਇੱਦਾਂ ਦਾ ਕੈਨੇਡਾ ਸੀਗਾ ਮੁੜ ਕੇ ਬਣ ਜਾਊਗਾ। ਨਹੀਂ ਤਾਂ ਕਾਂਗਰਸ ਅਕਾਲੀਆਂ ਵਾਲਾ ਜੋ ਉੱਥੇ ਸਿਲਸਿਲਾ ਉਹ ਇੱਥੇ ਸ਼ੁਰੂ ਕਰ ਲਿਆ ਤੇ ਆਪਣੇ ਇਹ ਨਹੀਂ ਕੋਈ 2 ਸਾਲਾਂ ਦਾ ਆਇਆ, ਕੋਈ ਸਾਲ ਦਾ ਆਇਆ। ਜਿਹੜੀ ਕਰਪਸ਼ਨ ਆ ਉਹ ਕਿੰਨ ਖਤਮ ਕਰਨੀ ਹੈ? ਇਹ ਨਹੀਂ ਜਿਹੜੇ ਕਾਂਟਰੈਕਟ ਠੇਕੇ ਦੇਈ ਜਾਂਦੇ ਸਾਰੇ ਪਾਸੇ। ਜ਼ਮੀਨ ਕੱਲੀ ਉਹ ਹਸਪੀਟਲ ਦੀ ਖਾ ਗਈ, ਬਾਕੀ ਨਹੀਂ ਦੇਖਦੀ ਬਈ ਘਰਾਂ ਦਾ ਕੀ ਕੁਝ ਕਰ ਦਿੱਤਾ। ਇੱਕ ਜਿੱਥੇ ਲਾਟ ਤੇ ਘਰ ਬਣਦਾ ਹੁੰਦਾ ਸੀਗਾ ਉੱਥੇ ਉਹ ਕਿਹੜਾ ਆ ਕੇ ਜੀ ਡੱਗ ਬਣ ਗਿਆ ਜੀ, ਉਹ ਐ ਕਰ ਦੇਣਾ ਜੀ, ਉਹਨੂੰ ਜੇ ਕਰ ਦੇਣਾ, ਉਹ 3 ਘਰ ਬਣਨ ਲੱਗ ਗਿਆ ਉਹ ਇੱਕ ਲਾਟ 'ਚ। ਸੋ ਵਿਕ ਕਿੰਨੇ ਨੂੰ ਰਹੇ ਆ? ਉਹ ਉਸੇ ਘਰ ਨੂੰ ਮਿਲੀਅਨ। ਸੋ ਹੈ ਕਿੱਥੇ ਨਹੀਂ ਹੈਗੀ ਕਿਹੜਾ ਬੰਦਾ ਜਿਹੜਾ ਸਾਰੇ ਲੋਕਾਂ ਦੇ ਉਹ ਆਫੜੀ ਮਚੀ ਪਈ ਹੈ, ਇਹਨਾਂ ਨੂੰ ਪਤਾ ਨਹੀਂ ਕਿੱਥੇ ਨੂੰ ਨਹੀਂ ਲੈ ਕੇ ਜਾਣੀ ਆ ਮਾਇਆ। ਉਹਦੇ ਐਂਡ ਜਾ ਕੇ ਡਿੱਚ 'ਚ ਹੋ ਜਾਣੀ, 60-70 ਸਾਲਾਂ ਤੱਕ ਖਤਮ ਹੋ ਜਾਣੀ ਕਹਾਣੀ। ਸੋ ਇਹਨਾਂ ਨੂੰ ਸ਼ਰਮ ਚਾਹੀਦੀ ਹੈ, ਬਾਹਰ ਕੱਢ ਦਿੱਤੇ ਜਾਣ ਸਾਰੇ ਚੋਰ। ਆ ਤਾਂ ਸ਼ਰੇਆਮ ਕਹੋਗੇ ਚੋਰ ਇਕੱਠੇ ਹੋਏ ਆ, ਚੋਰਾਂ ਨੇ ਰਲ ਕੇ ਸਾਰਾ ਕੁਝ ਲੁੱਟਿਆ ਪਿਆ
ਜਿਹੜੇ ਚੰਗੇ ਮਨੁੱਖ ਆ ਉਹਨਾਂ ਨੂੰ ਚੁਣੋ, ਪਾਰਟੀ ਨੂੰ ਚੁਣਨਾ ਬੰਦ ਕਰ ਦਿਓ, ਬੰਦੇ ਦੀ ਔਕਾਤ ਦੇ ਕੇ ਉਹਨਾਂ ਨੂੰ ਚੁਣੋ ਵੀ ਬੰਦੇ ਦਾ ਬੈਕਗ੍ਰਾਉਂਡ ਕੀ ਹੈ, ਕੀ ਕੁਛ ਕਰਦਾ ਕੀ ਆ, ਕਿਰਤ ਵੀ ਕੋ ਕਰਦਾ ਕਿ ਸਾਰੀ ਦਿਹਾੜੀ ਹਰਾਮ ਖਾ ਰਿਹਾ, ਵਿਹਲਾ ਖਾ ਰਿਹਾ। ਸੋ ਇਹਨਾਂ ਗੱਲਾਂ ਨੂੰ ਨੋਟ ਕਰਕੇ ਵੋਟ ਪਾਓ। ਕਿਸੇ ਪਾਰਟੀ ਨੂੰ ਇੱਕ ਨੂੰ ਬਣਾਉਣ ਦੀ ਲੋੜ ਹੀ ਨਹੀਂ। ਜਿਹੜੇ ਇਕੱਠੇ ਹੋ ਕੇ ਦੇਸ਼ ਲਈ ਕੁਝ ਕਰੇ ਨਹੀਂ ਸਕਦੇ ਕਿ ਬਾਅਦ ਚ ਕਹਿੰਦੇ ਗੈਂਗ ਬਣ ਗਏ ਨੌਜਵਾਨਾਂ ਦੇ ਮਗਰ। ਇਹਨਾਂ ਨੂੰ ਦੇਖ ਕੇ ਗੈਂਗ ਬਣਦੇ, ਪਹਿਲਾਂ ਇਹ ਜਿਹੜੇ 3-4 ਗੈਂਗ ਵੱਡੇ ਬਣੇ ਹੋਏ ਆ ਇਹ ਲੜ ਰਹੇ ਆ ਬਿਨਾਂ ਗੱਲ ਤੋਂ ਹੋਣੀ ਨਹੀਂ ਇਲੈਕਸ਼ਨ। ਗੱਲ ਸਹੀ ਆ, ਕੀ ਲੋੜ ਸੀਗੀ ਇਹਨਾਂ ਨੂੰ ਕਾਲ ਕਰਨ ਦੀ? $3 ਬਿਲੀਅਨ ਹੁਣ ਲੱਗਣਾ। ਇਹ ਇਕੱਠੇ ਹੋ ਕੇ ਵਰਕ ਨਹੀਂ ਕਰ ਸਕਦੇ ਟੇਬਲ ਦੇ ਉੱਤੇ? ਆਪਣੀ ਜਿਹੜੀ ਈਗੋ ਆ ਇਹਨਾਂ ਦੀ ਲੋਕਾਂ ਨੂੰ ਪੇਸ ਰਹੇ ਆ, ਇਹ ਇਕੱਠੇ ਹੋ ਕੇ ਉਹਤੇ ਵਰਕ ਕਰਨ। ਜਿਹੜੀ ਮਨੀ ਗਲਤ ਪਾਸੇ ਚ ਗਈ ਹੋਈ ਆ, ਪਈ ਹੋਈ ਆ, ਵੱਡੇ ਵੱਡੇ ਅਜਗਰ ਬੈਠੇ, ਉਹਨਾਂ ਤੋਂ ਕੱਢਣ, ਉਹਨਾਂ ਨੂੰ ਜੇਲ੍ਹਾਂ ਦੇ ਦੇਣ। ਉੱਥੇ ਤਾਂ ਕੁਝ ਨਹੀਂ ਲਾ ਚੱਲਦਾ। ਉੱਥੇ ਆ 2% ਦਾ ਵਿਚਾਰਾ ਕੋਈ ਗਰੀਬ ਬੰਦਾ ਹੁੰਦਾ, ਉੱਥੇ ਨਾਲ ਲਾ ਖੜਾ ਹੁੰਦਾ, ਉਹਨਾਂ ਦੀ ਗੱਡੀ ਮਗਰ ਲਾਈਟਾਂ ਲਾ ਕੇ ਉੱਥੇ ਸਾਰੇ ਇਹ ਗੋਡਣੀਆਂ ਲਾ ਕੇ ਸਲੂਟ ਕਰਦੇ ਉਹਨਾਂ ਨੂੰ। ਗੁੰਡੇ ਲੋਕ ਇਕੱਠੇ ਹੋਏ ਆ। ਸੋ ਲੋਕਾਂ ਨੂੰ ਜਾਗਰਤ ਹੋ ਕੇ ਮਨੁੱਖਾਂ ਨੂੰ ਚੁਣੋ, ਮਨੁੱਖ ਕਿਹੜੇ ਚੰਗੇ ਆ। ਮੇਰੇ ਹਿਸਾਬ ਨਾਲ ਤਾਂ ਇਹਨਾਂ ਦੇ ਵਿੱਚ ਅਰਾਊਂਡ 30% ਬੰਦੇ ਦੋਹਾਂ ਪਾਰਟੀਆਂ ਚੋਂ ਕੱਢ ਕੇ ਉਹਨਾਂ 'ਚ ਨਵੇਂ ਮਨੁੱਖ ਭਰਤੀ ਕਰ ਲੈਣੇ ਚਾਹੀਦੇ, ਜਿਹੜੇ ਨੌਜਵਾਨ ਯੁਵਾ ਬੰਦੇ ਜਿਹੜੇ ਗਰਾਊਂਡ ਲੈਵਲ ਤੋਂ ਉੱਠ ਕੇ ਕੁਝ ਮਿਹਨਤ ਕਰਕੇ ਦੁਨੀਆ ਨੂੰ ਕੁਝ ਸਿੱਧੇ ਰਾਹ ਲਾਉਣਾ ਚਾਹਦੇ। ਇਹਦਾ ਪੈਨਸ਼ਨਾਂ ਦੇ ਭੁੱਖੇ ਆ, ਉੱਥੇ ਨਾ ਤਾਂ ਹੁੰਦਾ ਨਹੀਂ, ਫਾਲਤੂ ਹੁਮਾ ਜੇ ਜਾਣ ਵਾਲੇ ਤਿਆਰ ਹੋਏ ਹੋ, એનર્ਜੀ ਇਹਨਾਂ ਕੋਲ ਹੈ ਨਹੀਂ, ਇਹ ਕੁਰਸੀ ਫੇਰ ਨਹੀਂ ਛੱਡਦੇ। ਸੋ ਲੋਕਾਂ ਨੂੰ ਸਾਵਧਾਨ ਹੋਣਾ ਚਾਹੀਦਾ। ਜਿਹੜਾ ਮੈਂ ਤਾਂ ਕਹਿੰਦਾ ਜਿਹੜੇ ਹੁਣ 17 ਦੇ ਵੇ ਮੋੜ ਕੇ ਆਈ ਜਾਂਦੇ, ਕੀ ਲੋੜ ਹੈ ਇਹਨਾਂ ਨੂੰ? ਬਹਿ ਨਹੀਂ ਹੁੰਦਾ ਇਹਨਾਂ ਦੇ, ਇਹਨਾਂ ਨੂੰ ਸਵਾਦ ਨਹੀਂ ਆਉਂਦਾ ਬਹਿ ਕੇ ਘਰੇ ਵੀ ਕੋਈ ਹੋਰ ਕੰਮ ਕਰ ਲਓ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਰ ਜਸਵੀਰ ਸਿੰਘ ਲਾਈਨ ਨੰਬਰ 5। ਗਿੱਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਲਮੈਤ ਜੀ। ਗਿੱਲ ਸਾਹਿਬ ਆਪਣੇ ਨਾ ਉੱਥੇ ਏਰੀਅਨ ਦੇ ਵਿੱਚ ਮੀਟਿੰਗ ਹੋਈ ਸੀ, ਉਹਦੇ ਵਿੱਚ ਜਿਮੀ ਸੈਮਸ ਵੀ ਹੋਰ ਵੀ ਆਪਣੇ ਜਗਰੂਪ ਬਰਾੜ ਵੀ ਆਏ ਸੀਗੇ। ਉੱਥੇ ਬੜਾ ਵੱਡਾ ਇਕੱਠ ਹੋਇਆ ਸੀ ਫਾਰਮਰਾਂ ਦਾ। ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਪਹਿਲਾਂ ਇਹ ਭੱਜ ਗਏ ਤੇ ਫੇਰ ਮੁੜ ਕੇ ਫੇਰ ਆ ਗਏ ਤੇ ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਬਿੱਲ 52 ਦੀ ਗੱਲ ਕਰੀਏ ਆਪਾਂ, ਮੈਂ ਬਿੱਲ 52 ਦੇ ਹੱਕ ਚ ਆ, ਪਰ ਉਹਦੇ ਵਿੱਚ ਜਦੋਂ ਆਪਾਂ ਦੇਖਦੇ ਆ ਨਾ ਵੀ 5400 ਸਕੁਅਰ ਫੁੱਟ ਦਾ ਬਿਲਡਿੰਗ ਐਂਵਲੋਪ ਆ। ਇਹ ਕਹਿੰਦੇ ਵੀ ਜੇ 2 ਸਟੋਰੀ ਬਣਾ ਲਈ ਤਾਂ 2700, ਜੇ 3 ਸਟੋਰੀ ਬਣਾ ਲਈ 1800। ਅਸੀਂ ਕਿਹਾ ਓਏ ਲੈਂਡ ਤਾਂ 19 ਯੂਜ਼ ਕਰਨੀ ਆ, ਤੁਸੀਂ ਇਹ ਜਿਹੜੇ ਵੱਡੇ ਕਿਸੇ ਨੇ 30,000 40,000 ਸਕੁਅਰ ਫੁੱਟ ਬਣਾ ਲਿਆ ਉਹਨਾਂ ਦੇ ਅਗੇਂਸਟ ਕਰੋ, ਉਹਨਾਂ ਨੂੰ ਕਰੋ। ਪਰ ਆਹ ਜਿਹੜਾ ਬਿੱਲ ਆ ਤੁਸੀਂ 5400 ਸਕੁਅਰ ਫੁੱਟ ਦਾ ਬਿਲਡਿੰਗ ਐਂਵਲੋਪ ਜਿਹੜਾ ਹੈਗਾ ਠੀਕ ਆ, ਤੇ ਜੇ ਕਿਸੇ ਨੇ ਸੈਕੰਡ ਸਟੋਰੀ ਬਣਾ ਲਈ, ਥਰਡ ਬੇਸਮੈਂਟ ਬਣਾ ਲਈ। ਅਸੀਂ ਪੰਜਾਬੀ, ਮੈਂ ਹੁਣ ਆਪਣੀ ਐਗਜ਼ਾਮਪਲ ਤੁਹਾਨੂੰ ਦੇਵਾਂ। ਅਸੀਂ 3 ਮੇਰੇ ਬੱਚੇ ਆ, 3 ਦੇ ਵਿਆਹ ਹੋਏ, ਅਸੀਂ ਇਕੱਠੇ ਰਹਿੰਦੇ ਆ। ਜੇ ਅਸੀਂ 5400 ਸਕੁਅਰ ਫੁੱਟ ਚ ਸਾਡਾ ਸਰਦਾ ਨਹੀਂ, ਫਿਰ ਮੈਂ 3 ਹੋਰ ਪਾਰਸਲ ਲਊਂਗਾ, 5 ਏਕੜ ਦੇ 10 ਏਕੜ ਦੇ 3 ਹੋਰ ਲਊਂਗਾ, ਆਪ ਦਾ ਸਰਦਾ। ਇਹ ਕਹਿੰਦੇ ਨਹੀਂ ਜੀ ਤੁਸੀਂ 5400 ਹੀ ਬਣਾ ਸਕਦੇ ਆ। ਉਹ ਬਿਲਕੁਲ ਗਲਤ ਆ। ਤੇ ਬਿੱਲ 52 ਦੇ ਵਿੱਚ ਮੈਂ ਉਹਦੇ ਹੱਕ ਚ ਆ, ਪਰ ਉਹਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਆ। ਦੂਜੀ ਗੱਲ ਮੈਂ ਕਰਾਂ ਮਿਨੀਮਮ ਵੇਜੇਸ ਦੀ, ਇਹਨਾਂ ਨੇ ਫੋਕਸ ਕਰਕੇ ਸਾਡੇ ਜਿਹੜੇ ਪੰਜਾਬੀ ਫਾਰਮਰ ਆ ਉਹਨਾਂ ਨੂੰ ਫੋਕਸ ਕਰਕੇ ਉਹਨਾਂ ਨੂੰ ਇਹਨਾਂ ਨੇ ਖੂੰਜੇ ਲਾਤਾ। ਮੈਂ ਮਿਨੀਮਮ ਵੇਜ ਦੇ ਹੱਕ ਚ ਆ। ਮੇਰੇ ਵੱਲੋਂ $20 ਕਰ ਦੇਣ ਮਿਨੀਮਮ ਵੇਜ ਕਰ ਦੇਣ, ਆਈ ਡੋਂਟ ਮਾਈਂਡ। ਪਰ ਦੂਜੇ ਪਾਸੇ ਫਾਰਮਰਾਂ ਦੀ ਕਾਸਟ ਵੀ ਦੇਖਣ। ਇਹ ਹੁਣ ਅਮਰੀਕਾ ਦੇ ਵਿੱਚ ਇੱਕ ਜੱਗ ਸਾਨੂੰ ਮਿਲਦਾ, ਉਹਨਾਂ ਨੂੰ ਮਿਲਦਾ $48 ਦਾ, ਸਾਨੂੰ ਮਿਲਦਾ $1 $150 ਦਾ। ਜੇ ਅਸੀਂ ਪੋਲੀਨੇਸ਼ਨ ਲਈ ਬੀਜ ਰੱਖਦੇ ਆ ਉਹ ਸਾਨੂੰ ਮਿਲਦਾ $150 ਨੂੰ, ਉੱਥੇ $35 ਨੂੰ। ਮਿਨੀਮਮ ਵੇਜ ਉੱਥੇ ਬਹੁਤ ਘੱਟ ਆ। ਫਿਰ ਉਹ ਬੇਰੀ ਇੱਥੇ ਸਾਡੇ ਲਿਆ ਕੇ ਵੇਚ ਸਕਦੇ ਆ, ਅਸੀਂ ਨਹੀਂ ਵੇਚ ਸਕਦੇ ਉੱਥੇ। ਤੇ ਇਹ ਗਵਰਨਮੈਂਟ ਦੇ ਜਿਹੜੇ ਪ੍ਰੋਗਰਾਮ ਆ, ਇਹਨਾਂ ਦੇ 3 ਪ੍ਰੋਗਰਾਮ ਆ, ਇਨਵੈਸਟ, ਐਗਰੀ ਇਨਵੈਸਟ ਤੇ ਐਗਰੀ ਇਨਕਮ ਸਟੇਬਿਲਿਟੀ ਪ੍ਰੋਗਰਾਮ ਤੇ ਕ੍ਰੌਪ ਇੰਸ਼ੋਰੈਂਸ। ਉਹ ਤਾਂ ਕੱਟ ਬੈਕ ਕਰ ਕਰਕੇ ਥੱਲੇ ਲੈ ਸਾਡੀ ਕਾਸਟ ਵਧੀ ਜਾਂਦੀ ਆ। ਸਾਨੂੰ ਆ ਜਿਹੜੇ ਵਿੱਚ ਬੈਠੇ ਆ ਇੱਕ ਬੇਰੀ ਲੈ ਕੇ ਦੱਸੋ, ਲਿਬਰਲਸ ਨੇ ਫਾਇਦਾ ਦਿੱਤਾ ਬਲੂਬੇਰੀ ਬਿੱਲ ਤੁਹਾਨੂੰ? ਨਹੀਂ ਜੀ,
ਕਿਸੇ ਨੇ ਨਹੀਂ ਦਿੱਤਾ। ਅਸੀਂ ਮੀਟਿੰਗਾਂ ਕਰਕੇ ਥੱਕ ਗਏ ਆ, ਕਿਸੇ ਨੇ ਸਾਡੀ ਗੱਲ ਨਹੀਂ ਸੁਣਦਾ ਕੋਈ ਵੀ। ਠੀਕ ਮੈਂ ਆਉਂਦਾ ਰਿਹਾ, ਮੈਂ ਤੁਹਾਡੇ ਇਕੱਠਾਂ ਚ ਐਬਸਫੋਰਡ ਆਉਂਦਾ ਰਿਹਾ ਲਿਬਰਲਸ ਵੇਲੇ ਵੀ, ਲਿਬਰਲਸ ਦੇ ਲਿਬਰਲਸ ਦੇ ਐਮਐਲਏ ਵੀ ਨਹੀਂ ਸੀ ਆਉਂਦੇ। ਮਾਈਕਲ ਡਿਯੋਂਗ ਤੇ ਦੂਜਾ ਇੱਕ ਐਗਰੀਕਲਚਰ ਮਿਨਿਸਟਰ ਆ, ਮੈਨੂੰ ਉਹਦਾ ਨਾਮ ਭੁੱਲ ਗਿਆ, ਉਹ ਆਪਣਾ ਜਿਹੜਾ ਸਪੀਕਰ ਆ, ਇਹ ਤਿੰਨਾਂ ਨਾਲ ਮੀਟਿੰਗ ਕੀਤੀ। ਇਹਨਾਂ ਕੋਲ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਕਹਿੰਦੇ ਤੁਸੀਂ ਬਣਾ ਕੇ ਭੇਜੋ, ਬਣਾ ਕੇ ਭੇਜਿਆ, ਸਾਰਾ ਕੁਛ ਅਸੀਂ ਦੱਸਿਆ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਜਿਹੜੀ ਬਲੂਬੇਰੀ ਇੰਡਸਟਰੀ ਆ, ਜਿਹੜੇ ਥੈਂਕ ਯੂ। ਹੋਰ ਵੀ ਕਾਲਰ ਨੇ ਜੀ, ਸੌਰੀ ਮੈਂ ਵਪਾਰਕ ਸੰਦੇਸ਼ ਲੈਣੇ ਨੇ 2 ਤੇ ਉਸ ਤੋਂ ਬਾਅਦ ਆ ਕੇ ਮੈਂ ਤੁਹਾਡੇ ਨਾਲ ਬਾਕੀ 2-3 ਕਾਲਰ ਨੇ ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਅਗਲੇ ਵਿਸ਼ੇ ਤੇ ਜਾਵਾਂਗੇ। ਸੁਖਦੇਵ ਸਿੰਘ ਜੀ ਪਲੀਜ਼ ਕਾਲ ਇਨ। ਤੁਹਾਡੀ ਕਾਲ ਗਲਤੀ ਨਾਲ ਆਫਿਸ 'ਚ ਕੱਟੀ ਗਈ, ਜਾਂ ਮੈਂ ਥੈਂਕ ਯੂ ਕਿਹਾ, ਤੁਹਾਡੀ ਲਾਈਨ ਡ੍ਰੌਪ ਕਰਤੀ, ਕਾਲ ਕਰ ਲਿਓ ਤੁਸੀਂ ਪਲੀਜ਼। ਸੰਧੂ ਜੀ ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਪਹਿਲਾਂ ਤੁਹਾਡੀ ਸਿਫਤ ਮੇਰੇ ਕੋਲ ਕੋਈ ਸ਼ਬਦ ਹੈ ਨਹੀਂ ਇੰਨੀ ਕਰਾਂ। ਪਹਿਲਾਂ ਤੁਹਾਨੂੰ ਵਧਾਈਆਂ ਨਵੇਂ ਰੇਡੀਓ ਸਟੇਸ਼ਨ ਦੀਆਂ, ਜਿਹੜੀ ਤੁਸੀਂ ਨੌਲੇਜ ਕਰਦੇ ਹੋ ਨਾ, ਇਹਦੇ ਬਾਰੇ ਮੈਂ ਤੁਹਾਡਾ ਦੇਣ ਨਹੀਂ ਦਿੱਤਾ ਸਕਦਾ। ਸਾਡੇ ਕੋਲੇ ਸੁਣਨ ਦੀ ਸਮਰੱਥਾ ਹੈ ਨਹੀਂ, ਤੁਹਾਡੇ ਕੋਲੇ ਬੋਲਣ ਦੀ ਸਮਰੱਥਾ ਹੈ, ਪਰ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਇਨਸਾਨ ਤਾਂ ਇੱਕ ਇਨਸਾਨ ਆ। ਜੇ ਅਸੀਂ ਆਪਦੀ ਅਖਲਾਕ ਹੀ, ਆਪਦੀ ਇੱਜ਼ਤ ਹੀ ਆਰਬੂ ਵੇਚਤੀ ਤੇ ਮਨਾ ਕਿੱਥੇ ਭੱਜੇਗਾ। ਸੁਰਗ ਦੇ ਮੁਲਕਿਆ ਪਰਮਾਤਮਾ, ਮੈਂ ਤਾਂ ਤੁਹਾਨੂੰ ਦਿਨ ਦੁੱਗਣੀ ਰਾਤ ਚੁਗਣੀ, ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕਦੋਂ 9 ਵਜਦੇ ਤੇ ਕਦੋਂ 12 ਵਜਦੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਧੰਨਵਾਦ ਜੀ। ਸੈਮ ਜੀ ਲਾਈਨ ਨੰਬਰ 3। ਗਿੱਲ ਸਾਹਿਬ ਦੇਖੋ, ਇੱਕ ਆਮ ਲੋਕਾਂ ਦੀ ਇੱਕ ਘਸੀ ਹੋਈ ਟੇਪ ਨੇ, ਪੋਲੀਟੀਸ਼ੀਅਨ ਦਾ ਮਾੜੇ ਹੁੰਦੇ, ਚੋਰ ਆ, ਇਹਨਾਂ ਦਾ ਅਤਵਾਰ ਨਾ ਕਰੋ, ਇੱਕ ਟੇਪ ਹੀ ਆ ਉਹ। ਜੇ ਮੈਂ ਹੁਣ ਚਲਾਉਣ ਲੱਗ ਪਵਾਂ ਤਾਂ ਅੱਧਾ ਘੰਟਾ ਤੇ ਵਰਕ ਕਰੀ ਜਾਂਦੇ ਆ। ਪਰ ਤੁਸੀਂ ਦੇਖੋ ਵੀ ਕੀ ਸੱਚੀ ਜਿਹੀ ਆ, ਆਮ ਆਪਣੇ ਚ ਗਏ ਹੋਏ ਲੋਕ ਆ, ਥੋੜਾ ਮੋਟਾ ਉਹਨਾਂ ਨੂੰ ਝੂਠ ਇੱਧਰ ਉੱਧਰੋਂ ਬੋਲਣਾ ਪੈਂਦਾ ਵੋਟਾਂ ਲੈਣ ਲਈ, ਤੇ ਅਸੀਂ ਵੀ ਬਹੁਤ ਸਾਫ਼ ਸੁਥਰੇ ਉਹਨੇ ਕੀ ਆ। ਮੈਂ ਸਿੱਧੀ ਗੱਲ ਤੇ ਹੁੰਦਾ ਵੀ ਅਸੀਂ ਗ੍ਰੀਨ ਪਾਰਟੀ ਨੂੰ ਗੱਲ ਸਾਹਿਬ ਇਸ ਲਈ ਨਹੀਂ ਬਣਾਈਦਾ ਵੀ ਉਹ ਪਾਰਟੀ ਆਪਣੇ ਟੈਂਪਰੇਰੀ ਜਿਸ ਹਿਸਾਬ ਦਾ এনवायरमेंट ਹੈ ਉਸ ਹਿਸਾਬ ਨਾਲ ਖਰੀ ਨਹੀਂ ਉਤਰਦੀ। ਨਾ ਹੀ ਤਾਂ ਉਹ ਬਿਜ਼ਨਸ ਲਈ ਵਧੀਆ ਹੈ, ਨਾ ਹੀ ਉਹ ਸੋਸ਼ਲ ਪ੍ਰੋਗਰਾਮ ਲਈ ਵਧੀਆ ਹੈ। ਅਸੀਂ ਕਹਿੰਦੇ ਵੀ ਨਹੀਂ, ਹਜੇ ਨਹੀਂ ਬਣਾਉਣੀ ਇਹ ਸਿਆਣਪ ਹੈ ਲੋਕਾਂ ਦੀ। ਫਿਰ ਆ ਗਈਆਂ 2 ਪਾਰਟੀਆਂ NDP, ਇਹ ਜੀ ਸੋਸ਼ਲ ਪ੍ਰੋਗਰਾਮ ਲਈ ਵੈਰੀ ਗੁੱਡ ਆ, ਇਹ এনवायरमेंट ਲਈ ਬਾਹਲੀ ਵਧੀਆ ਨਹੀਂ, ਤੇ ਇਹ ਨਾ ਇਹ ਬਿਜ਼ਨਸ ਲਈ ਵਧੀਆ ਆ। ਅਸੀਂ ਉਹ ਬਣਾ ਲਈ ਕਦੀ ਕਦੀ, ਕੋਈ ਮਾੜੀ ਨਹੀਂ। ਇੱਕ ਪਾਰਟੀ ਆ ਗਈ ਲਿਬਰਲ ਪਾਰਟੀ, ਉਹ ਹੁਣ ਬਿਜ਼ਨਸ ਲਈ ਵਧੀਆ, ਸੋਸ਼ਲ ਪ੍ਰੋਗਰਾਮ ਲਈ ਤੇ এনवायरमेंट ਲਈ ਨਹੀਂ ਵਧੀਆ। ਹੁਣ ਇਹ ਤਾਂ ਆਮ ਲੋਕਾਂ ਨੇ ਦੇਖਣਾ ਵੀ ਤੁਹਾਨੂੰ ਕੀ ਚਾਹੀਦਾ ਇਸ ਟਾਈਮ, ਕੀ ਤੁਹਾਨੂੰ ਸੋਸ਼ਲ ਪ੍ਰੋਗਰਾਮ ਦੀ ਲੋੜ ਹੈ, ਕੀ ਤੁਹਾਨੂੰ ਬਿਜ਼ਨਸ ਦੀ ਲੋੜ ਆ, ਜਿਹਨਾਂ ਦੇ ਕੀ এনवायरमेंट ਡਿਵੈਲਪਮੈਂਟ ਦੀ ਲੋੜ ਆ, ਕਿ ਕਿਹੜੀ ਚੀਜ਼ ਦੀ ਲੋੜ ਹੈ, ਉਸ ਹਿਸਾਬ ਨਾਲ ਵੋਟਾਂ ਪਾਉਣੀਆਂ ਚਾਹੀਦੀਆਂ। ਮੈਂ ਕਹਿੰਦਾ ਅਸੀਂ ਰੌਲਾ ਘਸੀ ਹੋਈ ਟੇਪ ਘੁਮਾਉਣ ਲੱਗ ਪੈਂਦੇ, ਫਿਰ ਸਮਾਂ ਕੰਮ ਖਰਾਬ ਹੋ ਜਾਂਦਾ। ਮੇਰੇ ਹਿਸਾਬ ਨਾਲ ਜਿਹੜਾ ਮੇਰੇ ਜਿੱਥੇ ਮੈਂ ਰਹਿਣਾ ਆ, ਮੈਨੂੰ ਤਾਂ 100% ਲਿਬਰਲ ਦੀ ਲੋੜ ਹੈ, ਮੈਂ ਵੋਟ ਪਾਉਣਾ। ਅਗਰ ਮੈਂ ਵੈਨਕੂਵਰ ਆਈਲੈਂਡ ਚ ਜਾਂ ਵੈਨਕੂਵਰ ਮੇਨ ਚ ਚੱਲ ਜਾਵਾਂ, ਮੈਂ NDP ਨੂੰ 100% ਵੋਟ ਪਾਊਂਗਾ। ਮੈਨੂੰ ਸੋਸ਼ਲ ਪ੍ਰੋਗਰਾਮ ਦੀ ਲੋੜ ਹੈ। ਹੁਣ ਇਹ ਸਾਡਾ ਫਰਜ਼ ਆ, ਅਸੀਂ ਦੇਖ ਕੇ ਵੋਟ ਪਾਈਏ, ਕੋਈ ਮਾੜਾ ਨਹੀਂ ਗਾ। ਚਲੋ ਮਾੜਾ ਨਹੀਂ ਕਰਨਾ। ਧੰਨਵਾਦ ਜੀ। ਕਿਉਂਕਿ ਉਹ ਤਾਂ ਚਲੋ ਚੀਜ਼ ਹੀ ਨਹੀਂ ਹੋਣੀ ਨਾ ਜੀ ਵੀ ਆਪਾਂ ਪੋਲੀਟੀਸ਼ੀਅਨਾਂ ਤੋਂ ਬਿਨਾਂ ਹੋ ਜਾਈਏ। ਨਾਲੇ ਨਵੇਂ ਵੀ ਆਪਾਂ ਲੱਭ ਕੇ ਦੇਖ ਹੀ ਲਏ, ਆਟਵਾ ਚ ਨਵੇਂ ਨੌਜਵਾਨ ਬਣਾਏ ਸੀ, ਦੇਖ ਲਓ ਕਈਆਂ ਨੇ ਕੀ ਕੀਤਾ। ਗੁਰਿੰਦਰ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰੇ ਖਿਆਲ ਚ ਇਹ ਵੀ ਜਿੰਨਾ ਆਪਾਂ ਪੋਲਿਟਿਕਸ ਤੋਂ ਦੂਰ ਦੌੜਾਂਗੇ, ਉਨਾ ਹੀ ਜਿਹੜੇ ਓਪਰਚੂਨਿਸਟ ਟਾਈਪ ਦੇ ਲੋਕ ਆ, ਉਨਾ ਹੀ ਉਹਨਾਂ ਨੂੰ ਜ਼ਿਆਦਾ ਮੌਕਾ ਮਿਲੂਗਾ ਪੋਲਿਟਿਕਸ ਦੇ ਵਿੱਚ ਆਣ ਕੇ ਮੋਹਰੇ ਹੋਣ ਦਾ। ਮੇਰੇ ਦਾ ਖਿਆਲ ਜਿਹੜੇ ਸਾਫ਼ ਸੁਥਰੇ ਬੰਦੇ ਆ, ਉਹਨਾਂ ਨੂੰ ਵੱਧ ਤੋਂ ਵੱਧ ਪਾਰਟੀਸਪੇਟ ਕਰਨਾ ਚਾਹੀਦਾ, ਤਾਂ ਹੀ ਇਸ ਸਿਸਟਮ ਨੂੰ ਠੀਕ ਢੰਗ ਨਾਲ ਚਲਾਇਆ ਜਾ ਸਕਦਾ। ਦੂਜੀ ਗੱਲ ਮੈਂ ਸੋਚਦਾ ਵੀ ਮੇਰੀ ਜੱਜਮੈਂਟ ਮੁਤਾਬਕ ਤਾਂ ਜਿਹੜੀ NDP ਪਾਰਟੀ ਉਹ ਹੱਲੇ ਸੋਫਾਰ ਮੈਨੂੰ ਲੱਗਦਾ ਵੀ ਆਮ ਲੋਕਾਂ ਦੀ ਭਲਾਈ ਲਈ ਉਹਨਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਲਈ ਕੰਮ ਜ਼ਰੂਰ ਕੀਤਾ, ਚਾਹੇ ਟੋਲ ਹਟਾਏ ਆ, ਚਾਹੇ ਐਜੂਕੇਸ਼ਨ ਦਾ ਲੈਵਲ ਉੱਪਰ ਚੁੱਕਿਆ, ਚਾਹੇ ਮਿਨੀਮਮ ਵੇਜ ਵਧਾਈ ਆ। ਮਿਨੀਮਮ ਵੇਜ ਵਧਾਉਣ ਨਾਲ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਫਰਕ ਪੈਂਦਾ। ਜਿਹੜਾ ਇਹਦੇ ਲਈ ਮਦਦ ਹੀ ਉਹਨੂੰ ਚਾਹੀਦੀ ਆ ਜਿਹੜਾ ਮਿਨੀਮਮ ਵੇਜ ਤੋਂ ਥੱਲੇ ਕੰਮ ਕਰਦਾ। ਜੇ ਹੁਣ ਆਪਾਂ ਇਹ ਗੱਲ ਕਰ ਲਈਏ ਵੀ ਜੀ ਮਿਨੀਮਮ ਵੇਜ ਵਧਣ ਨਾਲ ਮੇਰੇ ਫਾਰਮ ਨੂੰ ਘਾਟਾ ਪੈਣ ਲੱਗ ਪਿਆ,
ਮੇਰੇ ਖਿਆਲ 'ਚ ਉਹਦੇ ਨਾਲ ਇਸ ਗੱਲ ਦੀ ਜ਼ਿਆਦਾ ਲੋੜ ਹੈ ਵੀ ਮੇਰੀ ਫਸਲ ਦਾ ਭਾਅ ਮੈਨੂੰ ਕਾਹਦੇ ਨਹੀਂ ਚੰਗਾ ਮਿਲਿਆ ਜਾਂ ਮੈਨੂੰ ਦਵਾਈਆਂ ਮਹਿੰਗੀਆਂ ਕਾਹਦੇ ਮਿਲਦੀਆਂ, ਉਹਨਾਂ ਦੇ ਜ਼ਿਆਦਾ ਉਹਨਾਂ ਲਈ ਲੌਬਿੰਗ ਕਰਨ ਦੀ ਲੋੜ ਆ, ਨਾ ਕਿ ਮਿਨੀਮਮ ਵੇਜ ਘਟਾਉਣ ਦੇ ਲਈ। ਦੂਜੀ ਗੱਲ ਫਾਰਮ ਮੇਰੇ ਖਿਆਲ ਵਿੱਚ ਫਾਰਮ ਰਹਿਣ ਲਈ ਤਾਂ ਨਹੀਂ ਹੈਗੇ, ਫਾਰਮ ਤਾਂ ਫਾਰਮਿੰਗ ਕਰਨ ਦੇ ਲਈ ਆ। ਜੇ ਮੇਰੇ ਵਰਕਰ ਆ ਉਹਨਾਂ ਨੂੰ ਉੱਥੇ ਫਾਰਮ ਦੀ ਸਹੂਲਤ ਦੇਣੀ ਉਹ ਤਾਂ ਠੀਕ ਆ, ਪਰ ਜੇ ਮੈਂ ਕਹਾਂ ਵੀ ਮੇਰੀ ਫੈਮਿਲੀ ਦੇ 50 ਮੈਂਬਰ ਆ ਤੇ ਇਸ ਕਰਕੇ ਫਾਰਮ ਦੇ ਵਿੱਚ 50 ਘਰ ਚਾਹੀਦੇ ਆ, ਮੇਰੇ ਖਿਆਲ 'ਚ ਉਹ ਫਾਰਮਰ ਦੇ ਨਾਲ ਵੀ ਜਿੱਦਾਂ ਵੀ ਗੱਲ ਹੋਵੇ ਠੀਕ ਨਹੀਂਗਾ। ਜੇ ਤੁਸੀਂ ਕਹੋਗੇ ਵੀ ਮੈਂ ਫਾਰਮ ਦੇ ਵਿੱਚ ਘਰ ਬਣਾ ਲਵਾਂ ਉੱਥੇ ਜਿੰਨੇ ਮਰਜ਼ੀ ਬੰਦੇ ਰੱਖ ਲਵਾਂ, ਉਹਦੇ ਨਾਲ ਤਾਂ ਮੇਰੇ ਖਿਆਲ 'ਚ ਤਾਂ ਹੀ ਤਾਂ ਫਾਰਮਾਂ ਦੀਆਂ ਇੰਨੀਆਂ ਪ੍ਰਾਈਸਾਂ ਵੱਧਦੀਆਂ। ਉਹਦੇ ਨਾਲ ਤਾਂ ਫਿਰ ਜਿਹੜੇ ਬੰਦਾ ਆਮ ਬੰਦਾ ਜਿਹੜਾ ਫਾਰਮ ਵਿੱਚ ਲੈ ਕੇ ਖੇਤੀ ਕਰਨਾ ਚਾਹੁੰਦਾ ਉਹਦਾ ਫਾਰਮ 'ਚ ਜਾ ਹੀ ਨਹੀਂ ਸਕਦਾ। ਇੱਕ ਮੇਰਾ ਹੋਰ ਵਿਚਾਰ ਸੀ, ਜਿਹੜੀ ਹਰ ਤੁਹਾਡੇ ਪ੍ਰੋਗਰਾਮ ਵਿੱਚ ਇੱਕ ਲੜਕੀ ਇੱਕ ਵਾਰੀ ਆਈ ਸੀ, ਉਹਨੇ ਇਹ ਜਿਹੜੀ ਰੈਜ਼ੀਡੈਂਸੀ ਬਾਰੇ ਗੱਲ ਕੀਤੀ ਸੀ, ਉਹਦੇ ਬਾਰੇ ਜ਼ਰੂਰ ਲੀਡਰ ਸਾਹਿਬ ਨਾਲ ਗੱਲ ਕਰੋ ਜਿਹੜੇ ਤੁਹਾਡੇ ਪ੍ਰੋਗਰਾਮ 'ਚ ਆਉਂਦੇ ਆ, ਤੇ ਜਿਹੜੇ ਇੱਥੇ ਹਾਇਰ ਐਜੂਕੇਸ਼ਨ ਸਟੂਡੈਂਟ ਆ ਵੀ ਉਹਨਾਂ ਦੇ ਲਈ ਤੁਸੀਂ ਕੀ ਕਰੋਗੇ। ਜਿਹੜੇ ਹੋਰ ਪ੍ਰੋਗਰਾਮ 'ਚ ਮੈਂ ਦੇਖਿਆ ਸਟੂਡੈਂਟ ਆਏ ਸੀ ਇੱਧਰਲੇ, ਉਹਨਾਂ ਦਾ ਵੀ ਇਹ ਕੰਸਰਨ ਸੀ ਵੀ ਪੋਸਟ ਗ੍ਰੈਜੂਏਸ਼ਨ ਜਿਹੜੀ ਪੜ੍ਹਾਈ ਆ ਜ਼ਿਆਦੀਆਂ ਸੀਟਾਂ ਚਾਹੀਦੀਆਂ, ਤੇ ਜਿਹੜੇ ਸਟੂਡੈਂਟ ਬਾਹਰੋਂ ਮੈਡੀਕਲ ਕਰਕੇ ਆਉਂਦੇ ਆ ਉਹਨਾਂ ਦੇ ਰੈਜ਼ੀਡੈਂਸੀ ਚਾਹੀਦੇ। ਤੁਹਾਡੇ ਸਿੰਦਰ ਪੁਰੇਵਾਲ ਹੁਣੀ ਵੀ ਤੁਹਾਡੇ ਪ੍ਰੋਗਰਾਮ 'ਚ ਇੱਕ ਵਾਰੀ ਆਏ ਸੀ, ਉਹਨੇ ਵੀ ਇਹ ਗੱਲ ਕਹੀ ਸੀ ਵੀ ਜੇ ਆਪਾਂ ਸਟੂਡੈਂਟਾਂ ਦੇ ਵਿੱਚ ਜ਼ਿਆਦਾ ਇਨਵੈਸਟ ਕਰਦੇ ਆ ਉਹ ਮੁੜ ਕੇ ਜ਼ਿਆਦਾ ਟੈਕਸ ਪੇ ਕਰਕੇ ਉਹ ਆਪਣੇ ਤੇ ਕੀਤਾ ਖਰਚਾ ਮੋੜ ਦਿੰਦੇ ਆ। ਮੇਰੇ ਖਿਆਲ ਜੀ ਇਹ ਗੱਲ ਮੇਰੇ ਖਿਆਲ ਇਹ ਗੱਲ ਜ਼ਰੂਰ ਹੋਣੀ ਚਾਹੀਦੀ। ਸਤਿ ਸ੍ਰੀ ਅਕਾਲ ਜੀ। ਜ਼ਰੂਰ ਸਿੰਘ ਜੀ, ਧੰਨਵਾਦ, ਬਹੁਤ ਵਧੀਆ। ਮੈਂ ਕਰੂੰਗਾ। ਮੈਨੂੰ ਪਤਾ ਬੇਟੀ ਨੇ ਇੱਕ ਨੇ ਗੱਲ ਕੀਤੀ ਸੀ ਵੀ ਅਸੀਂ ਕੈਰੇਬੀਅਨ ਚੋਂ ਪੜ੍ਹ ਕੇ ਆਏ ਹਾਂ, ਸਾਨੂੰ ਰੈਜ਼ੀਡੈਂਸੀ ਨਹੀਂ ਮਿਲ ਰਹੀ, ਇੱਕ ਐਗਜ਼ਾਮ ਦੀ ਵੀ ਗੱਲ ਹੋਈ ਸੀ। ਅੱਛਾ, ਮੈਂ ਫਾਰਮਾਂ ਤੇ ਨਾ ਫਾਰਮਰ ਦੇ ਪੂਰੇ ਤੱਥ ਲਿਆ ਕੇ ਇਹਦੇ ਤੇ ਮੈਂ ਇੱਕ ਖੁੱਲਾ ਟਾਕ ਸ਼ੋਅ ਕਰਨਾ ਵੀ ਬਣੇ ਨਹੀਂ ਬਣੇ ਇਸ ਬਿੱਲ ਤੋਂ ਬਾਅਦ ਗ੍ਰੈਂਡ ਪੇਰੈਂਟਸ ਕਲੌਜ਼ ਦੇ ਵਿੱਚ ਜਿਹੜੇ ਨੇ ਕਿੰਨਿਆਂ ਦੇ ਬਣੇ, ਤੇ ਜਦ ਇਕੱਠ ਬੈਂਕਟ ਹਾਲ 'ਚ ਹੋਇਆ ਸੀ ਉੱਥੇ ਹੋਇਆ ਕੀ ਸੀ ਐਗਜ਼ੈਕਟ, ਇਹ ਮੈਂ ਪੂਰੀ ਗੱਲ ਇੱਕ ਦਿਨ ਤੁਹਾਡੇ ਕੋਲ ਲਿਆਉਣਾ ਚਾਹੁੰਦਾ ਕਿ ਜਦ ਫਾਰਮਰਸ ਐਸੋਸੀਏਸ਼ਨ ਵਾਲੇ ਗਏ ਸੀ ਵਿਕਟੋਰੀਆ, ਕੀ ਗੱਲ ਹੋਈ ਇਸ ਇਕੱਠ 'ਚ, ਕੀ ਗੱਲ ਹੋਈ, ਜਿਹੜੇ ਫਾਰਮ ਦੇ ਇਕੱਠ ਦੇ ਵਿੱਚ ਅੱਗੇ ਬੈਠ ਕੇ ਰੌਲਾ ਪਾਉਂਦੇ ਸੀ ਕਿ ਉਹ ਫਾਰਮਰ ਸੀ, ਉਹ ਕੌਣ ਸੀ, ਕਿ ਰੀਅਲਟਰ ਸੀ, ਕਿ ਇਨਵੈਸਟਰ ਸੀ। ਸੋ ਅਸਲ ਗੱਲ ਦੀ ਗੱਲ, ਕਿਉਂਕਿ ਜਦ ਇਹਨਾਂ ਨੂੰ ਪੁੱਛਦੇ ਆ ਐਨਡੀਪੀਓ ਕਹਿੰਦੇ ਅਸੀਂ ਸਾਰੀਆਂ ਫਾਈਲਾਂ ਪਾਤੀਆਂ ਹੱਲ, ਬਹੁਤ ਘੱਟ ਰਹਿ ਗਈਆਂ, ਪਰ ਇਹ ਤੇ ਮੈਂ ਗੱਲ ਕਰੂੰਗਾ ਕਿਦਾਂ। ਵਪਾਰਕ ਵਿਸ਼ਲੇਸ਼ਣ ਤੋਂ ਬਾਅਦ ਆ ਕੇ ਮੇਰਾ ਪਿੰਡ ਮੇਰੇ ਖੇਤ ਦੀ ਕੁਝ ਗੱਲਬਾਤ ਕਰਦੇ ਆ, ਪੁਰਾਣੇ ਸ਼ੁਰੂ ਕੋਈ ਯਾਦ ਤਾਜ਼ੀ ਕਰਦੇ। ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਗੱਲ ਮੈਂ ਕਰਨੀ ਹੈ ਕਿ ਛੋਟੇ ਹੁੰਦੇ ਸਵਾਰੀ ਜਿਹੜੀ ਕਰਦੇ ਸੀ, ਨਾਨਕਿਆਂ ਨੇ ਲੋਹੜੀ ਵੇਲੇ ਪਹਿਲਾਂ ਸਾਈਕਲੀ ਦੇ ਜਾਣੀ, ਸਾਈਕਲੀ ਬਹੁਤ ਪ੍ਰੀਸ਼ੀਅਸ ਹੁੰਦੀ ਸੀ। ਪਿੰਡ 'ਚ ਕੁਝ ਘਰਾਂ 'ਚ ਹੀ ਸਾਈਕਲੀ ਹੁੰਦੀ, ਉਹ ਬੱਲਾ 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 ਉਹ ਸਾਈਕਲੀ ਤੇ ਨਿਗਾਹ ਰੱਖਣੀ। ਇੱਕ ਤਾਂ ਉਹ ਸਿੰਗਲ ਕਾਠੀ ਵਾਲੀ ਹੁੰਦੀ ਛੋਟੀ ਤੇ ਮੂਹਰੇ ਪੈਡਲ ਹੁੰਦੇ, ਫੇਰ ਸਾਈਕਲੀਆਂ ਉਹ ਦੋ ਬਹਿਣ ਵਾਲੀਆਂ ਹੋ ਗਈਆਂ, ਪਿੱਛੇ ਵੀ ਬਹਿਣ ਨੂੰ ਸੀਟ ਉਹਦੇ, ਇੱਕ ਚਲਾਉਣ ਵਾਲੇ ਦੀ ਸੀਟ। ਕਿੱਥੇ ਚੱਲਦੇ ਆ, ਦੋ ਨੂੰ ਬਿਠਾ ਕੇ ਤਕੜੇ ਤਾਂ ਜਵਾਕ, ਪਿੱਛੇ ਛੋਟੀ ਭੈਣ ਹੋਣੀ ਉਹਨੂੰ ਬਿਠਾ ਕੇ ਲੈ ਜਾਣਾ। ਸਾਈਕਲੀ ਤੋਂ ਸ਼ੁਰੂ ਹੋਣ 2% ਦੇ ਘਰੇ ਸਾਈਕਲੀਆਂ ਹੁੰਦੀਆਂ ਤੇ 98% ਉਹ ਤੇ ਨਿਗਾਹ ਰੱਖਦੇ। ਜੇ ਕਿਤੇ ਬਾਹਰ ਜਵਾਕ ਕੱਢ ਕੇ ਲੈ ਜਾਉਂਦਾ ਪਹੇ 'ਚ, ਬਸ ਫਿਰ ਬੱਲੋ ਪੈ ਜਾਂਦੀ ਲੀਰਾਂ ਦੀ ਖੁਦ ਵਾਂਗੂ ਤੂੰ ਕੇ ਲੈ ਉਹਨੇ ਕਿਹਾ ਚੱਲ ਤੈਨੂੰ ਝਾਟੀ ਦਈਏ। ਇੱਕ ਕਹਿੰਦਾ ਇਹਨੂੰ ਧੱਕਾ ਲਾ, ਦੂਜਾ ਕਹਿੰਦਾ ਪਰਨਾ ਪਾ ਲਾ, ਇਹਦੇ ਪਰਨਾ ਪਾ ਲਾ, ਇਹਦੇ ਮੂਹਰੇ ਡੰਡੇ ਨਾਲ ਇਹਨੂੰ ਖਿੱਚ ਕੇ ਲੈ ਚੱਲੋ, ਕਿੱਥੇ ਨੂੰ, ਸੱਥ 'ਚ ਨੂੰ ਲੈ ਚੱਲੋ ਇਹਨੂੰ। ਉਹ ਕਹਿੰਦੇ ਟੁੱਟ ਜੂਗਾ, ਟੁੱਟ ਜਾਣ ਦੇ, ਹੁਣ ਅੰਦਰ ਬੰਦ ਨਹੀਂ, ਚੱਕ ਲਓ ਬਸ, ਤੁਸੀਂ ਲੈ ਚੱਲੋ ਹੁਣ। ਉਹ ਗਿੱਦਰਾਂ ਦੇ ਹੱਥ ਪਟੋਲਾ ਜਿਹਾ ਆਉਂਦਾ ਉਹਨੂੰ ਪਾੜ ਦਿੰਦੇ। ਸਾਈਕਲੀ ਤੋਂ ਬਾਅਦ ਫਿਰ ਦੂਜੀ ਸਵਾਰੀ ਛੋਟੇ ਹੁੰਦੇ ਹੁੰਦੀ ਵੱਧ ਤੋਂ ਵੱਧ ਜਾਂ ਕੋਈ ਬਾਪੂ ਦਾ ਪੁਰਾਣਾ ਯਾਰ ਜਿਹਨੂੰ 100 ਕਾਲ ਸੀਰੀ ਕਹਿੰਦੇ, ਜਿਹੜਾ ਘਰ ਦਾ ਮੇਨ ਬੰਦਾ ਹੁੰਦਾ, ਉਹ ਸੁਹਾਗੀ ਬਲਦਾਂ ਦੀ ਦਿੰਦਾ ਤਾਂ ਉਹਦੀਆਂ ਲੱਤਾਂ 'ਚ ਬਹਿੰਦੇ। ਬਸ ਕਿਆ ਬਾਤਾਂ ਹੈ। ਉਹ ਕਰਿਆਂ ਦੇ ਉੱਪਰ ਦੀ ਸੁਹਾਗੀ ਉਹ ਜਾਂਦੀ ਤੇ ਉਹਦੇ ਬੰਦੇ ਜਿਹੜਾ ਸਵਾਰ ਉੱਪਰ ਹੁੰਦਾ ਉਹਦੇ ਕਹਿੰਦੇ ਲੱਤਾਂ ਨੂੰ ਫੜ ਲਾ, ਮੇਰੇ ਲੱਤਾਂ ਨੂੰ ਫੜ ਲਾ, ਉਹਦੇ ਲੱਤਾਂ ਦੇ ਵਿੱਚ ਬਹਿ ਜਾਂਦਾ ਬੱਚਾ ਤੇ ਇੱਕ ਗੇੜਾ ਦੋ ਗੇੜੇ ਲਵਾ ਕੇ ਉਹਦੇ ਨਾਲ ਡਿੱਪੀ ਪਿੱਛੇ ਨੂੰ ਜੋ ਰੱਖ, ਉਹਦਾ ਵੀ ਵਜ਼ਨ ਪਿੱਛੇ ਨੂੰ ਹੁੰਦਾ। ਬਹੁਤ ਬੈਲੈਂਸ ਹੁੰਦਾ ਸੁਹਾਗੇ ਦਾ, ਉਹ ਸੁਹਾਗੀ ਦਾ ਜਿਹੜਾ ਬੈਲੈਂਸ ਹੁੰਦਾ ਪਿੱਛੇ ਨੂੰ ਵਜ਼ਨ ਰੱਖਦੇ ਤੇ ਬਲਦ ਦੇਖ ਲਓ ਧੂ ਲੈਂਦੇ। ਤੇ ਪ੍ਰਾਈਵੇਟ ਦੇ ਤਾਂ ਚਲੋ ਪ੍ਰਾਈਵੇਟ ਦੇ ਤਾਂ ਬਹੁਤ ਘੱਟ ਬਹਿੰਦੇ ਲੋਕ, ਸੁਹਾਗੇ ਤੇ ਲਿਫਟ ਵਾਲੇ ਸੁਹਾਗੇ ਆ ਗਏ ਤੇ ਪ੍ਰਾਈਵੇਟ ਦੇ ਪਿੱਛੇ ਰੱਖ ਦਿੰਦੇ ਵਜ਼ਨ, ਬੋਰੀਆਂ 'ਚ ਪਾ ਕੇ ਗਲਿਆਂ ਦੇ ਉੱਪਰ ਨਹੀਂ ਹੁੰਦਾ। ਪ੍ਰਾਈਵੇਟ ਦੇ ਉੱਪਰ
ਸੁਹਾਗੇ ਦੀ ਸਵਾਰੀ ਹੁੰਦੀ। ਫੇਰ ਕਹਿੰਦੇ ਹੁਣ ਜਾਂ 6ਵੀਂ ਚ ਹੋ ਜਾਂਦਾ 10 ਸਾਲ ਸਾਈਕਲ ਸਿੱਖ ਲਿਆ ਤੇ ਸਾਈਕਲ ਕਹਿੰਦੇ ਸਾਈਕਲ ਉਹਦਾ ਸਿੱਖਦੇ ਕਹਿੰਦਾ ਕਿਵੇਂ ਸਿੱਖੀ, ਕਹਿੰਦਾ ਐ ਕਰ ਢਲਾਣ ਚ ਲੈ ਚੱਲ, ਢਲਾਣ ਤੇ ਕੈਂਚੀ ਸਿੱਟੇ ਨੂੰ ਪਹਿਲਾਂ ਲੱਤ ਘੁਮਾ ਕੇ ਗੱਭੇ ਦੀ ਉੱਪਰ ਸੀਟ ਦੇ ਉੱਪਰ ਦੀ ਬਾਂਹ ਘੁਮਾ ਕੇ ਡੰਡੇ ਨੂੰ ਗੱਭੇ ਨੂੰ ਪਾ ਕੇ ਖੱਬਾ ਹੱਥ ਹੈਂਡਲ ਤੇ ਫਿਰ ਤੁਰੀ ਜਾਣਾ ਗੱਭੇ। ਉਹ ਕਹੇ ਗਾਹ ਤਾਂ ਸਹੀ ਤੇ ਚੜ੍ਹਤਾ ਸਹੀ ਇਹਦੇ ਤੇ, ਉਹ ਚੜ੍ਹਦਾ ਐ ਕਿਵੇਂ ਚੜ੍ਹ, ਉਹ ਹੌਲੀ ਹੌਲੀ ਚੜੂਗਾ। ਤੇ ਖੱਬਾ ਪੈਰ ਥੱਲੜੇ ਬੰਨੇ ਰੱਖ ਕੇ 3 ਦਿਨ ਲੱਗਦੇ ਸੱਜੀ ਲੱਤ ਚੱਕ ਕੇ ਦੂਜੇ ਪੈਡਲ ਤੇ ਰੱਖਣ ਨੂੰ, ਕਿਉਂਕਿ ਬੈਲੈਂਸ ਬਹੁਤ ਟਾਕੀਆਂ ਜਿਹੜੀਆਂ ਲਹਿਦੀਆਂ ਗੋਡਿਆਂ ਤੋਂ ਹਲੇ ਤੱਕ ਵੀ ਗੋਡਿਆਂ ਤੇ ਕਾਲੇ ਦਾਗ ਨੇ। ਤੇ ਉਹ ਫਿਰ ਤੀਜੇ ਚੌਥੇ ਗੇੜੇ ਨੂੰ ਬੈਲੈਂਸ ਬਣਾ ਕੇ ਚੌਥੇ ਦਿਨ ਰੋੜਿਆ ਹੋਇਆ ਸਾਈਕਲ ਫੇਰ ਲੱਤ ਚੱਕ ਕੇ ਦੂਜੇ ਜਿਹੜੀ ਪੈਡਲ ਤੇ ਆਉਂਦੀ। ਅੱਛਾ ਹੁਣ ਦੂਜੇ ਜਦੋਂ ਪੈਡਲ ਤੇ ਆ ਗਈ ਉਹ ਪੂਰੀ ਲੱਤ ਘੁਮਾਉਣ ਲਈ, ਪੂਰਾ ਪੈਡਲ ਘੁਮਾਉਣ ਲਈ, ਕਿਉਂਕਿ ਸਰੀਰ ਚੱਕਣਾ ਪੈਣਾ ਸੀ, ਬੋਡੀ ਵੀ ਬੈਲੈਂਸ ਚਾਹੀਦੀ ਹੈ। ਤੇ ਫਿਰ ਪਹਿਲਾਂ ਤਾਂ ਅੱਧਾ ਅੱਧਾ ਚੱਲਦਾ ਪੈਡਲ ਉਹ 2-3 ਦਿਨ, ਫਿਰ ਉਹ ਜਦ ਲੱਤ ਪੂਰੀ ਘੁਮਾ ਕੇ ਚੱਲ ਜਾਂਦੇ ਬਸ ਸਿਰੇ ਹੁੰਦੀ। ਤੇ ਇੱਕ ਗਡਰੀਆ ਹੁੰਦਾ, ਗਡਰੀਆ ਉਹਨੂੰ ਗਡਰੀਆ ਕਹਿੰਦੇ ਸੀ, ਉਹ ਲੱਕੜ ਦਾ ਬਣਾਇਆ ਹੁੰਦਾ, ਉਹਦਾ ਪਿੰਡੇ ਬਣਦਾ। ਉਹ ਲੱਕੜ ਦੇ ਗਡਰੀਏ ਤੇ ਤੋੜਦੇ, ਛੋਟੇ ਹੁੰਦਿਆਂ ਨੂੰ ਆਪਾਂ ਤੋੜਦੇ, ਉਹਦੇ ਤੇ ਤੁਰਦੇ ਤੇ ਤੜਾਗੀ ਪਾਈ ਹੁੰਦੀ ਤੇ ਉੱਪਰੋਂ ਝੱਗੀ ਜੀ ਪਾਈ ਹੁੰਦੀ, ਨਿੱਕਰ ਪਾਈ ਨਾ ਹੁੰਦੀ, ਤੜਾਗੀ ਹੁੰਦੀ, ਉਹ ਚ ਘੁੰਗਰੂ ਹੁੰਦੇ ਤੇ ਤੁਰੇ ਜਾਂਦੇ ਹੀ ਸ਼ਰਲਾ ਵੀ ਗਜਾਉਣਾ ਉੱਥੇ ਹੀ ਕਹਿੰਦੇ ਕਰਦੇ ਗਾਹਾਂ ਨੂੰ ਫੇਰ ਤੁਰ ਜਾਂਦੇ। ਕੱਚੇ ਰਾਹ ਚ ਕਹਿੰਦੇ ਕੱਚੇ ਨਾਲ ਵਿਟਾਮਿਨ ਬੜੇ ਮਿਲਦੇ, ਮਿਨਰਲ ਬੜੇ ਸੀ ਕੱਚੇ ਮਿੱਟੀ ਦੇ ਵਿੱਚ, ਕੈਲਸ਼ੀਅਮ ਬਹੁਤ। ਸਾਈਕਲ ਤੋਂ ਫੇਰ ਗੱਲ ਚੱਲਦੀ ਕਾਠੀ ਤੇ ਚੜ੍ਹਨ ਦੀ। ਕਹਿੰਦਾ ਕਾਠੀ ਚਲਾ ਲੈਣਾ ਹੋਏ ਇੱਕ ਦੂਜੇ ਨੂੰ ਪਹੁੰਚ ਨਾ, ਕੈਂਚੀ ਚਲਾਉਣਾ ਮੈਂ ਤਾਂ ਹਲੇ ਬਈ, ਕਾਠੀ ਤੇ ਨਹੀਂ ਚੜ੍ਹਦਾ। ਉਹ ਕਹਿੰਦਾ ਚੜ੍ਹਦੇ ਆ, ਚੜਾਂਗੇ ਹੁਣ ਕਾਠੀ ਤੇ, ਲੱਤ ਘੁਮਾਉਣੀ ਬਹੁਤ ਔਖੀ ਆ ਪਿੱਛੇ ਦੀ। ਉਹ ਲੱਤ ਮੂਹਰ ਦੀ ਘੁਮਾ ਲਾਂਗਾ, ਮੂਹਰ ਤੇ ਇੰਨਾ ਛੇਤੀ ਘੁੰਮਦੀ ਨਹੀਂ ਜਦੋਂ ਪੈਡਲ ਥੱਲੇ ਚਲੇ ਜਾਂਦਾ ਯਾਰ। ਉਹ ਕਹਿੰਦਾ ਬਹੁਤ ਔਖਾ ਇਹਦਾ ਕੰਮ। ਫਿਰ ਕਹਿੰਦਾ ਇੱਟ ਦੇ ਥੜੇ ਨਾਲ ਲਾ ਲਾ, ਕਿਤੇ ਉੱਪਰ ਬਹਿ ਕੇ ਚਲਾ ਲਾ। ਫਿਰ ਕਹਿੰਦਾ ਤੁਰਦਾ ਨਹੀਂ, ਰੁੜਦਾ ਨਹੀਂ, ਜ਼ੋਰ ਕਿੰਨਾ, ਆਦੇ ਪੈਰ ਨਹੀਂ ਆਉਂਦੇ। ਕਹਿੰਦੇ ਐਂ ਕਰ ਫਿਰ ਜਿਹੜੀ ਸੈਂਸ ਮਾਸਟਰੀ ਵਾਲਾ ਲੇਟੀ ਸਾਈਕਲ ਹੈ, ਲੇਟੀ ਉਹ ਕਹਿੰਦੇ ਜਦ ਤੂੰ ਬਾਹਰੋਂ ਸਕੂਲੋਂ ਫੜ ਕੇ ਅੰਦਰ ਨੂੰ ਖੜਾਉਣ ਜਾਂਦਾ ਉਹ ਲੇਟੀ ਸਾਈਕਲ ਤੇ ਚੜੀ। ਜਦ ਭੈਣ ਜੀ ਨੂੰ ਫੜਨਾ ਸੀ ਭੱਜ ਕੇ ਮੈਂ ਭੈਣ ਜੀ ਸਾਈਕਲ, ਭੈਣ ਜੀ ਸਾਈਕਲ। 4 ਖੜੇ ਹੁੰਦੇ ਜਿਹਨੇ ਜ਼ੋਰ ਨਾਲ ਪਹਿਲਾਂ ਫੜ ਲਿਆ, ਕਹਿੰਦੇ ਤੂੰ ਸੈਂਸੀ ਮਾਸਟਰ ਵਾਲਾ ਸਾਈਕਲ ਫੜ ਲਈ, ਮੈਂ ਤਾਂ ਹੁਣ ਲੇਟੀ ਸਾਈਕਲ। ਜਦ ਭੈਣ ਜੀ ਦੇ ਤੁਰੇ ਆਉਣਾ ਫਿਰ ਹੌਲੀ ਜਿਹੇ ਪੈਰ ਰੱਖ ਕੇ ਉਹਦਾ ਨਾ ਐਸੇ ਨਹੀਂ ਕਰਦਾ ਬੱਚਾ, ਇਹਦੇ ਤੇ ਨਹੀਂ ਚੜ੍ਹਨਾ। ਡਰ ਲੱਗਣ ਲੱਗ ਜਾਣਾ, ਜਿਵੇਂ ਪੋਰਸ਼ੇ ਨੂੰ ਕੋਈ ਹੱਥ ਨਹੀਂ ਨਾ ਇੱਥੇ ਲਾਉਣ ਦਿੰਦਾ, ਜੇ ਮਹਿੰਗੀ ਕਾਰ ਹੋਵੇ ਮੈਂ ਹੱਥ ਨਹੀਂ ਲਾਉਣਾ ਇਹਨੂੰ, ਰੋਲਸ ਜਿਹੜੀ ਰੋਲਸ ਨੂੰ ਨਾ ਚੜ੍ਹਨਾ ਨਹੀਂ ਪਤਾ ਇੱਥੇ। ਅੱਛਾ ਜੀ ਚਲੋ ਜੀ, ਫਿਰ ਉਹਨੂੰ ਖੜਾ ਲਿਆ, ਸੂਹ ਤੇ ਨਹੀਂ ਲੱਗਦਾ ਯਾਰ ਤੂੰ ਚੜਿਆ ਨਹੀਂ। ਉਹ ਸੂਹ ਤੇ ਨਹੀਂ ਲੱਗਦਾ ਭੈਣ ਜੀ, ਸਿਰ ਤੇ ਚੜੀ ਆਉਂਦੀ ਹੁੰਦੀ ਹੈ, ਪੈਰ ਹੀ ਨਹੀਂ ਲੱਗਦੇ ਮੇਰੇ ਤਾਂ, ਮੇਰਾ ਚੜ੍ਹਨ ਨੂੰ ਫਿਰਦਾ ਤਾਂ ਚੜ੍ਹ ਨਹੀਂ ਦਿੰਦੀ ਉਹ ਕਹਿੰਦਾ ਬੜਾ ਔਖਾ ਹੋਇਆ। ਫਿਰ ਉਹ ਰਾਕਟ ਸਾਇੰਸ ਅਚੀਵ ਹੁੰਦੀ। ਫਿਰ ਸਾਈਕਲ ਜਿਹੜਾ ਜਦੋਂ ਕਾਠੀ ਤੇ ਚੜ੍ਹਦਾ ਤੇ ਫਿਰ ਹੌਲੀ ਹੌਲੀ ਸਾਈਕਲ ਦੀ ਤਿਆਰੀ ਹੁੰਦੀ। ਫਿਰ ਸਾਈਕਲ ਤੇ ਚਾਹ ਦੇਣ ਜਾਂਦੇ, ਕੈਂਚੀ ਵਾਲੇ ਸਾਈਕਲ ਤੇ ਚਾਹ ਦੇਣ ਜਾਂਦੇ, ਪੱਟਾਂ ਤੇ ਚਾਹ ਪੈ ਜਾਂਦੀ। ਜਿੱਥੇ ਕਿਤੇ ਘੜਮਚੂ ਵੀ ਬੋਲਦਾ ਕਈ ਵਾਰ, ਚਾਹ ਦਾ ਡੋਲੂ ਡੁੱਲ ਜਾਂਦਾ। ਜੇ ਅੱਗੇ ਉਹਨਾਂ ਨੇ ਗਾਲਾਂ ਕੱਢਿਆ ਤੈਨੂੰ ਅੱਗ ਲੱਗ ਜਾ, ਤੈਨੂੰ ਹੁਣ ਚਾਹ ਦਾ ਮੇਰਾ ਕੀ ਬਣੂਗਾ, ਹੁਣ ਚਾਹ ਲੈ ਕੇ ਆ, ਮੈਂ ਨਹੀਂ ਤੁਰਦਾ ਚਾਚਾ, ਇਹਨੇ ਤਾਂ ਚਾਹ ਢੋਲਤੀ ਚਾਚਾ। ਉਹਨੇ ਲਿਆਉਂਦੇ ਆ, ਲਿਆਉਣਾ ਜਾਂਦਾ ਚਾਹ ਮੱਲਾ ਲਿਆਉਂਦੇ ਆ, ਮੈਂ ਤਾਂ ਇੱਥੇ ਪਤੀਲੀ ਕਹਿਣਾ ਕੱਲ ਨੂੰ ਚਾਚੀ ਨੂੰ ਲੈ ਆਇਆ ਕਰਨੀ, ਮੈਂ ਤਾਂ ਨਹੀਂ ਮਾਰੂ ਬਣਾ ਕੇ ਪੀ ਲੂ। ਬਲੈਕ ਟੀ ਨੂੰ ਪੰਜਾਬ ਚ ਮਾਰੂ ਚਾਹ ਕਹਿੰਦੇ ਸੀ, ਬਲੈਕ ਟੀ। ਇੱਥੇ ਬਲੈਕ ਟੀ ਪੀਣਾ ਕਹਿੰਦਾ ਦੁੱਧ ਨਾ ਚੀਨੀ ਨਾ, ਬਲੈਕ ਟੀ। ਆ ਕਹਿੰਦਾ ਉਹਨੂੰ ਜਲੇਬੀਆਂ ਘਰੀ ਦੋ, ਨਾਲੇ ਆ ਬਰਫੀ ਦੇ 2 ਪੀਸ ਫੜਾਏ, ਟੀ ਬਲੈਕ 2 ਜਲੇਬੀ। ਜਦ ਮੂੰਹ ਚ ਉਹਦੀ ਭੂਕ ਜੀ ਨੂੰ ਭੋਰਦੇ ਆ, ਮੂੰਹ ਨਹੀਂ ਖੋਲਦੇ, ਫਿਰ ਚਰ ਚਰ ਦੀ ਆਵਾਜ਼ ਆਉਂਦੀ। ਸੋ ਇਹ ਪੁਰਾਣਾ ਸਮਾਂ। ਫਿਰ ਅਗਲੀ ਵੱਧ ਤੋਂ ਵੱਡੀ ਛਾਲ ਕੀ ਹੁੰਦੀ, ਟਰੈਕਟ। ਅਗਲੀ ਚੀਜ਼ ਟਰੈਕਟਰ ਚਲਾਉਣ ਦੀ ਹੁੰਦੀ। ਸਕੂਟਰ ਕਿੱਥੇ ਹੁੰਦੇ, ਕਿਸੇ ਕੋਲ ਬਹੁਤ ਘੱਟ ਹੁੰਦੇ। ਜੇ ਕਿਸੇ ਰਿਸ਼ਤੇਦਾਰ ਨਾਲ ਸਕੂਟਰ ਗੇੜੇ ਨਾਲ ਜਾਣਾ, ਲਿਆ ਛਾਵੇਂ ਲਾ ਦਈਏ, ਲਿਆ ਛਾਵੇਂ ਖੜਾ ਦਿਓ, ਕਹਿੰਦਾ ਖੜਾ ਰਹਿਣ ਦੇ, ਘੋੜੀ ਆ ਇਹ, ਖੜਾ ਰਹਿਣਾ ਜਿੱਥੇ ਖੜਾ, ਤੈਨੂੰ ਕੀ ਕਹਿੰਦਾ, ਨਹੀਂ ਨਹੀਂ ਛਾਵੇਂ ਲਾ ਦਿੰਦੇ ਆ। ਛਾਵੇਂ ਰੋਣਾ ਲਾਉਣਾ ਸੀ, ਘਰ ਤੋਂ ਰੋਡ ਤੇ ਜਾ ਕੇ 50 ਮੀਟਰ ਦੂਰ ਕਿੱਕ ਮਾਰਦੀ ਉਹਦੀ,
ਆਵੇ ਨੂੰ ਕਹਾ ਜੇ ਰਿਸ਼ਤੇਦਾਰ ਸਾਡੇ ਉਹਨੇ ਲੈ ਅੰਦਰ ਲਾ ਦਈਏ ਸਕੂਟਰ, ਉਹ ਨਾ ਖੜਾ ਰਹਿਣ ਬਾਬਾ, ਉਹ ਲਾ ਦੇ ਅੰਦਰ ਧੁੱਪਾ ਬਾਹਰ, ਕਹਿੰਦਾ ਘੋੜੀ ਆ ਇਹ ਵੀ ਤੌਂਸ ਜੂ ਖੜੀ ਬਾਹਰ, ਖੜਾ ਰਹਿਣ ਯਾਰ। ਬੜੀ ਟ੍ਰੇਨਿੰਗ ਔਖੀ ਸੀ ਇਹ। ਹੁਣ ਤਾਂ ਹੋਣ ਵਾਲਿਆਂ ਨੂੰ ਸਭ ਕੁਝ ਮਿਲਦਾ, ਇਹਨਾਂ ਨੂੰ ਕੀ ਪਤਾ ਵੀ ਅਸੀਂ ਕਿਹੜੇ ਕਿਹੜੇ ਜੱਫਰ ਜਾਲੇ ਨੇ ਰਾਈਡਿੰਗ ਕਰਨ ਲਈ। ਸਵਾਰੀਆਂ ਬੜੀਆਂ ਔਖੀਆਂ ਹੋਈਆਂ ਜਵਾਨੀ ਤੱਕ, ਸਵਾਰੀਆਂ ਨੇ ਸਿੱਟੇ ਬਹੁਤ, ਸਵਾਰੀਆਂ ਨੇ ਗੋਡੇ ਬੜੇ ਰਗੜਾਏ, ਸਵਾਰੀ ਕਿਤੇ ਸੌਖੀ ਨਹੀਂ। ਘੋੜੀ ਜਿਹਨੇ ਸਵਾਰੀ ਸਿੱਖੀ ਆ, ਜਿਹਨੇ ਉਹਨੂੰ ਪਤਾ ਬਈ ਕਿਵੇਂ ਬੰਦਾ ਡਿੱਗਦਾ 6 ਫੁੱਟ ਉੱਚਾ, ਕੀ ਗੱਲ ਬਣਦੀ ਹੈ। ਬਹੁਤ ਔਖੇ ਕੰਮ ਨੇ। ਵਪਾਰਕ ਸਟੇਸ਼ਨ ਬਾਅਦ ਆਉਂਦੇ ਆ ਫਿਰ। ਸਾਈਕਲ ਆਧਾਰਾ ਮੰਗ ਕੇ ਲੋਕ ਇੱਕ ਜਿਵੇਂ ਯਾਰ ਗੇੜਾ ਦਾ ਲਾ ਲੈਣ, ਹੋਗਾ ਨਾ ਕੋਈ ਗੇੜਾ ਨਹੀਂ ਛੱਡਦੇਗਾ ਤੂੰ ਮੇਰਾ ਪਾਪਾ ਗੁੱਟੂ। ਮੋਗੇ ਵਾਲੀ ਪਜਾਮੀ ਵੀ ਪਾਉਂਦੇ ਹੁੰਦੇ ਸੀ ਬਾਈ, ਰੂਪੀ ਕਾਸਟ ਨਾਲੇ ਕਹਿੰਦੇ ਮੋਗੇ ਵਾਲੀ ਹੁੰਦੀ ਬਾਈ ਪਜਾਮੀ ਉਹ। ਕਰਤਾਰ ਸਿੰਘ ਜੀ ਲਾਈਨ ਨੰਬਰ 2। ਹਾਂਜੀ, ਅਸੀਂ ਨਿੱਕੇ ਹੁੰਦੇ ਜਦ ਸਕੂਲ ਤੋਂ ਛੁੱਟੀਆਂ ਹੁੰਦੀਆਂ ਸੀ ਤਾਂ ਫਿਰ ਆਪਣੇ ਸਰਦਾਰ ਸਾਹਿਬ ਨਾਨਕੀ ਪਿੰਡ ਜਾਂਦੇ ਸੀ ਤਾਂ ਘੋੜੀ ਉੱਤੇ ਜਾਂਦੇ ਹੁੰਦੇ ਸੀ। ਘੋੜੀ ਨੂੰ ਇੱਕ ਵਾਰੀ ਜਦ ਡੱਲੇ ਦੀ ਜੂਹ ਤੋਂ ਕੱਢ ਕੇ ਖਾੜੇ ਦੀ ਜੂਹ ਚ ਪਾਤਾ ਤਾਂ ਘੋੜੀ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਇਹਨੇ ਨਾਨਕੀ ਜਾਣਾ। ਰਾਹ ਦੇ ਵਿੱਚ ਕਈ ਪਿੰਡ ਆਉਂਦੇ ਸੀ, ਹਰੇਕ ਚੌਂਕ ਚ ਘੋੜੀ ਨੇ ਸੱਜੇ ਖੱਬੇ ਦੇਖਣਾ ਤੇ ਉੱਥੋਂ ਸਹੀ ਰਸਤੇ ਦੇ ਉੱਤੇ ਉਸ ਨੇ ਤੁਰੀ ਜਾਣਾ ਤੇ ਨਾਨਕੇ ਪਿੰਡ ਸਾਨੂੰ ਉਸ ਘੋੜੀ ਨੇ ਲੈ ਜਾਣਾ। ਇਹ ਸਾਡਾ ਡਰਾਈਵਿੰਗ ਦਾ ਸ਼ੌਕ ਹੁੰਦਾ ਸੀ ਉਸ ਵੇਲੇ ਦਾ, ਬੜਾ ਚੰਗਾ ਲੱਗਦਾ ਸੀ। ਧੰਨਵਾਦ, ਵਾਹ ਜੀ ਵਾਹ ਜੀ ਰਹੋ। 604 881 8888 ਹੈ ਜੇ ਵੈਜੀਟੇਰੀਅਨ ਪੀਜ਼ਾ ਆਰਡਰ ਕਰਨਾ, ਮਨੋਰ ਵੈਜੀਟੇਰੀਅਨ ਪੀਜ਼ਾ, ਨੂਰ ਬੇਕਰੀ ਦੇ ਨਾਲ ਇਹ ਮਠਿਆਈਆਂ ਨੇ ਇੱਕ ਜਗ੍ਹਾ ਤੇ ਕਰਤਾ ਕੰਮ। ਪਾਲ ਬਿਜ਼ਨਸ ਸੈਂਟਰ 'ਚ ਵੜਦੇ ਹੀ ਸੱਜੇ ਬੰਨੇ ਬੇਕਰੀ ਆ, ਬੇਕਰੀ ਦੇ ਨਾਲ ਮਨੋਰ ਵੈਜੀਟੇਰੀਅਨ ਪੀਜ਼ਾ। ਸੰਜੇ ਉਹਨਾਂ ਦੀ ਤੀਜੀ ਪੀੜ੍ਹੀ ਆ ਬੇਕਰਾਂ ਦੀ। 604 881 8888 ਮਨੋਰ ਵੈਜੀਟੇਰੀਅਨ ਪੀਜ਼ਾ ਤੇ ਗਲੋਬਲ ਯੂਨਿਟੀ ਪੈਰਾਲੀਗਲ ਸਰਵਿਸਿਜ਼ ਤੁਹਾਨੂੰ ਦਿੰਦੇ ਨੇ। 604 614 4502 ਛੋਟਾ ਮੋਟੇ ਜਿਹੜੇ ਕੋਈ ਕਾਗਜ਼ ਪੱਤਰ ਨੇ ਵਕੀਲਾਂ ਦੀ ਜਿਹਦੀ ਜ਼ਰੂਰਤ ਨਹੀਂ ਉਹ ਇਹ ਕਰਦੇ ਨੇ। ਰੈਜ਼ੀਡੈਂਸ਼ੀਅਲ ਟੈਨੈਂਸੀ ਮੈਨੇਜਮੈਂਟ ਤੇ ਕਮਰਸ਼ੀਅਲ ਰੈਂਟ, ਜਿਹੜਾ ਡਿਸਪਿਊਟ ਕੋਈ ਰੌਲਾ ਗੌਲਾ ਛੋਟਾ ਮੋਟਾ ਜਿਹੜਾ ਵਕੀਲ ਦੇ ਨਹੀਂ ਜਾਣਾ, ਇਹਨਾਂ ਕੋਲ ਚਲੇ ਜਾਣਾ, ਵਕੀਲ ਦੇ ਨਾਲ ਇਹ ਪੈਰਾਲੀਗਲ ਹੁੰਦਾ। 604 614 4502 ਇਹ ਨੰਬਰ ਆ। ਬਜ਼ੁਰਗਾਂ ਦੇ ਪੇਪਰ ਜਿਹੜੇ ਫ੍ਰੀ ਭਰਨਗੇ, ਕੋਈ ਵੀ ਉਹ ਬਜ਼ੁਰਗਾਂ ਦਾ ਪੇਪਰ ਵਰਕ ਆ ਤੇ 604 614 4502 80 ਤੇ 128 ਤੇ ਨੇ। 128 30 80 ਐਵਨਿਊ 109 ਨੰਬਰ ਯੂਨਿਟ ਤੇ ਕਰਾਊਨ ਪੈਲਸ ਬੈਂਕਟ ਹਾਲ ਵਾਲੇ ਖਾਣਾ ਤੁਸੀਂ ਉਹਨਾਂ ਤੇ ਆਰਡਰ ਕਰ ਸਕਦੇ ਹੋ। 604 267 0045 ਬਾਈ ਜੀ ਹੁੰਦਲ ਉਹਨਾਂ ਦਾ ਨੰਬਰ ਹੈ, ਉੱਥੇ ਆਫਿਸ ਦਾ। ਤੇ 128 ਤੇ 88 ਤੇ ਇਹ ਕਰਾਊਨ ਪੈਲਸ ਬੈਂਕਟ ਹਾਲ ਹੈ ਤੇ ਜਿੱਥੇ ਤੁਸੀਂ 4 ਵਜੇ ਤੋਂ 11 ਵਜੇ ਤੱਕ ਸੋਮਵਾਰ ਛੱਡ ਕੇ ਬਾਕੀ 6 ਦਿਨ ਕੋਈ ਵੀ ਖਾਣਾ ਆਰਡਰ ਕਰ ਸਕਦੇ ਹੋ, ਪਿਕਅਪ ਕਰ ਸਕਦੇ ਹੋ। ਰੈਸਟੋਰੈਂਟ ਦੀਆਂ ਸੇਵਾਵਾਂ ਬੈਂਕਟ ਹਾਲ 'ਚ। ਸਮੇਤ ਡਰਾਈਵ ਵਾਲਰ ਕਲੋਨਾ 'ਚ 604 355 30 30 ਕਲੋਨਾ ਦੇ ਵਿੱਚ ਡਰਾਈਵ ਵਾਲਰ ਚਾਹੀਦੇ ਨੇ ਤੇ ਉੱਥੇ ਤੁਹਾਨੂੰ ਰੈਜ਼ੀਡੈਂਸ਼ੀਅਲ ਜਿਹੜੀ ਸਹੂਲਤ ਰਹਿਣ ਦੀ ਮਿਲ ਜਾਏਗੀ। 604 355 30 30 ਸਮੇਤ ਡਰਾਈਵ ਵਾਲਰ। ਸਟਾਰ ਇਮੀਗ੍ਰੇਸ਼ਨ ਵਾਲੇ 604 404 60 60 ਨੰਬਰ ਹੈ, 200 ਨੰਬਰ ਯੂਨਿਟ ਤੇ 7404 ਕਿੰਗ ਜਾਰਜ ਹਾਈਵੇ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਸਟਾਰ ਇਮੀਗ੍ਰੇਸ਼ਨ ਵਾਲੇ। 604 404 60 60 7 ਵਰੇ ਹੋ ਗਏ ਬ੍ਰੈਂਟਨ 'ਚ। ਹੁਣ ਇੱਥੇ ਫਿਰ ਅਪਲਾਈ ਕਰਨਾ ਕਿਸੇ ਲਈ, ਕੋਈ ਅਪੀਲ ਕਰਨੀ ਹੈ, LMIA ਵਰਕ ਪਰਮਿਟ 604 404 60 60। ਜਸਵਿੰਦਰ ਸਿੰਘ ਜੀ ਲਾਈਨ ਨੰਬਰ 4। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਤੇ 7ਵੀਂ 'ਚ ਪੜ੍ਹਦੇ ਹੁੰਦੇ ਸੀਗੇ ਜੀ। ਜਿਹੜਾ ਸਾਡਾ ਸਕੂਲ ਸੀਗਾ ਹਾਈ ਸਕੂਲ, ਉਹ ਪਿੰਡੋਂ ਥੋੜਾ ਜਿਹਾ ਦੂਰ ਸੀਗਾ, 4 ਕਿਲੋਮੀਟਰ। ਤੇ ਮਾਸਟਰ ਜੀ ਕਹਿੰਦਾ ਵੀ ਜਦੋਂ ਚਾਹ ਬਣਾਉਣੀ ਹੁੰਦੀ ਆ ਤੇ ਸਕੂਟਰ ਮੈਨੂੰ ਆਉਂਦਾ ਸੀਗਾ ਤੇ ਕਹਿੰਦਾ ਵੀ ਆਉਂ ਕਰਦੀ ਤੂੰ ਇੱਥੋਂ ਨਾਲ ਲੈ ਜਾ ਕਿਸੇ ਨੂੰ ਤੇ ਸਕੂਟਰ ਲੈ ਜਾ ਮੇਰਾ ਤੇ ਪਿੰਡੋਂ ਦੁੱਧ ਲੈ ਕੇ ਆਓ। ਨਾਲ ਮੁੰਡਾ ਚਲਿਆ ਗਿਆ, ਜਾਂਦਾ ਹੋਇਆ ਮੈਂ ਚਲਾ ਕੇ ਲੈ ਗਿਆ ਜੀ, ਮੁੜਦਾ ਹੋਇਆ ਉਹ ਮੁੰਡਾ ਚਲਾਉਣ ਲੱਗ ਗਿਆ। ਉਹ ਚੱਲ ਲਈ ਆਇਆ ਜੀ। ਉਹ ਅਸੀਂ ਬੈਕ ਸਕੂਲੇ ਆ ਗਏ ਤੇ ਉਹ ਆ ਕੇ ਮਾਸਟਰ ਜੀ ਨੂੰ ਚਾਬੀ ਫੜਾਉਣ ਗਿਆ, ਕਹਿੰਦਾ ਮੈਂ ਫੜਾ ਕੇ ਆਉਂਦਾ ਚਾਬੀ, ਨਾਲੇ ਮੈਂ ਸਕੂਟਰ ਸਿੱਖ ਲਿਆ। ਉਹ ਚਲਿਆ ਗਿਆ ਚਾਬੀ ਫੜਾਉਣ, ਕਹਿੰਦਾ ਮਾਸਟਰ ਜੀ ਇੱਕ ਗੱਲ ਕਰਨੀ ਤੁਹਾਡੇ ਨਾਲ ਵੀ ਆਪਣਾ ਜਿਹੜਾ ਤੁਹਾਡੇ ਸਕੂਟਰ ਦਾ ਗੇਅਰ ਖਰਾਬ ਹੋ ਗਿਆ। ਉਹ ਕਹਿੰਦਾ ਵੀ ਗੇਅਰ ਕਿਵੇਂ ਖਰਾਬ ਹੋ ਗਿਆ, ਮੈਂ ਤਾਂ ਸਹੀ ਲੈ ਕੇ ਆਇਆ। ਮੈਨੂੰ ਕਹਿੰਦਾ ਵੀ ਤੂੰ ਲੈ ਕੇ ਗਿਆ ਸਹੀ। ਮੈਂ ਕਿਹਾ ਹਾਂਜੀ ਬੜਾ ਸੋਹਣਾ ਚੱਲਿਆ, ਸਹੀ ਸੀਗਾ ਹਨਾ। ਉਹ ਕਹਿੰਦਾ ਮਾਸਟਰ ਜੀ ਵੀ ਗੱਲ ਹੈਗੀ ਇਹ ਵੀ ਇਹਦਾ ਤਾਂ ਚੌਥਾ ਗੇਅਰ ਪੈਂਦਾ ਹੀ ਨਹੀਂਗਾ।
ਮੈਂ ਤਾਂ ਜ਼ੋਰ ਲਾਉਂਦਾ ਰਿਹਾ ਚੌਥਾ ਗੇਅਰ, ਉਹ ਕਹਿੰਦਾ ਵੀ ਫੜ ਲਾ ਕੰਨ ਕੇ ਵੀ ਚੌਥਾ ਗੇਅਰ ਤਾਂ ਕੰਜਰਾ ਦਾ ਤਾਂ ਪਊਗਾ ਤੇ ਚੌਥਾ ਆਊਗਾ ਤਾਂ ਸਕੂਟਰੀ ਪ੍ਰਿਆ ਸੀ, ਉਹਦਾ ਗੇਅਰ ਹੀ ਕੰਨ ਸੀਗਾ ਜੀ। ਉਸ ਤੋਂ ਬਾਅਦ ਨਹੀਂ ਦੁੱਧ ਲੈਣ ਗਏ ਕਦੇ। ਥੈਂਕ ਯੂ। ਬਜਾਜ 150 ਦੇ ਵੀ 3, ਬੈਸਪਾ ਦੇ ਵੀ 3, ਲਿਬਰੇਟੇ ਦੇ ਵੀ 3, ਲੈਂਬੀ ਦੇ ਵੀ 3, ਤੇ ਉਹਦੇ ਬਾਅਦ 4 ਵਾਲਾ ਆਇਆ ਚੇਤਕ, ਫਿਰ ਗੋਲਡ ਲਾਈਟ ਵਾਲਾ 4 ਉਹਦੇ। ਅੱਜ ਸਮਾਂ ਘਟ ਗਿਆ, ਮੈਂ ਸਾਰੇ ਮੋਟਰਸਾਈਕਲ ਸਕੂਟਰਾਂ ਤੇ ਚਲਾਉਣਾ ਹੀ। ਰਾਜਦੂਤ ਦੋਜੀ ਵਾਲਾ ਵੀ ਲੈ ਕੇ ਆਉਣਾ ਦੀ, ਜੱਦੀ ਵੀ ਲੈ ਕੇ ਆਉਣਾ ਦੀ, ਜਾਵਾ ਜਿਹੜਾ। ਧੰਨਵਾਦ ਜੀ। ਕਿਸਾਨਾਂ ਦੇ ਹੱਕ 'ਚ ਰੈਲੀ ਕੱਢੀ ਜਾ ਰਹੀ ਹੈ 4 ਤਰੀਕ ਨੂੰ, ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸ਼ੁਰੂ ਹੋਣੀ ਹੈ ਤੇ ਆ ਕੇ ਗੁਰਦੁਆਰਾ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਖਤਮ ਹੋਣੀ ਹੈ। 12 ਵਜੇ ਦਸ਼ਮੇਸ਼ ਦਰਬਾਰ ਤੋਂ ਸ਼ੁਰੂ ਕਰਕੇ ਤੇ ਫਿਰ ਆ ਕੇ ਖਤਮ ਹੋਣੀ ਹੈ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਸਰੀ ਡੈਲਟਾ 'ਚ ਅਕਤੂਬਰ 4 12 ਵਜੇ। ਕਿਸਾਨ ਰੈਲੀ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਇਕੱਠੇ ਹੋ ਕੇ ਪਹੁੰਚੋ ਤੇ ਰੈਲੀ ਕੱਢ ਕੇ ਦਿਖਾਈ ਜਾਵੇ ਕਿ ਇੱਥੇ ਵੀ ਅਸੀਂ ਆਪਣੇ ਭਾਈਆਂ ਲਈ ਜਿਹੜਾ ਦੁੱਖ ਸੁੱਖ ਦੇ ਵਿੱਚ ਨਾਲ ਖੜੇ ਹਾਂ। ਇਹ ਸੀ ਅੱਜ ਦਾ ਪ੍ਰੋਗਰਾਮ। ਸੋਮਵਾਰ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਹੋਣਾ ਹੈ ਕਿ ਦੁਵਿਧਾ ਜੁੜ ਗਿਆ, 5 ਦਿਨ ਥੱਕ ਜਾਂਦੇ ਆ ਤੇ ਕੋਈ ਨਾ, ਛੇਤੀ ਪ੍ਰੋਗਰਾਮਾਂ ਦੇ ਵਿੱਚ ਅਦਲੋ ਬਦਲੀ ਹੋ ਜਾਣੀ ਹੈ। ਤੇ ਰੱਬ ਰਾਖਾ। ਅਖੀਰ 'ਚ ਗਿੱਪੀ ਗਰੇਵਾਲ ਦੀ ਚੱਟੀ, ਰੱਬ ਰਾਖਾ।